ਡੈਡਲੀ ਕੰਬੀਨੇਸ਼ਨ ਬਣ ਗਿਆ ਕਾਂਗਰਸ ਦੇ ਵਿੱਚ। ਇੱਕ ਪਾਸੇ ਨਵਜੋਤ ਸਿੰਘ ਸਿੱਧੂ ਹੈ, ਦੂਜੇ ਪਾਸੇ ਤੁਸੀਂ ਹੋ। ਘਬਰਾਉਣਾ ਕਾਹਦੇ ਖਾਤਰ ਹੈ ਕਿ ਬੰਦੇ ਆ, ਜ਼ਿੰਦਗੀ ਦੁਨੀਆ ਤੇ ਆਏ ਆ, ਕੁਛ ਕਰਨ ਖਾਤਰ ਆਏ ਆ। ਕਾਹਦੀ ਘਬਰਾਹਟ ਹੈ, ਕਿਹਦੀ ਘਬਰਾਹਟ ਹੈ? ਕੌਣ ਬੰਦੇ ਤੋਂ ਤਕੜਾ ਇੱਥੇ? ਇਨਸਾਨ ਹੀ ਸਾਰਾ ਕੁਛ ਹੈ ਇੱਥੇ। ਕੋਈ ਇੱਥੇ ਕੋਈ ਚਮਤਕਾਰੀ ਬਾਬੇ ਤਾਂ ਹੈ ਨਹੀਂ ਹੋਰ ਵੀ ਉਹ ਕੋਈ ਐ ਮਾਰ ਕੇ ਤੁਹਾਨੂੰ ਗਾਇਬ ਕਰ ਦੇਣਗੇ ਦੁਨੀਆ ਤੋਂ। ਇਨਸਾਨ ਹੈ, ਕਿਸਮਤ ਲਿਖਾ ਕੇ ਆਏ ਆ। ਪਰਮਾਤਮਾ ਨੇ ਹਿੰਮਤ ਦਿੱਤੀ ਹੈ ਫੈਸਲੇ ਲੈਣ ਦੀ, ਤਾਂ ਫੈਸਲੇ ਲਏ ਨੇ ਤੇ ਅਟੱਲ ਵੀ ਰਹਾਂਗੇ ਉਹਨਾਂ ਤੇ। ਇਹ 'ਚ ਕੀ ਗੱਲ ਹੈ? ਜਦੋਂ ਤੁਸੀਂ ਜੁਆਇਨ ਕੀਤਾ ਉਸ ਤੋਂ ਬਾਅਦ ਲੋਕਾਂ ਨੇ ਸਟੇਟਸ ਪਾਏ, ਕਈਆਂ ਨੇ ਇਹ ਵੀ ਕਿਹਾ, ਬਿਆਨ ਵੀ ਦਿੱਤੇ ਕਿ ਹੱਥ 'ਚ 47 ਫੜਾ ਕੇ ਪੰਜਾਲੀ ਪਾਲੀ, ਕੁਛ ਇਸ ਤਰੀਕੇ ਦੇ ਬਿਆਨ ਵਗੈਰਾ ਵੀ ਆਉਣੇ ਸ਼ੁਰੂ ਹੋਏ। ਕੋਈ ਇੱਥੇ ਹੁਣ ਮੇਰੇ ਨਾਲ ਹੋਰ 20 ਭਰਾ ਬੈਠੇ, ਉਹਨਾਂ ਨੇ ਕਦੇ ਸੋਸ਼ਲ ਮੀਡੀਆ 'ਤੇ ਕਿਸੇ ਨੇ ਗੱਲ ਤਾਂ ਨਹੀਂ ਕੱਢੀ ਹੋਣੀ ਉਹ ਫਲਾਣੇ। ਅਗਲਾ ਕਹਿੰਦਾ ਤੇਰੇ ਤੋਂ ਕੀ ਲੈਣਾ, ਮੈਂ ਰੌਲਾ ਤਾਂ ਉਹਦੇ ਨਾਲ ਹੈ, ਇਹਨੂੰ ਕੁਛ ਕਹਾਂਗੇ ਤਾਂ ਕੁਛ ਨਾ ਕੁਛ ਨਿਕਲੂ। ਸਾਰੇ ਕਹਿ ਰਹੇ ਸੀ ਕਹਿੰਦੇ ਫੋਲੋਅਰਸ ਘੱਟ ਗਏ, ਮੈਂ ਕਿਹਾ ਘਟੇ ਆ। ਅਤੇ ਮੈਨੂੰ ਕਈ ਬੰਦੇ ਸੱਜਣ ਮਿੱਤਰ ਬਾਈ ਤੂੰ ਵਧਾ ਲੈ ਰਾਤੋਂ ਰਾਤ। ਮੈਂ ਕਾਹਦੇ ਖਾਤਰ ਵਧਾਵਾਂ, ਵਧੀਆ ਘੱਟ ਗਏ, ਜਿਹੜੇ ਜਿਹਨੇ ਜਾਣਾ ਸੀ ਚੱਲ ਗਏ। ਸਿੱਧੂ ਮੂਸੇਵਾਲਾ ਨੂੰ ਵੋਟਾਂ ਕਾਂਗਰਸ ਕਰਕੇ ਪੈਣਗੀਆਂ ਜਾਂ ਆਪਣੇ ਸੰਘਰਸ਼ ਕਰਕੇ ਪੈਣਗੀਆਂ, ਆਪਣੇ ਨਾਮ ਕਰਕੇ ਪੈਣਗੀਆਂ? ਉਹਨੂੰ ਕੀ ਲੱਗਦਾ? ਇਹੋ ਜਿਹੇ ਕਲਟ ਫਿਗਰ ਤੋਂ ਅੰਦਰ ਦੀ ਜਿਹੜੇ ਪਾਰਟੀ ਦੇ ਪੋਲੀਟੀਸ਼ੀਅਨਸ ਹੁੰਦੇ ਆ ਉਹ ਵੀ ਇਨਸਿਕਿਉਰ ਹੋ ਜਾਂਦੇ ਆ। ਤੁਹਾਨੂੰ ਲੱਗਦਾ ਖਤਰਾ ਪੈਦਾ ਹੋਏਗਾ ਇੱਥੇ? ਖਤਰਾ ਤਾਂ ਹੈ ਜੀ। ਸੀਨੀਅਰ ਲੀਡਰਸ਼ਿਪ ਨੇ ਕਿਹਾ ਗੈਂਗਸਟਰ ਲਿਆਂਦਾ ਕਹਿੰਦੇ ਸਿਆਸਤ 'ਤੇ। ਉਹਨੂੰ ਗੈਂਗਸਟਰ ਉਹਨੂੰ ਕਿਸ ਵੇ ਨਾਲ ਕਹਿ ਰਹੇ ਨੇ ਮੈਨੂੰ ਇਹ ਨਹੀਂ ਸਮਝ ਆਉਂਦਾ। ਫਿਰ ਜੇ ਗੈਂਗਸਟਰ ਸੀ ਤੁਸੀਂ ਫੜਿਆ ਕਿਉਂ ਨਹੀਂ 4.5 ਸਾਲ? ਮੈਂ ਉਹੀ ਗੱਲ ਪੁੱਛਦਾ ਨਾ, ਚਲੋ ਮੈਨੂੰ ਲੱਗਦਾ ਮੇਰੇ ਗੀਤਾਂ ਕਰਕੇ ਮੈਨੂੰ ਕਹਿੰਦੇ ਨੇ ਉਹ ਗੈਂਗਸਟਰ ਹੈ। ਕੈਪਟਨ ਸਾਹਿਬ ਨਾਲ ਲੱਗਦਾ ਸਾਲ ਕੁ ਹੋ ਗਿਆ, 50-60 ਕਲਾਕਾਰ ਸੱਦੇ ਹੋਣਗੇ, ਬੜੇ ਕਲਾਕਾਰ, ਸਾਰੀ ਇੰਡਸਟਰੀ ਹੋਈ ਸੀ ਉੱਥੇ, ਮੈਂ ਨਹੀਂ ਸੀ ਇਕੱਲਾ, ਹੈ ਨਾ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਉਹ ਕਿਹੜਾ ਸ਼ਬਦ ਕੀਰਤਨ ਕਰਦੇ ਨੇ। ਉਹ ਵੀ ਤਾਂ ਉਹੋ ਜਿਹੇ ਗਾਣੇ ਗਾਉਂਦੇ ਨੇ ਜਿਹੋ ਜਿਹੇ ਮੈਂ ਗਾਉਣਾ। ਫਿਰ ਤੁਸੀਂ ਗੈਂਗਸਟਰ ਨਾਲ ਫੋਟੋਆਂ ਕਿਉਂ ਪਾਉਂਦੇ ਹੋ? ਅੱਛਾ, ਤੁਹਾਨੂੰ ਚਰਨਜੀਤ ਸਿੰਘ ਚੰਨੀ ਬੜੇ ਪਸੰਦ ਨੇ, ਜਿਸ ਤਰੀਕੇ ਦੇ ਨਾਲ ਉਹ ਕੰਮ ਕਰਦੇ ਆ। ਤੁਸੀਂ ਇੱਕ ਇੰਟਰਵਿਊ ਦੇ ਦੌਰਾਨ ਗੱਲ ਹੈ, ਆਪਾਂ ਨੂੰ ਹੁਣ ਕਿਸੇ ਦੇ ਮਨ 'ਚ ਤਾਂ ਆਪਾਂ ਕਦੇ ਕਿਸੇ ਦੇ ਵੜ ਨਹੀਂ ਸਕਦੇ। ਆਪਣੇ ਕੋਲ ਤਾਂ ਕੋਈ ਕੀ ਹੈ, ਮੈਨੂੰ ਜੋ ਬੰਦੇ 'ਚ ਚੰਗੀ ਚੀਜ਼ ਲੱਗਦੀ ਵੀ ਉਹ ਹੰਬਲ ਹੈ, ਸਾਰਿਆਂ ਨੂੰ ਮਿਲਦਾ ਹੈ। ਰਾਈਟ ਲਿਸਟ ਬੁਲਾਉਂਦਾ ਤਾਂ ਹੈ, ਪਹਿਲਾਂ ਕਿਹਨੇ ਬੁਲਾਇਆ ਆ ਕੇ? ਕਿੰਨੇ ਮੁੱਖ ਮੰਤਰੀ ਆਏ, ਕੌਣ ਬੁਲਾਉਂਦਾ ਆ ਕੇ? ਕਿਸੇ ਨੂੰ ਕੋਈ ਨਹੀਂ ਬੁਲਾਉਂਦਾ। ਤੁਸੀਂ ਇੱਕ ਸਟੇਜ ਸ਼ੋਅ 'ਤੇ ਕਹਿ ਰਹੇ ਸੀਗੇ ਕਿ ਹਰ ਬੰਦੇ ਦੀ ਇੱਕ ਐਕਸਪਾਇਰੀ ਡੇਟ ਫਿਕਸ ਹੈਗੀ ਆ ਇਸ ਲਾਈਨ ਦੇ ਵਿੱਚ। ਹਾਂਜੀ ਹਾਂਜੀ। ਕਿਤੇ ਐਂ ਤਾਂ ਨਹੀਂ ਸਿੱਧੂ ਸਾਹਿਬ ਕਿ ਤੁਹਾਨੂੰ ਪਤਾ ਹੈ ਕਿ ਇੱਕ ਨਾ ਇੱਕ ਦਿਨ ਇਹੋ ਜਿਹਾ ਦੌਰ ਵੀ ਆਏਗਾ ਜਿੱਥੇ ਮੇਰੇ ਤੋਂ ਅੱਗੇ ਕੋਈ ਹੋਰ ਆਏਗਾ ਜਿਹਨੂੰ ਲੋਕ ਪਸੰਦ ਕਰਨਗੇ, ਅਤੇ ਪੋਲੀਟਿਕਸ ਇੱਕ ਇਹੋ ਜਿਹੀ ਸੇਫ ਸਾਈਡ ਹੈਗੀ ਜਿੱਥੇ ਬੈਠ ਕੇ ਅਸੀਂ ਨਾਮ ਵੀ ਕਮਾਈ ਚੱਲਾਂਗੇ, ਕੰਮ ਵੀ ਕਰੀ ਚੱਲਾਂਗੇ, ਅਤੇ ਆਪਣਾ ਜਿਹੜਾ ਵਕਤ ਹੈਗਾ ਉਹ ਵੀ ਹੰਢਾ ਲਾਂਗੇ। ਕਿ ਜੋ ਤੁਹਾਡੀ ਪਰਸਨੈਲਿਟੀ ਹੈ, ਜੋ ਤੁਹਾਡੇ ਕਰੈਕਟਰਿਸਟਿਕਸ ਨੇ, ਉਸ ਆਈਡੀਓਲੋਜੀ ਦੇ ਨਾਲ ਤਾਲਮੇਲ ਬਿਠਾ ਲੈਣਗੇ? ਉਹ ਐਡਾ ਛੋਟਾ ਕਿਸ ਦਾ ਮਾਇਨਾ ਨਹੀਂ ਹੁੰਦਾ। ਮੇਰਾ ਐਡਾ ਛੋਟਾ ਮਾਈਂਡ ਸੈੱਟ ਨਹੀਂ, ਜਾਂ ਮੈਂ ਐਡਾ ਕਮਜ਼ੋਰ ਦਿਲ ਆਦਮੀ ਨਹੀਂ ਹੈਗਾ ਵੀ ਮੈਂ ਇਹਨਾਂ ਚੀਜ਼ਾਂ ਤੋਂ ਭੱਜੂੰਗਾ। ਕਿ ਮੈਂ ਕੰਪਰੋਮਾਈਜ਼ ਨਹੀਂ ਕਰਾਂਗਾ ਜਿੱਥੇ ਜ਼ਮੀਰ ਦੀ ਗੱਲ ਆਏਗੀ। ਪਰ ਸਿਆਸਤ ਬਿਲਕੁਲ ਡਿਫਰੈਂਟ ਹੈ। ਸਿਆਸਤ ਦੇ ਵਿੱਚ ਜਦੋਂ ਤੁਸੀਂ ਪੈਰ ਰੱਖਦੇ ਹੋ, ਤੁਹਾਨੂੰ ਦੁਸ਼ਮਣ ਨੂੰ ਵੀ ਦੋਸਤ ਬਣਾਉਣਾ ਪੈਂਦਾ। ਕਈ ਵਾਰੀ ਦੋਸਤੀ ਨੂੰ ਵੀ ਇਸ ਤਰੀਕੇ ਦੇ ਨਾਲ ਸ਼ੋਅ ਕਰਨਾ ਪੈਂਦਾ ਕਿ ਸਾਹਮਣੇ ਵਾਲਾ ਸਾਡਾ ਦੁਸ਼ਮਣ ਹੈ। ਇੰਨੇ ਮੋਢੇ ਕਮਜ਼ੋਰ ਨਹੀਂ ਹੈਗੇ ਮੈਂ ਭਾਰ ਨਾ ਚੱਕ ਸਕਾਂ। ਮੈਨੂੰ ਲੱਗਦਾ ਮੈਂ ਕਾਬਲਾਂ ਤਾਂ ਹੀ ਇਹਨਾਂ ਭਾਰ ਮੇਰੇ ਮੋਢਿਆਂ 'ਤੇ ਆਇਆ। ਸੁਰਜੀਤ ਪਾਤਰ ਸਾਹਿਬ ਫਰਮਾਉਂਦੇ ਨੇ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ। ਯੁਗਾਂ ਤੋਂ ਕਾਫਲੇ ਆਉਂਦੇ, ਇਸ ਸੱਚ ਦੇ ਗਵਾਹ ਬਣਦੇ। ਇਹ ਤਪਦੀ ਰੇਤ ਦੱਸਦੀ ਏ ਕਿ ਸਫ਼ਰ ਠੀਕ ਹੈ ਮੇਰਾ। ਇਹ ਤਪਦੀ ਰੇਤ ਦੱਸਦੀ ਏ ਕਿ ਰਸਤਾ ਠੀਕ ਹੈ ਮੇਰਾ। ਸੜਦੇ ਪੈਰ, ਠਰਦੇ ਦਿਲ, ਇਸ ਸੱਚ ਦੇ ਗਵਾਹ ਬਣਦੇ। ਤੁਸੀਂ ਰੋਜ਼ਾਨਾ ਸਪੋਕਸਮੈਨ ਦੇ ਨਾਲ ਜੁੜ ਚੁੱਕੇ ਹੋ। ਮੇਰਾ ਨਾਮ ਹੈ ਲੰਕੇਸ਼ ਤ੍ਰਿਖਾ, ਤੁਹਾਡਾ ਸਾਰਿਆਂ ਦਾ ਹਮੇਸ਼ਾ ਦੀ ਤਰ੍ਹਾਂ ਇਸਤਕਬਾਲ ਕਰਦਾ। ਯੂਪੀ ਦੀ ਸਿਆਸਤ ਦਾ ਵੱਡਾ ਨਾਮ ਅਖਿਲੇਸ਼ ਯਾਦਵ। ਅਖਿਲੇਸ਼ ਯਾਦਵ ਨੇ ਇੱਕ ਵਾਰ ਮੰਚ ਤੋਂ ਇਹ ਕਿਹਾ ਸੀਗਾ, ਦਾ ਵਨ ਹੂ ਇਜ਼ ਐਟ ਦਾ ਟੌਪ ਇਜ਼ ਆਲਵੇਜ਼ ਅਲੋਨ। ਪੰਜਾਬ ਦੀ ਸਿਆਸਤ ਭਖਦੀ ਪਈ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਮੋੜ ਆ ਰਹੇ ਨੇ। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ 59-11 ਇਹ ਉਹ ਸ਼ਖਸ ਹੈ ਜਿਸਨੇ ਰੁਤਬਾ ਹਾਸਲ ਕੀਤਾ ਹੈ, ਲੇਕਿਨ ਕੁਰਬਾਨੀਆਂ ਵੀ ਦੇਣੀਆਂ ਪੈਂਦੀਆਂ। ਬਹੁਤ ਕੁਝ ਹਾਸਲ ਕਰਨ ਦੇ ਲਈ ਉਸ ਤੋਂ ਪਹਿਲਾਂ ਸੈਕਰੀਫਾਈਸਿਸ ਕਰਨੇ ਪੈਂਦੇ ਆ, ਕੁਰਬਾਨੀਆਂ ਦੇਣੀਆਂ ਪੈਂਦੀਆਂ, ਕੰਪਰੋਮਾਈਜ਼ਸ ਕਰਨੇ ਪੈਂਦੇ ਆ, ਤਾਂ ਕਿਤੇ ਜਾ ਕੇ ਮਿਸਾਲ ਕਾਇਮ ਹੁੰਦੀ ਹੈ। ਪਿੰਡ ਮੂਸਾ ਆਏ ਆ, ਸਿੱਧੂ ਮੂਸੇਵਾਲਾ ਸਾਡੇ ਨਾਲ ਨੇ। ਮੂਸੇਵਾਲਾ ਸਾਹਿਬ, ਸਤਿ ਸ਼੍ਰੀ ਅਕਾਲ। ਮੈਂ ਸੋਚਿਆ ਸੀਗਾ ਕਿ ਚਿੱਟਾ ਕੁੜਤਾ ਪਜਾਮਾ ਧਾਰਨ ਕਰ ਲਿਆ ਹੋਣਾ।
नहीं 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 हाले नहीं चिट्टा कुर्ता पजामा तो सारी पाई फिरदे आ थोड़ा जिहा चेंज कीता हाँ हर तरीके नाल रेवोल्यूशन लियाना सियासत दे विच नहीं चिट्टे 27 साल की उम्र है हाँ यार एज इज जस्ट 27 जी और जो 27 की एज होंगी है ਉਹਦੇ ਵਿੱਚ ਬੰਦਾ क्रांतिकारी सोच रखता है रेवोल्यूशनरी सोच रखता है जी ਉਹਨੂੰ ਐ ਲੱਗਦਾ कि मैं एक बारी कदम धरन की देर है तो मैं सिस्टम बदल के रख दांगा जी लेकिन जो बंदा प्रवेश करता है एंट्री करता है जी तो चीज़ां बदलदियां नज़र आंदियां नहीं चीज़ों का तो ਆਪਾਂ ਨੂੰ ਪਹਿਲਾਂ ਹੀ पता है भी ਇੱਕੋ ਦਮ बदलਣ ਵਾਲੀਆਂ ਚੀਜ਼ਾਂ ਤਾਂ ਇਹ ਹੈ ਨਹੀਂ ਹੈ ਨਾ ਸੋ ਉਸ ਲਈ ਠਰਮਾ ਵੀ ਜ਼ਰੂਰੀ ਹੈ ਇੱਕੋ ਦਮ ਤਾਂ ਕੁਝ ਨਹੀਂ ਬਦਲਦਾ ਪਰ ਇਹ ਹੈ ਵੀ ਆਪਾਂ ਕਹਿੰਦੇ ਹੁੰਦੇ ਨਾ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਟੂਪਾਕ ਨੇ ਬੜੀ ਵਧੀਆ ਗੱਲ ਕਹੀ ਸੀ ਕਹਿੰਦਾ ਮੈਂ ਕਦੇ ਇਹ ਨਹੀਂ ਚੀਜ਼ ਸੋਚਦਾ ਵੀ ਮੈਂ ਸਾਰੀ ਦੁਨੀਆ ਨੂੰ ਬਦਲ ਦੂੰ ਪਰ ਮੈਂ ਇੱਕ ਇਹੋ ਜਿਹਾ ਮਾਈਂਡ ਸਪਾਰਕ ਜ਼ਰੂਰ ਕਰੂੰਗਾ ਜਿਹੜਾ ਸਾਰੀ ਦੁਨੀਆ ਨੂੰ ਬਦਲਣ ਦੀ ਹਿੰਮਤ ਰੱਖਦਾ ਹੋਊਗਾ ਸੋ ਅਸੀਂ ਸ਼ਾਇਦ ਮੇਰੇ ਆਉਣ ਨਾਲ ਕੁਝ ਨਾ ਕੁਝ ਕਿਸੇ 4-5 ਬੰਦੇ ਹੋਰ ਉੱਦਾਂ ਕਰਨਗੇ ਵੀ ਕੁਝ ਨਾ ਕੁਝ ਚੰਗਾ ਕਰਨਾ ਜਾਂ ਕੁਝ ਦੇਖ ਕੇ ਹੈ ਨਾ ਤੇ ਵੀ ਕੋਸ਼ਿਸ਼ ਤਾਂ ਹੈਗੀ ਹੈ ਸਾਡੀ ਜਦੋਂ ਦਾ ਇੱਥੇ ਖੜਾ ਹੋਇਆ ਮੈਂ ਬਹੁਤ ਕੁਝ ਆਬਜ਼ਰਵ ਕਰ ਰਿਹਾ ਨੋਟਿਸ ਕਰ ਰਿਹਾ ਬਜ਼ੁਰਗ ਬੈਠੇ ਇੱਕ ਪਾਸੇ ਨੌਜਵਾਨ ਆਉਂਦੇ ਆ ਤੁਹਾਡੇ ਨਾਲ ਫੋਟੋਆਂ ਵੀ ਕਰਵਾ ਰਹੇ ਤਸਵੀਰਾਂ ਵੀ ਕਰਵਾ ਰਹੇ ਆ ਜੀ ਜਦੋਂ ਮੈਂ ਉਹ ਚੀਜ਼ਾਂ ਦੇਖਦਾ ਉਹ ਤਸਵੀਰਾਂ ਜਦੋਂ ਮੈਂ ਦੇਖਦਾ ਤੇ ਮੈਨੂੰ ਐਂ ਲੱਗਦਾ ਕਿ ਇਹਨਾਂ ਮੋਢਿਆਂ ਤੇ ਭਾਰ ਬਹੁਤ ਵੱਡਾ ਭਾਰ ਤਾਂ ਹੈਗਾ ਹੀ ਹੈ ਜੀ ਹਜੇ ਲੋਕਾਂ ਨੂੰ ਦੇਖਣ ਨਹੀਂ ਲੱਗਿਆ ਪਰ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਸ਼ਾਇਦ ਮੇਰੀ ਪਲੇਸ ਤੇ ਆਉਣਗੇ ਤਾਂ ਸ਼ਾਇਦ ਉਹਨਾਂ ਨੂੰ ਦੇਖੂਗਾ ਵੀ ਇਹ ਕਿਸ ਚੀਜ਼ ਬਾਰੇ ਗੱਲ ਕਰ ਰਿਹਾ ਤਾਂ ਇਹਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਰਾਈਟ ਨਾਓ ਹਾਂ ਭਾਰ ਤਾਂ ਹੈਗਾ ਜਿਵੇਂ ਆਪਾਂ ਆਫ ਦਾ ਟੌਪਿਕ ਗੱਲ ਕਰਦੇ ਸੀ ਭਾਰ ਇਹਨਾਂ ਲੋਕਾਂ ਦਾ ਪਿੰਡਾਂ ਦਾ ਇਸ ਇਲਾਕੇ ਦਾ ਸਾਡੀ ਜਿਹੜੀਆਂ ਤਰਾਸਦੀਆਂ ਨੇ ਉਹਨਾਂ ਦਾ ਭਾਰ ਕੁਛ ਕੁ ਮੇਰੇ ਆਪਣੇ ਸੈਂਟੀਮੈਂਟਸ ਨੇ ਜੋ ਮੈਂ ਲੋਕਾਂ ਸੁਣ ਰਿਹਾ ਉਹਨਾਂ ਦਾ ਭਾਰ ਪਰ ਮੈਂ ਇੰਨੇ ਮੋਢੇ ਕਮਜ਼ੋਰ ਨਹੀਂ ਹੈਗੇ ਮੈਂ ਭਾਰ ਨਾ ਚੱਕ ਸਕਾਂ ਮੈਨੂੰ ਲੱਗਦਾ ਮੈਂ ਕਾਬਲਾਂ ਤਾਂ ਹੀ ਇਹਨਾਂ ਭਾਰ ਮੇਰੇ ਮੋਢਿਆਂ 'ਤੇ ਆਇਆ ਹੈ ਜਿੱਥੋਂ ਤੱਕ ਤੁਹਾਡੀ ਪਰਸੈਪਸ਼ਨ ਬਣੀ ਹੋਈ ਹੈ ਲੋਕਾਂ ਦੇ ਵਿੱਚ ਉਹ ਕਹਿੰਦੇ ਨੇ ਕਿ ਸਿੱਧੂ ਇੱਕ ਇਹੋ ਜਿਹੀ ਸ਼ਖਸੀਅਤ ਹੈ ਜਿਸ ਦੇ ਕੋਲ ਜਾਂ ਜਿਸ ਦੀ ਡਿਕਸ਼ਨਰੀ ਦੇ ਵਿੱਚ ਵੋਕੈਬੂਲਰੀ ਦੇ ਵਿੱਚ ਕੰਪਰੋਮਾਈਜ਼ ਸ਼ਬਦ ਨਹੀਂ ਹੈਗਾ ਕਿ ਮੈਂ ਕੰਪਰੋਮਾਈਜ਼ ਨਹੀਂ ਕਰਾਂਗਾ ਜਿੱਥੇ ਜ਼ਮੀਰ ਦੀ ਗੱਲ ਆਏਗੀ ਜੀ ਪਰ ਸਿਆਸਤ ਬਿਲਕੁਲ ਡਿਫਰੈਂਟ ਹੈ ਸਿਆਸਤ ਦੇ ਵਿੱਚ ਜਦੋਂ ਤੁਸੀਂ ਪੈਰ ਰੱਖਦੇ ਹੋ ਤੁਹਾਨੂੰ ਦੁਸ਼ਮਣ ਨੂੰ ਵੀ ਦੋਸਤ ਬਣਾਉਣਾ ਪੈਂਦਾ ਕਈ ਵਾਰੀ ਦੋਸਤੀ ਨੂੰ ਵੀ ਇਸ ਤਰੀਕੇ ਦੇ ਨਾਲ ਸ਼ੋਅ ਕਰਨਾ ਪੈਂਦਾ ਕਿ ਸਾਹਮਣੇ ਵਾਲਾ ਸਾਡਾ ਦੁਸ਼ਮਣ ਹੈ ਨਹੀਂ ਕੰਪਰੋਮਾਈਜ਼ ਗਲਤ ਤੇ ਸਹੀ ਨਾਲ ਨਹੀਂ ਕਰੂੰਗਾ ਬੰਦਿਆਂ ਨਾਲ ਸ਼ਾਇਦ ਕਰ ਜਾ ਪਰ ਜਿੱਥੇ ਗਲਤ ਹੋਊ ਜੋ ਸਹੀ ਹੋਊਗਾ ਸਹੀ ਤੇ ਗਲਤ ਵਿਚਾਲੇ ਕੋਈ ਕੰਪਰੋਮਾਈਜ਼ ਨਹੀਂ ਠੀਕ ਹੈ ਨਾ ਜਿਹੜੀ ਚੀਜ਼ ਸਹੀ ਹੈ ਉਹ ਹਮੇਸ਼ਾ ਹੀ ਸਹੀ ਕਹੂੰਗਾ ਜਿਹੜੀ ਗਲਤ ਆ ਉਹ ਤਾਂ ਗਲਤ ਪਹਿਲਾਂ ਵੀ ਕਹਿੰਦਾ ਰਿਹਾ ਹੁਣ ਵੀ ਕਹੂੰਗਾ ਅੱਗੇ ਵੀ ਕਹੂੰਗਾ ਸੋ ਅਸੀਂ ਸਿਆਸਤ ਦੇ ਵਿੱਚ ਸਿਆਸਤ ਕਰਨ ਆਏ ਨਹੀਂ ਹੈਗੇ ਹੈ ਨਾ ਜੇ ਮੈਂ ਸਿਆਸਤ ਦੇ ਵਿੱਚ ਆਇਆ ਮੈਨੂੰ ਇਹ ਥੋੜ੍ਹੀ ਹੈ ਇਹ ਬੱਤੀ ਵਾਲੀ ਗੱਡੀ ਲੈ ਲਾਂਗੇ ਫਲਾਨਾ ਲੈ ਲਾਂਗੇ ਧਮਕਾ ਲੈ ਲਾਂਗੇ ਹੈ ਨਾ ਠੀਕ ਆ ਉਹ ਚੀਜ਼ਾਂ ਤਾਂ ਚੱਲਦੀਆਂ ਨੇ ਉਹ ਤਾਂ ਮੇਰੇ ਕੋਲ ਪਹਿਲਾਂ ਵੀ ਸਿਕਿਉਰਿਟੀ ਪਹਿਲਾਂ ਵੀ ਹੈਗੀ ਮੇਰੇ ਕੋਲ ਹੈ ਨਾ ਵੀ ਸਾਰੀਆਂ ਚੀਜ਼ਾਂ ਉਹ ਤਾਂ ਚਲੋ ਠੀਕ ਹੈ ਆਪਾਂ ਹਾਸੇ ਮਜ਼ਾਕ ਲਈ ਗੱਲਾਂ ਕਰਦੇ ਹਾਂ ਕੱਲ੍ਹ ਨੂੰ ਮੈਂ ਗਾਣਿਆਂ 'ਚ ਵੀ ਕਹੂੰਗਾ ਹੈ ਨਾ ਵੀ ਜਾ ਆਏ ਆ ਵੀ ਬੱਤੀ ਵਾਲੀ ਕਾਰ ਹੈ ਫਲਾਨਾ ਧਮਕਾ ਠੀਕ ਆ ਯਾਰ ਇਹ ਕੋਈ ਇਸ਼ੂ ਨਹੀਂ ਹੈਗਾ ਨਾ ਉਹ ਵੱਖਰਾ ਲੈਦਾ ਪਰ ਵੀ ਜੋ ਚੀਜ਼ਾਂ ਵਾਸਤੇ ਲੋਕ ਆਉਂਦੇ ਲੋਕ ਫੇਮ ਪਿੱਛੇ ਆਉਂਦੇ ਨਾਮ ਪਿੱਛੇ ਆਉਂਦੇ ਪੈਸੇ ਪਿੱਛੇ ਆਉਂਦੇ ਮੇਰੇ ਰੀਜ਼ਨਸ ਨਹੀਂ ਹੈਗੇ ਇਸ ਚੀਜ਼ ਲਿਆਉਣ ਦੇ ਮੇਰੇ ਰੀਜ਼ਨਸ ਕੁਛ ਹੋਰ ਨੇ ਹੈ ਨਾ ਮੈਂ ਆਪਣੇ ਥੋੜ੍ਹੇ ਜਿਹੇ ਲੋਕਾਂ ਵਾਸਤੇ ਆਇਆ ਹੈ ਨਾ ਕੁਛ ਸਾਡੀਆਂ ਪ੍ਰੋਬਲਮਸ ਨੇ ਉਹਨਾਂ ਵਾਸਤੇ ਆਇਆ ਹੈ ਨਾ ਕਿਉਂਕਿ ਸਾਨੂੰ ਹਜੇ ਤੱਕ ਸਾਡੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਅਸੀਂ ਪੰਜਾਬ 'ਚ ਹਾਂ ਹਰਿਆਣੇ 'ਚ ਕਿਉਂਕਿ ਸਾਨੂੰ ਪੰਜਾਬ ਵਾਲਿਆਂ ਨੇ ਤਾਂ ਸਾਨੂੰ ਕਦੇ ਇਸ ਚੀਜ਼ ਦਾ ਮਹਿਸੂਸ ਹੀ ਨਹੀਂ ਹੋਣ ਦਿੱਤਾ ਭਾਈ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈਗੀ ਹੈ ਕਿ ਨਹੀਂ ਹੈਗੀ ਇੱਥੇ ਕਿੰਨੇ ਵਾਰੀ CM ਆਉਂਦਾ ਰੈਲੀਆਂ ਜ਼ਰੂਰ ਹੁੰਦੀਆਂ ਨੇ ਮੁੜ ਕੇ ਫਿਰ ਕੋਈ ਨਹੀਂ ਆਉਂਦਾ ਸੋ ਇਹ ਕਈ ਤਰਾਜ਼ੀਆਂ ਨੇ ਕਾਫੀ ਕੁਛ ਡਿਸਕਸ ਕਰਾਂਗੇ ਬੈਠਾਂਗੇ ਉਹ ਗੱਲਾਂ ਬਾਤਾਂ ਕਰਾਂਗੇ ਕੋਸ਼ਿਸ਼ ਕਰੋ ਆਓ ਫਿਰ ਬੈਠਦੇ ਹਾਂ ਜੀ ਇਹ ਸਵਾਰੀ ਹੈ ਸਾਹਿਬ ਸਾਨੂੰ ਲੈ ਕੇ ਚੱਲਣਗੇ ਆਪਣੇ ਟਿਕਾਣੇ ਤੇ ਉੱਥੇ ਬੈਠ ਕੇ ਗੱਲਬਾਤ ਕਰਾਂਗੇ ਉਹਨਾਂ तमाम ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ ਉਹ ਸਵਾਲ ਜ਼ਰੂਰ ਪੁੱਛੇ ਜਾਣਗੇ ਜੋ ਸਵਾਲ ਇਸ ਵਕਤ ਫਿਜ਼ਾ ਦੇ ਵਿੱਚ ਗੂੰਜਦੇ ਪਏ ਆ ਆ ਜਾਓ ਆ ਨਾਲੀਆਂ ਇਹ ਗਲੀਆਂ ਇਹ ਰਸਤੇ ਇਹਦੇ ਨਾਲ ਯਾਦਾਂ ਤਾਂ ਜੁੜੀਆਂ ਹੋਈਆਂ ਲੇਕਿਨ ਜਦੋਂ ਤੁਸੀਂ ਬਾਹਰਲੇ ਮੁਲਕਾਂ 'ਚ ਜਾਂਦੇ ਹੋ ਵੱਡੇ ਵੱਡੇ ਸ਼ੋਅ ਕਰਦੇ ਹੋ ਉੱਥੋਂ ਦੀਆਂ ਤਸਵੀਰਾਂ ਜਦੋਂ ਆਪਣੇ ਨਾਲ ਇੱਕ ਮਾਲਾ 'ਚ ਪਰੋ ਕੇ ਲੈ ਕੇ ਆਉਂਦੇ ਹੋ ਤਾਂ ਆ ਕੇ ਇੱਥੇ ਪਤਾ ਲੱਗਦਾ ਕਿ ਕਿੰਨਾ ਵੱਡਾ ਡਿਫਰੈਂਸ ਹੈਗਾ ਨਹੀਂ ਸਗੋਂ ਨਹੀਂ ਮੈਨੂੰ ਇੱਥੇ ਤਾਂ ਰਹਿਣਾ ਬਹੁਤ ਪਸੰਦ ਆ ਤਾਂ ਹੀ ਤਾਂ ਬੰਦਾ ਹਮੇਸ਼ਾ ਉੱਥੇ ਜਾ ਕੇ ਵਸਦਾ ਹੁੰਦਾ ਜਿੱਥੇ ਉਹਨੂੰ ਕੰਫਰਟੇਬਿਲਟੀ ਤੇ ਪਿਆਰ ਮਿਲਦਾ ਮੈਨੂੰ ਇੱਥੇ ਦੋਨੇ ਚੀਜ਼ਾਂ ਬਹੁਤ ਵਧੀਆ ਮਿਲਦੀਆਂ ਲੋਕ ਇੰਨਾ ਪਿਆਰ ਕਰਦੇ ਨੇ ਸਵੇਰੇ ਉੱਠਦੇ ਹੁੰਦਾ 100 ਜਣਾ ਦਰਵਾਜ਼ੇ 'ਚ ਖੜਾ ਹੁੰਦਾ ਸਾਰੇ ਜਣੇ ਮਿਲਣ ਵਾਸਤੇ ਤੇ ਚੰਗਾ ਲੱਗਦਾ ਯਾਰ ਵਧੀਆ ਲੱਗਦਾ ਆਪਦੇ ਇਲਾਕੇ 'ਚ ਆਪਦੇ ਲੋਕਾਂ ਨਾਲ ਰਹਿਣਾ ਦੈਟਸ ਅ ਬਲੈਸਿੰਗ ਹਾਂ ਨਹੀਂ ਮੈਂ ਸਵਾਲ ਕਰਨਾ ਚਾਹ ਰਿਹਾ ਸੀਗਾ ਕਿ ਡਿਵੈਲਪਮੈਂਟ ਦੇ ਇਸ਼ੂਸ ਹੈ ਨਾ ਲੋਕਾਂ ਦੀਆਂ ਤਾਂ ਭਾਵਨਾਵਾਂ ਹੁੰਦੀਆਂ ਹੋਣਗੀਆਂ ਕਿ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਚੀਜ਼ਾਂ ਬਦਲਣੀਆਂ ਚਾਹੀਦੀਆਂ ਤੁਸੀਂ ਕਹਿੰਦੇ ਹੋ ਕਿ ਇੱਥੇ ਯੂਨੀਵਰਸਿਟੀ ਨਹੀਂ ਹੈਗੀ ਹੈ ਤਲਵੰਡੀ ਜਾਣਾ ਪੈਂਦਾ ਪੜ੍ਹਨ ਦੇ ਬੱਚਿਆਂ ਨੂੰ ਪ੍ਰੋਬਲਮ ਪਤਾ ਕੀ ਗੱਲ ਹੈ ਡਿਵੈਲਪਮੈਂਟ ਦਾ ਸਾਡਾ ਨਾ ਸਰਕਾਰੀ ਢਾਂਚਾ ਵੀ ਕੁਛ ਇਸ ਤਰੀਕੇ ਨਾਲ
जो पहला सरपंची तो पहला सानू ये लगता ਹੁੰਦਾ भी पैसे लियावांगे मिनटों मिनटी पर उन्होंने यानी कि ਜਿਹੜੀਆਂ सरकारी फॉर्मैलिटीज़ ही ਇੰਨੀਆਂ ਨੇ ना भी ਜਿਹੜੀਆਂ भी 4 दिन पहला अप्रूवल बनाओ प्रपोजल्स बनाओ फिर उदों कोई अफसर छुट्टी ले गया कोई सैकटरी छुट्टी ले गया कदे कोई उहदा रौला भी ये काम बहुत ही ज़्यादा जे सरपंच लैवल ते इन्ने औखे ने तो बड़े लैवल ते किन्ने औखे होणगे है ना जो एक हल्के दे विच 63 पिंड आ गए 2 शहर आ गए है ना 2.5 ਲੱਖ ਬੰਦਾ आ गया 2.5 ਲੱਖ ਬੰਦੇ ਦੀ ਵੋਟ तो 2.5 ਲੱਖ ਨੂੰ ਕਿਵੇਂ ਸੈਟੀਸਫਾਈ ਕਰਨਾ ਦੈਟਸ ਅ ਵੈਰੀ ਇੰਪੋਰਟੈਂਟ ਥਿੰਗ ਐਂਡ ਬਿਗ ਥਿੰਗ ਜਦੋਂ ਤਾਹਾਂ ਤੋਂ ਚੀਜ਼ਾਂ ਆਉਂਦੀਆਂ ਨੇ ਨਾ ਰੌਲਾ ਇਹ ਨਹੀਂ ਹੈਗਾ ਵੀ ਕੋਈ ਪੈਸਾ ਲਾ ਕੇ ਰੱਖਣੀ ਪੈਸਾ ਲਾ ਕੇ ਸਾਰੇ ਰਾਜੀ ਨੇ ਰੌਲਾ ਉਹ ਸਰਕਾਰੀ ਢਾਂਚੇ ਨਾਲ ਹੀ ਇਸ ਤਰੀਕੇ ਨਾਲ ਇੰਨਾ ਲੇਟ ਹੋ ਜਾਂਦਾ ਜੇ ਫੰਡ ਆ ਗਏ ਨੇ ਕਈ ਵਾਰੀ ਉਹ ਟਾਈਡ ਫੰਡ ਆ ਜਾਂਦੇ ਨੇ ਉਹ ਅਨਟਾਈਡ ਹੁੰਦੇ 6 ਮਹੀਨੇ ਲਾ ਦਿੰਦੇ ਨੇ ਸੋ ਵੀ ਕੁਝ ਨਾ ਕਿਤੇ ਮੈਨੂੰ ਇਹ ਲੱਗਦਾ ਵੀ ਸਰਕਾਰੀ ਢਾਂਚਾ ਵੀ ਥੋੜ੍ਹਾ ਬਹੁਤ ਸੈੱਟ ਕਰਨ ਵਾਲਾ है ना भी वो सोधा अमेंडमेंट इस हिसाब नाल कीतियां ना भी बस ऑनलाइन होवे भी भाई इन्ने पैसे आ गए इन्ने टाइम दे विच खर्चने है ना सो भी थोड़ा लिखती पढ़ती थोड़ा जिहा सरकारी सिस्टम सैट करने वाला हाँ तो जो भी टाइम नाल सारे पैसे लग उन्होंने कई काम कीते पिंड है ना बदलांगे दौर तो गल किहड़ी कही है हाँ वही जगह बदल रहा दौर बदल रहा जी बदलूगा ਜਦੋਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਆਪਣੀ ਮਿਹਨਤ ਨੂੰ ਦੇਖਦੇ ਹੋ ਮਿਹਨਤ ਦਾ ਫਲ ਦੇਖਦੇ ਹੋ ਤੇ ਅੰਤਰਾਤਮਾ ਵੀ ਕੁਝ ਕਹਿੰਦੀ ਹੋਣੀ ਆ ਵਧੀਆ ਲੱਗਦਾ ਵੀਰੇ ਜਦੋਂ ਤੁਹਾਡੀ ਕਿਸੇ ਹੱਕ ਦੀ ਕਮਾਈ ਨਾਲ ਜੋ ਤੁਸੀਂ ਕੁਝ ਨਾ ਕੁਝ ਸਿਸਟਮ ਸੈੱਟ ਕਰਦੇ ਹੋ ਨਾ ਤਾਂ ਵਧੀਆ ਲੱਗਦਾ ਇਹੀ ਤਾਂ ਆਪਣੀ ਕਮਾਈ ਹੈ ਅੱਛਾ ਸਿੱਧੂ ਸਾਹਿਬ ਜੀ ਗੱਲ ਦੱਸੋ ਡੈਡਲੀ ਕੰਬੀਨੇਸ਼ਨ ਬਣ ਗਿਆ ਕਾਂਗਰਸ ਦੇ ਵਿੱਚ ਕਿਵੇਂ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਹੈ ਦੂਜੇ ਪਾਸੇ ਤੁਸੀਂ ਹੋ ਜੀ ਤੁਸੀਂ ਗੀਤਾਂ ਰਾਹੀਂ ਆਪਣਾ ਜਿਹੜਾ ਮੈਸੇਜ ਹੈ ਉਹ ਲੋਕਾਂ ਤੱਕ ਪਹੁੰਚਾ ਦਿੰਦੇ ਹੋ ਜੀ ਸਿੱਧੂ ਸਾਹਿਬ ਕੀ ਕਰਦੇ ਆ ਸ਼ਾਇਰੀ ਦੇ ਅੰਦਾਜ਼ ਦੇ ਵਿੱਚ ਜੋ ਮੁੱਦੇ ਚੁੱਕਣੇ ਆ ਜਾਂ ਬੁਲੰਦ ਆਵਾਜ਼ ਕਰਕੇ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਅਗਾਹ ਕਰਨਾ ਉਹ ਕਰ ਦਿੰਦੇ ਆ ਜੀ ਕਾਂਗਰਸ ਨੂੰ ਖਤਰਾ ਤਾਂ ਨਹੀਂ ਪੈਦਾ ਹੋ ਗਿਆ ਨਹੀਂ ਕੁਛ ਇੱਦਾਂ ਦਾ ਨਹੀਂ ਯਾਰ ਜੇ ਕੁਛ ਕੋਈ ਮੈਂ ਤਾਂ ਕਹਿੰਦਾ ਵੀ ਵਧੀਆ ਗੱਲ ਹੈ ਆਪਸ ਦੇ ਵਿੱਚ ਸਾਰਿਆਂ ਦੀ ਕੈਮਿਸਟਰੀ ਵਧੀਆ ਹੋਣੀ ਚਾਹੀਦੀ ਹੈ ਚਾਹੇ ਉਹ ਕੋਈ ਵੀ ਪਾਰਟੀ ਹੋਵੇ ਜੇ ਤੁਸੀਂ ਆਪਸ ਦੇ ਵਿੱਚ ਹੀ ਲੜੀ ਜਾਓਗੇ ਤਾਂ ਆਪਾਂ ਲੋਕਾਂ ਨੂੰ ਕਿਵੇਂ ਸਮਝਾਵਾਂਗੇ ਸਮਝਿਆ ਨਾ ਸੋ ਵਧੀਆ ਮੈਂ ਵਧੀਆ ਉਹ ਬਹੁਤ ਚੰਗੇ ਇਨਸਾਨ ਨੇ ਮੇਰਾ ਵੀ ਵਧੀਆ ਪਿਆਰ ਆ ਉਹਨਾਂ ਨਾਲ ਹੈ ਨਾ ਮਿਲਿਆ ਅਤੇ ਸੋ ਵਧੀਆ ਮੈਂ ਕਹਿੰਦਾ ਵੀ ਰੈਡਲੀ ਕੰਬੀਨੇਸ਼ਨ ਲੋਕਾਂ ਵਾਸਤੇ ਚੰਗਾ ਸਵੇਰਾ ਲੈ ਕੇ ਆਵੇ ਮੈਂ ਜ਼ਿਆਦਾ ਪੋਲੀਟੀਕਲ ਸਵਾਲਾਂ ਵਾਲੇ ਪਾਸੇ ਨਹੀਂ ਜਾਣਾ ਚਾਹੁੰਦਾ ਕਿਉਂਕਿ ਤੁਹਾਡੀ ਪਹਿਲੀ ਪਾਰੀ ਹੈ ਅਤੇ ਮੈਂ ਜ਼ਿਆਦਾ ਚਾਹੁੰਦਾ ਕਿ ਤੁਹਾਡੀ ਓਵਰਆਲ ਪਰਸਨੈਲਿਟੀ ਬਾਰੇ ਕਿ ਹੁਣ ਜੋ ਸਿਆਸਤ ਦੇ ਵਿੱਚ ਐਂਟਰੀ ਹੋਈ ਹੈ ਉਹਦੇ ਨਾਲ ਕੀ ਤਬਦੀਲੀਆਂ ਆਉਣਗੀਆਂ ਜਦੋਂ ਤੁਹਾਡੀ ਪਹਿਲੀ ਮਰਤਬਾ ਇਹਨਾਂ ਨਾਲ ਮੁਲਾਕਾਤ ਹੁੰਦੀ ਹੈ ਰਾਹੁਲ ਗਾਂਧੀ ਹੋਰਾਂ ਦੇ ਨਾਲ ਉਹ ਮੁਲਾਕਾਤ ਬਾਰੇ ਥੋੜ੍ਹਾ ਦੱਸੋ ਮੈਨੂੰ ਵੀ ਦੱਸੋ ਲੋਕਾਂ ਨੂੰ ਵੀ ਦੱਸੋ ਜੋ ਸਾਨੂੰ ਸੁਣਦੇ ਪਏ ਆ ਕੁਛ ਨਹੀਂ ਜੀ ਅਸਲ ਦੇ ਵਿੱਚ ਮੁਲਾਕਾਤ ਹੋਈ ਚਲੋ ਮਿਲਣ ਦਾ ਇਹ ਸਬੱਬ ਬਣਿਆ ਚਲੋ ਸਾਰਾ ਕੁਛ ਹੋਇਆ ਨਾ ਅਤੇ ਮੁਲਾਕਾਤ ਦੇ ਵਿੱਚ ਕੋਈ ਪੋਲੀਟਿਕਸ ਥਿੰਗ ਨਹੀਂ ਅਸੀਂ ਪੁੱਛਣਾ ਮੈਨੂੰ ਕਹਿੰਦੇ ਤੁਸੀਂ ਆਏ ਪੋਲੀਟਿਕਸ 'ਚ ਕਦੋਂ ਆਏ ਹੋ ਕੀ ਰੌਲਾ ਕੀ ਆ ਮੈਂ ਪੋਲੀਟਿਕਸ ਵੀ ਸਾਨੂੰ ਪਤਾ ਹੀ ਨਹੀਂ ਇਹ ਪਹਿਲਾ ਸਵਾਲ ਸੀ ਰਾਹੁਲ ਗਾਂਧੀ ਦਾ नहीं मिले फॉर्मली कैसे हैं आप क्या हाल चाल है आपका क्या ठीक है इस तो पहला ਤੁਹਾਨੂੰ ਜਾਣਦੇ ਸੀ ਗੀਤ ਸੁਣੇ ਉਹਨਾਂ ਨੇ ਤੁਹਾਡੇ ਨਹੀਂ ਮੈਨੂੰ ਲੱਗਦਾ ਮੈਨੂੰ ਨਹੀਂ ਜਾਣਦੇ ਹੋਣਗੇ ਪਰ ਉਹਨਾਂ ਨੂੰ ਪਤਾ ਸੀਗਾ ਵੀ ਹਾਂ ਵੀ ਸਿਸਟਮ ਉਹਨਾਂ ਨੂੰ ਪਤਾ ਸੀ ਨਹੀਂ ਪਤਾ ਸੀ ਲੇਕਿਨ ਉਹਨਾਂ ਦੇ ਸਿਕਿਉਰਿਟੀ ਵਾਲਿਆਂ ਨੂੰ ਤੇ ਪਤਾ ਸੀਗਾ ਕਿ ਤੁਸੀਂ ਕੌਣ ਸਾਰਿਆਂ ਨੇ ਫੋਟੋ ਕਰਵਾਈ ਉੱਥੇ ਸਾਰਿਆਂ ਨੇ ਸੋ ਉਹ ਤਾਂ ਚਲੋ ਹੋਣਾ ਹੀ ਆ ਚਲੋ ਲੋਕਾਂ ਦਾ ਪਿਆਰ ਹੈ ਜੀ ਪਤਾ ਗੱਲ ਕੀ ਉੱਥੇ ਹਾਲ ਵੀ ਕੀ ਰੀਜ਼ਨ ਕੀ ਆ ਮੈਂ 15 ਸਾਲ ਹੋ ਗਏ ਲੋਕਾਂ ਨੂੰ ਉਹਨਾਂ ਧੱਕੇ ਖਾਂਦਿਆਂ ਨੂੰ ਕਿਉਂਕਿ ਉਹਦਾ ਕੁਝ ਬਣ ਹੀ ਨਹੀਂ ਰਿਹਾ ਮੈਂ ਕਦੇ ਲੋਕਾਂ ਨੂੰ ਸਾਡੇ ਏਰੀਆ ਦੇ ਨੂੰ ਐਂ ਲੱਗਣ ਲੱਗ ਜਾਂਦਾ ਵੀ ਪੰਜਾਬ 'ਚ ਕਿ ਹਰਿਆਣੇ 'ਚ ਕਿਉਂਕਿ ਪੰਜਾਬ ਨੇ ਕਦੇ ਸਾਰ ਨਹੀਂ ਲਈ ਸਰਕਾਰਾਂ ਨੇ ਤੁਸੀਂ ਕਾਂਗਰਸ ਦੀ ਆਈਡੀਓਲੋਜੀ ਸਮਝਣ ਦੀ ਕੋਸ਼ਿਸ਼ ਕੀਤੀ ਵਿਚਾਰਧਾਰਾ ਕੀ ਹੈ ਕਿ ਜੋ ਤੁਹਾਡੀ ਪਰਸਨੈਲਿਟੀ ਹੈ ਜੋ ਤੁਹਾਡੇ ਕਰੈਕਟਰਿਸਟਿਕਸ ਨੇ ਉਸ ਆਈਡੀਓਲੋਜੀ ਦੇ ਨਾਲ ਤਾਲਮੇਲ ਬਿਠਾ ਲੈਣਗੇ ਮੇਰੇ ਕਰੈਕਟਰਿਸਟਿਕਸ ਸੱਚਾਈ ਨਾਲ ਨੇ ਜੀ ਠੀਕ ਹੈ ਜੇ ਕੁਛ ਵੀ ਕੋਈ ਗੱਲ ਕੱਲ੍ਹ ਨੂੰ ਵੀ ਕੁਛ ਗਲਤ ਕਰਨਗੇ ਆਪਾਂ ਤਾਂ ਗਲਤ ਨੂੰ ਗਲਤ ਕਹਿਣਾ ਚਾਹੇ ਉਹ ਕੁਛ ਵੀ ਹੈ ਹੈ ਨਾ ਆਈਡੀਓਲੋਜੀ ਅਸੀਂ ਇਹੀ ਹਰੇਕ ਕਿਸੇ ਵੀ ਸੰਗਠਨ ਦੀ ਆਈਡੀਓਲੋਜੀ ਇਹੀ ਹੁੰਦੀ ਹੈ ਵੀ ਸਾਫ਼ ਸੁਥਰਾ ਰੱਖਣਾ ਹੈ ਨਾ ਅਤੇ ਹਮੇਸ਼ਾ ਜਿਹੜਾ ਕੰਮ ਮੇਨ ਲੀਡਰਸ਼ਿਪ ਦਾ ਕੰਮ ਕੀ ਹੁੰਦਾ ਇੱਕ ਚੰਗਾ ਸੁਨੇਹਾ ਦੇਣਾ ਲੋਕਾਂ ਨੂੰ ਇੱਕ ਚੰਗੀ ਜ਼ਿੰਦਗੀ ਜਿਉਣ ਦੀ ਜਾਂਚ ਦੇਣੀ ਅਤੇ ਉਹਨਾਂ ਨੂੰ ਉਹੋ ਜਿਹੇ ਰਿਸੋਰਸਿਸ ਅਤੇ ਇਨਵਾਇਰਮੈਂਟ ਦੇਣਾ ਹੈ ਨਾ ਤਾਂ ਮੇਰੀ ਆਈਡੀਓਲੋਜੀ ਵੀ ਇਹੀ ਹੈ ਨਾ ਅਤੇ ਮੇਰੇ ਪਰਸਨਲ ਕੁਛ ਹੋ ਸਕਦੇ ਨੇ ਵਿਚਾਰ ਪਰ ਇਹ ਹੈ ਵੀ ਅਸੀਂ ਸਾਰੇ ਜਾਣੀ ਇਹ ਮੇਰਾ ਇੱਥੇ ਮਕਸਦ ਆਉਣ ਦਾ ਠੀਕ ਹੈ ਪੋਲੀਟੀਕਲ ਲਾਈਨ ਦੇ ਵਿੱਚ ਆਉਣ ਦਾ ਨਹੀਂ ਮੈਂ ਤਾਂ ਕੀ ਲੋੜ ਸੀ ਮੈਨੂੰ ਲੱਗਦਾ ਵੀ ਜਾਂ ਕੋਈ ਮੇਰੇ ਇਨਕਮ ਸੋਰਸਿਸ ਇੰਨੇ ਕੋਈ ਲੋਅ ਨਹੀਂ ਹੈਗੇ ਵੀ ਜਾਂ ਮੇਰਾ ਟਾਈਮ ਪਾਸ ਨਹੀਂ ਹੋ ਰਿਹਾ ਜਾਂ ਮੇਰੇ ਕੋਲ ਮੈਂ ਲੋਕਾਂ ਦੀਆਂ ਚਰਚਾ ਦਾ ਵਿਸ਼ਾ ਨਹੀਂ ਹੈਗਾ ਹੈ ਨਾ ਸੋ ਸਾਰੀ ਦੁਨੀਆ ਪਿਆਰ ਕਰਦੀ ਹੈ ਬਸ
ਇਹੀ ਚਾਹੁੰਦੇ ਹਾਂ ਵੀ ਕੁਛ ਨਾ ਕੁਛ ਇਹੋ ਜਿਹਾ ਵਾਤਾਵਰਨ ਕ੍ਰੀਏਟ ਕੀਤਾ ਜਾਵੇ ਤਾਂ ਜੋ ਜਿੰਨੀਆਂ 4-5 ਪੀੜ੍ਹੀਆਂ ਹੋਣਗੀਆਂ ਉਹ ਤਾਂ ਉਵੇਂ ਨਿਕਲ ਗਈਆਂ ਧੱਕੇ ਖਾਂਦੇ ਦੀਆਂ, ਹੁਣ ਕੁਛ ਨਾ ਕੁਛ ਚੰਗਾ ਹੋ ਸਕੇ ਸਾਡੇ ਸ਼ਹਿਰ ਦੇ ਲਈ। ਇੱਕ ਤਾਂ ਸਿੱਧੂ ਸਾਹਿਬ ਬੜਾ ਆਸਾਨ ਤਰੀਕਾ ਹੈਗਾ ਇਹ ਕਹਿਣਾ ਕਿ ਮੈਂ ਲੋਕਾਂ ਦਾ ਭਲਾ ਕਰਨਾ ਚਾਹੁੰਦਾ, ਪੰਜਾਬ ਦੀ ਸਿਆਸਤ ਨੂੰ ਬਦਲਣਾ ਚਾਹੁੰਦਾ, ਇਸ ਕਰਕੇ ਮੈਂ ਪੋਲੀਟਿਕਸ ਦੇ ਵਿੱਚ ਐਂਟਰੀ ਕੀਤੀ। ਬਹੁਤ ਵੱਡੀਆਂ ਗੱਲਾਂ ਨੇ ਕਹਿਣ ਨੂੰ, ਜਦੋਂ ਕੋਈ ਬੰਦਾ ਕਹਿੰਦਾ ਨਾ ਝੂਠ ਲੱਗਦਾ ਸਾਰਿਆਂ ਨੂੰ। ਕੋਈ ਵੀ ਬੰਦਾ ਕਹਿੰਦੇ ਮੇਰੀ, ਲੇਕਿਨ ਇਹਦੇ ਨਾਲ ਕੁਝ ਪਰਸਨਲ ਚੀਜ਼ਾਂ ਵੀ ਜੁੜੀਆਂ ਹੁੰਦੀਆਂ ਨੇ, ਕੁਝ ਇਹੋ ਜਿਹੀਆਂ ਚੀਜ਼ਾਂ ਵੀ ਹੈਗੀਆਂ ਨੇ ਜੋ ਆਦਮੀ ਦੇ ਜ਼ਿੰਦਗੀ ਦੇ ਨਾਲ ਜੁੜੀਆਂ ਹੁੰਦੀਆਂ, ਜਦੋਂ ਲੱਗਦਾ ਕਿ ਹਾਂ ਮੈਨੂੰ ਐਂਟਰੀ ਕਰ ਲੈਣੀ ਚਾਹੀਦੀ ਹੈ। ਪਤਾ ਕੀ ਗੱਲ ਹੈ ਜੀ, ਤੁਸੀਂ ਇੰਡੀਆ ਦੇ ਵਿੱਚ ਹੁਣ ਸਾਰੇ ਮੈਨੂੰ ਕਹਿੰਦੇ ਤੂੰ ਪੋਲੀਟਿਕਸ ਦੇ ਵਿੱਚ ਕੋਈ ਬੰਦਾ ਹੀ, ਹੁਣ ਸਾਰਾ ਕੁਛ ਪਰਮਾਤਮਾ ਦੀ ਕਿਰਪਾ ਨਾਲ ਹੈਗਾ, ਪਰ ਲੋਕ ਇੱਥੇ ਜਿਉਣ ਨਹੀਂ ਦਿੰਦੇ। ਇੰਨਾ ਪ੍ਰੈਸ਼ਰਾਈਜ਼ ਤੁਹਾਡੇ 'ਤੇ, ਪ੍ਰੈਸ਼ਰ ਕੁੱਕਰ ਚੱਲਦਾ ਨਾ 24 ਘੰਟੇ ਦਿਮਾਗ ਤਾਂ, ਹਰੇਕ ਬੰਦਾ ਦੱਬਣ ਦੀ ਕੋਸ਼ਿਸ਼ ਕਰਦਾ ਵੀ ਇਹਨੂੰ ਦੱਬ ਕੇ ਹਿਸਾਬ ਨਾਲ ਇਹਨੂੰ ਲੋਟ ਲਿਆ, ਇਹਨੂੰ ਲੋਟ ਲਿਆ। ਅਤੇ ਉਹ ਬੰਦੇ ਇਹੋ ਜਿਹੇ ਨੇ ਜਿਹੜੇ ਸਾਡੇ ਤੋਂ ਕਾਬਲੀਅਤ 'ਚ ਕਿਤੇ ਜ਼ਿਆਦਾ ਘੱਟ ਨੇ। ਠੀਕ ਹੈ, ਹੁਣ ਮੈਨੂੰ ਦੱਸੋ, ਕੋਈ ਇੱਕ ਬੰਦਾ ਹੈ, ਉਹ ਯਾਨੀ ਕਿ ਕਦੇ ਹਲਕੇ ਤੋਂ ਬਾਹਰ ਨਹੀਂ ਗਿਆ, ਕਦੇ ਉਹ ਕਿਤੇ ਹੋਰ ਨਹੀਂ ਗਿਆ, ਅਤੇ ਉਹ ਬੰਦਾ ਗੱਲਾਂ ਕਰਦਾ ਵੀ ਯਾਰ ਇਹਨੂੰ ਸਿੱਧੂ ਇੱਧਰ ਆ ਘਰੇ ਆ ਯਾਰ ਮੇਰੇ ਕੋਲ। ਅੱਛਾ, ਮੈਂ ਤੁਹਾਨੂੰ ਦੱਸਦਾ ਵੀ ਕਿਵੇਂ ਜ਼ਿੰਦਗੀ ਕਰਨੀ ਹੈ, ਕਿਵੇਂ ਤੁਹਾਨੂੰ ਕੁਛ ਲੋੜ ਹੋਈ ਮੈਨੂੰ ਦੱਸੀ, ਤੁਹਾਨੂੰ ਪਤਾ ਆਪਾਂ ਸਾਰਾ ਕੁਛ ਹੀ ਆ ਸਿਸਟਰ। ਅਤੇ ਯਾਰ ਮੈਨੂੰ ਇੱਕ ਗੱਲ ਦੱਸੋ ਵੀ ਮੈਂ ਉਹੋ ਜਿਹੇ ਲੋਕਾਂ ਵਾਸਤੇ ਕਿਉਂ ਵਰਤਿਆ ਜਾਵਾਂ ਜਿਨ੍ਹਾਂ ਨੇ ਸਾਨੂੰ ਵਰਤ ਕੇ ਸਾਨੂੰ ਹੀ ਠੱਠ ਕਰਨਾ। ਠੀਕ ਹੈ ਨਾ, ਫਿਰ ਮੈਂ ਉਹਨਾਂ ਖਾਤਰ ਵਰਤਿਆ ਜਾਵਾਂ ਜਿਨ੍ਹਾਂ ਨੂੰ ਮੇਰੀ ਲੋੜ ਹੈ, ਜਿਨ੍ਹਾਂ ਨਾਲ ਮੈਂ ਕੋਈ ਕੰਮ ਵੀ ਕਰ ਸਕਦਾ, ਜਿਨ੍ਹਾਂ ਨੂੰ ਮੈਨੂੰ ਜਿਹੜੇ ਮੇਰੇ ਤੋਂ ਕੁਛ ਆਸ ਉਮੀਦ ਰੱਖਦੇ ਨੇ। ਫਿਰ ਮੈਂ ਇੱਕ ਉਹੋ ਜਿਹੇ ਬੰਦੇ ਵਾਸਤੇ ਵਰਤਿਆ ਜਾਵਾਂ ਜਿਹਨੇ ਮੈਨੂੰ ਵਰਤ ਕੇ ਇੱਕ ਅਹੁਦਾ ਲੈਣਾ, ਅਹੁਦਾ ਲੈ ਕੇ ਫਿਰ ਸਾਨੂੰ ਹੀ ਤੰਗ ਪਰੇਸ਼ਾਨ ਕਰਨਾ, ਇੱਥੇ ਕਰ, ਆਹ ਕਰ, ਹੋਰਾਂ ਨੂੰ ਵੀ ਕਰੂ, ਮੈਨੂੰ ਤਾਂ ਇਕੱਲੇ ਨੂੰ ਕੀ ਕਰੂ। ਫਿਰ ਜੇ ਪ੍ਰਚਾਰ ਹੀ ਕਰਨਾ, ਕਿਸੇ ਦੂਜੇ ਖਾਤਰ ਪ੍ਰਚਾਰ ਕਰਨਾ, ਤਾਂ ਅਸੀਂ ਆਪਦੇ ਵਾਸਤੇ ਕਿਉਂ ਨਹੀਂ ਕਰ ਸਕਦੇ? ਜਾਂ ਫਿਰ ਅਸੀਂ ਉਹ ਤੀਜਾ ਬੰਦਾ ਜਿਹੜਾ ਯਾਨੀ ਕਿ ਕਾਬਲੀਅਤ 'ਚ ਸਾਡੇ ਤੋਂ ਅੱਧਾ, ਅਸੀਂ ਉਹਦੀ ਵਾਹਵਾਹੀ ਕਰਕੇ ਉਹਨੂੰ ਉਸ ਜਗ੍ਹਾ 'ਤੇ ਬਿਠਾ ਦਈਏ ਜਿੱਥੇ ਉਹ ਕਿਸੇ ਵੀ ਤਰੀਕੇ ਨਾਲ ਸਾਨੂੰ ਗਲਤ ਯੂਜ਼ ਕਰ ਸਕੇ। ਅਸੀਂ ਇਹ ਕਿਉਂ ਕਰੀਏ? ਫਿਰ ਤਾਂ ਅਸੀਂ ਆਪਦੇ ਆਪ ਨੂੰ ਪ੍ਰਮੋਟ ਕਰਾਂਗੇ। ਜੇ ਮੈਂ ਕਿਸੇ ਹੋਰ ਖਾਤਰ ਬੋਲਾਂ ਜਿਹੜਾ ਬੰਦਾ ਗਲਤ ਹੈ, ਕਰਪਟ ਹੈ, ਮੈਨੂੰ ਵੀ ਪਤਾ ਉਹ ਗਲਤ ਹੈ, ਮੈਂ ਉਹਦਾ ਪ੍ਰਚਾਰ ਕਰਾਂ, ਫਿਰ ਮੈਂ ਆਪਦਾ ਕਿਉਂ ਨਹੀਂ ਕਰੂੰਗਾ? ਠੀਕ ਹੈ ਨਾ ਜੀ। ਮੈਨੂੰ ਹੁਣ ਘੱਟੋ ਘੱਟ ਮੈਂ ਪੈਸੇ ਤਾਂ ਨਹੀਂ ਖਾਊਂਗਾ ਕਿਸ ਤੋਂ ਹੈ, ਜਾਂ ਮੈਂ ਕੋਈ ਹੋਰ ਠੱਗੀ ਤਾਂ ਨਹੀਂ ਮਾਰੂੰਗਾ, ਕਿਉਂ ਡਰਾਉਂ ਧਮਕਾਊਂਗਾ ਤਾਂ ਨਹੀਂ ਵੀ। ਜੇ ਫਿਰ ਆਪਾਂ ਇਹੋ ਜਿਹੇ ਬੰਦੇ ਨੂੰ ਪ੍ਰਮੋਟ ਕਰ ਸਕਦੇ, ਫਿਰ ਯਾਰ ਆਪਦੇ ਆਪ ਨੂੰ ਕਿਉਂ ਨਹੀਂ ਕਰ ਸਕਦੇ? ਸਿਰਫ ਇਸ ਗੱਲ ਕਰਕੇ ਮੈਂ ਕਲਾਕਾਰ ਹਾਂ, ਜਾਂ ਮੈਂ ਸਿੰਗਰ ਹਾਂ, ਜਾਂ ਮੇਰਾ ਕਿੱਤਾ ਕੁਛ ਹੋਰ ਹੈ। ਅੱਜ ਤੁਸੀਂ ਕਿੰਨੇ ਕਲਾਕਾਰ ਆਏ, ਸਾਰਿਆਂ ਨੇ ਆਪਣੀ ਉਮਰ ਲੰਘਾ ਕੇ ਪਾਰਟੀਆਂ ਜੁਆਇਨ ਕਰੀਆਂ ਨੇ, ਕਿਉਂਕਿ ਤੁਹਾਨੂੰ ਪਹਿਲਾਂ ਪਤਾ ਸੀ ਪੈਸੇ ਇਕੱਠੇ ਕਰ ਲਈਏ, ਬੈਂਕ ਬੈਲੈਂਸ ਸੈੱਟ ਹੋ ਜਾਣ। ਫਿਰ ਕਿਸੇ ਨੇ ਟਰਾਈ ਕੀਤੀ, ਕਿਉਂਕਿ ਟਰਾਈ ਕਰਨ ਦੀ ਹਿੰਮਤ ਹੀ ਨਹੀਂ ਕਿਸੇ ਕੋਲ ਇੰਨਾ ਕੁ ਰਿਸਕ ਲੈਣ ਦੀ ਗਟਸ ਨਹੀਂ, ਕੋਈ ਰਿਸਕ ਲੈਣਾ ਹੀ ਨਹੀਂ ਚਾਹੁੰਦਾ। ਅਗਲਾ ਕਹਿੰਦਾ ਮੇਰੇ ਕੋਲ ਪੈਸੇ ਆ, ਮੈਂ ਕੀ ਲੈਣਾ। ਅੱਛਾ, ਤੁਹਾਡੀ ਇਸੇ ਗੱਲ 'ਚੋਂ ਇੱਕ ਸਵਾਲ ਇਹ ਵੀ ਹੈਗਾ, ਮੈਂ ਤੁਹਾਡੇ ਕਈ ਸਟੇਜ ਸ਼ੋਅ ਸੁਣਦਾ ਹੁੰਦਾ, ਤੁਸੀਂ ਇੱਕ ਸਟੇਜ ਸ਼ੋਅ 'ਤੇ ਕਹਿ ਰਹੇ ਸੀਗੇ ਕਿ ਹਰ ਬੰਦੇ ਦੀ ਇੱਕ ਐਕਸਪਾਇਰੀ ਡੇਟ ਫਿਕਸ ਹੈਗੀ ਹੈ ਇਸ ਲਾਈਨ ਦੇ ਵਿੱਚ। ਹਾਂਜੀ ਹਾਂਜੀ। ਕਿਤੇ ਐਂ ਤਾਂ ਨਹੀਂ ਸਿੱਧੂ ਸਾਹਿਬ ਕਿ ਤੁਹਾਨੂੰ ਪਤਾ ਹੈ ਕਿ ਇੱਕ ਨਾ ਇੱਕ ਦਿਨ ਇਹੋ ਜਿਹਾ ਦੌਰ ਵੀ ਆਏਗਾ ਜਿੱਥੇ ਮੇਰੇ ਤੋਂ ਅੱਗੇ ਕੋਈ ਹੋਰ ਆਏਗਾ ਜਿਹਨੂੰ ਲੋਕ ਪਸੰਦ ਕਰਨਗੇ, ਅਤੇ ਪੋਲੀਟਿਕਸ ਇੱਕ ਇਹੋ ਜਿਹੀ ਸੇਫ ਸਾਈਡ ਹੈਗੀ ਜਿੱਥੇ ਬੈਠ ਕੇ ਅਸੀਂ ਨਾਮ ਵੀ ਕਮਾਈ ਚੱਲਾਂਗੇ, ਕੰਮ ਵੀ ਕਰੀ ਚੱਲਾਂਗੇ, ਅਤੇ ਆਪਣਾ ਜਿਹੜਾ ਵਕਤ ਹੈਗਾ ਉਹ ਵੀ ਹੰਢਾ ਲਾਂਗੇ। ਦੌਰ ਵਾਲੀ ਗੱਲ ਤਾਂ ਹੈਗੀ ਆ, ਮੈਥੋਂ ਪਹਿਲਾਂ ਕਿੰਨੇ ਆਏ, ਮੈਥੋਂ ਬਾਅਦ 'ਚੋਂ ਕਿੰਨੇ ਆਉਣੇ ਨੇ, ਕਿਸੇ ਨੂੰ ਨਹੀਂ ਰੋਕ ਸਕਦੇ, ਹਰੇਕ ਦਾ ਟਾਈਮ ਪੀਰੀਅਡ ਹੈ। ਸਾਰਿਆਂ ਨੂੰ ਪੋਲੀਟੀਕਲ ਵਧੀਆ ਚੀਜ਼ ਹੈ। ਪੋਲੀਟੀਕਲ ਇਹ ਹੈ ਯਾਰ, ਇਹ ਤਾਂ ਪੋਲੀਟਿਕਸ ਇੱਕ ਇਹੋ ਜਿਹਾ ਪ੍ਰੋਫੈਸ਼ਨ ਹੈ ਜਿਹੜਾ ਪੁੰਨ ਵਾਲੇ ਫਲੀਆਂ ਵਾਲਾ ਕੰਮ ਹੈ। ਠੀਕ ਹੈ, ਜੇ ਤੁਸੀਂ ਕੰਮ ਕਰਦੇ ਹੋ ਤਾਂ ਹਰੇਕ ਕੰਮ ਦੇ ਆਪੋ ਆਪਣੇ ਬੈਨੀਫਿਟ ਹੁੰਦੇ ਨੇ, ਉਹ ਬੈਨੀਫਿਟ ਤਾਂ ਹੋਣਗੇ, ਤਾਂ ਮੈਨੂੰ ਵੀ ਹੋਣਗੇ ਜੇ ਮੈਂ ਕੱਲ੍ਹ ਨੂੰ ਪੋਲੀਟਿਕਸ ਦੇ ਵਿੱਚ ਆਉਣਾ। ਪਰ ਇਹ ਵੀ ਹੈ, ਉਹ ਇੱਕ ਚੰਗਾ ਕੰਮ ਵੀ ਹੈ। ਠੀਕ ਹੈ ਨਾ, ਅਤੇ ਜਿਹੋ ਜਿਹਾ ਰਿਸਕ ਵੀ ਹੈਗਾ, ਅਤੇ ਰਿਸਕ ਲੈਣ ਦੇ ਅਸੀਂ ਕਾਬਲ ਵੀ ਹੈਗੇ ਹਾਂ। ਰਿਸਕ ਤਾਂ ਹੁਣ ਜ਼ਿਆਦਾ ਵੱਧ ਗਿਆ। ਜਦੋਂ ਮੈਂ ਤੁਹਾਡੇ ਨਾਲ ਸਫ਼ਰ ਕਰ ਰਿਹਾ ਸੀਗਾ, ਇੱਥੋਂ ਤੱਕ ਪਹੁੰਚੇ ਅਸੀਂ, ਇੱਕ ਕਾਫਲਾ ਤੁਹਾਡੇ ਨਾਲ ਤੁਰਦਾ, ਸਿਕਿਉਰਿਟੀ ਤੁਹਾਡੇ ਨਾਲ ਹੁੰਦੀ ਹੈ ਜੀ, ਤੁਹਾਡੀ ਵੀ ਅੱਖ ਜਦੋਂ ਹੁੰਦੀ ਹੈ ਉਹ ਆਸੇ ਪਾਸੇ ਦੇਖਦੀ ਰਹਿੰਦੀ ਹੈ ਕਿ ਮੈਂ ਮਹਿਫੂਜ਼ ਹਾਂ, ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨਾਲ। ਸਬਰ ਹੈਗਾ, ਸਕੂਨ ਹੈਗਾ। ਸਕੂਨ ਤਾਂ ਹੈ, ਚੀਜ਼ਾਂ ਪਤਾ ਕੀ ਗੱਲ ਹੈ, ਕਈ ਵਾਰੀ ਅਸਲ ਦੇ ਵਿੱਚ ਸਕੂਨ, ਮੈਨੂੰ ਤਾਂ ਹੁਣ ਸਕੂਨ ਦਾ ਮੀਨਿੰਗ ਹੀ ਭੁੱਲ ਗਿਆ ਵੀ ਸਕੂਨ ਹੁੰਦਾ ਕੀ। ਅਸਲ ਮੇਰੀ ਜ਼ਿੰਦਗੀ ਇਹੋ ਜਿਹੀ ਹੈਗੀ, ਡਾਵਾਂ-ਡੋਲ ਐਵੇਂ ਚੱਲਦਾ ਰਹਿੰਦਾ, ਖੜਕੇ ਦੜਕੇ ਰੌਲੇ ਰੱਪੇ, ਅੱਜ ਮਾੜੇ ਕੱਲ੍ਹ ਚੰਗੇ, ਕੱਲ੍ਹ ਮਾੜੇ ਪਰਸੋਂ ਚੰਗੇ। ਇਹ ਯਾਨੀ ਕਿ ਅਪ ਐਂਡ ਡਾਊਨ, ਜਿਵੇਂ ਪੌੜੀਆਂ ਚੜ੍ਹਦੇ ਹੁੰਦੇ ਆਪਾਂ, ਪਹਿਲੀ ਪੌੜੀ ਦੁੱਖ ਦੀ, ਅਗਲੀ ਪੌੜੀ ਸੁੱਖ ਦੀ ਹੈ, ਤੀਜੀ ਪੌੜੀ ਫਿਰ ਦੁੱਖ ਦੀ ਹੈਗੀ, ਚੌਥੀ ਪੌੜੀ ਫਿਰ ਸੁੱਖ ਦੀ ਹੈਗੀ। ਯਾਨੀ ਕਿ ਮੈਂ ਤਾਂ ਇਸ ਚੀਜ਼ ਲਈ ਪ੍ਰੀਪੇਅਰਡ ਹਾਂ, ਅਤੇ ਨਾ ਮੈਨੂੰ ਕੋਈ ਵਿਰੋਧ ਨਾਲ ਮੇਰੀ ਬਦਨਾਮੀ ਨਾਲ। ਬਹੁਤ ਲੋਕਾਂ ਨੇ ਮੈਨੂੰ ਬਦਨਾਮ ਕੀਤਾ, ਇਸ ਤੋਂ ਬਾਅਦ ਵੀ ਕਰਨਗੇ, ਮੇਰੀਆਂ ਪੁਰਾਣੀਆਂ ਚੀਜ਼ਾਂ ਚੱਕ ਕੇ ਲਿਆਉਣਗੇ। ਤੁਹਾਨੂੰ ਪਤਾ ਪੋਲੀਟਿਕਸ ਪੇਸ਼ਾ ਕਿਹੋ ਜਿਹਾ, ਮੈਨੂੰ ਅਗਲੀਆਂ ਪਿਛਲੀਆਂ ਚੀਜ਼ਾਂ 'ਚ ਲਿਜਾਉਣ ਦੀ ਕੋਸ਼ਿਸ਼ ਕਰਨਗੇ ਵੀ। ਫਿਰ ਇਹ ਤਾਂ ਫਿਰ ਚੀਜ਼ਾਂ ਨਾਲ ਚੱਲਣਗੀਆਂ।
ਇਹਨਾਂ ਤੋਂ ਡਰਾਂਗੇ ਫਿਰ ਜਾਊਂਗੇ ਕਿਵੇਂ? ਹਾਂ, ਜੇ ਤੁਸੀਂ ਚੁੱਪ ਕਰਕੇ ਬਹਿ ਫਿਰ ਲੋਕ ਤਾਂ ਘਰੇ ਆ ਕੇ ਕੁੱਟ ਕੇ ਜਾਇਆ ਕਰਨਗੇ। ਅੱਛਾ, ਤੁਹਾਨੂੰ ਚਰਨਜੀਤ ਸਿੰਘ ਚੰਨੀ ਬੜੇ ਪਸੰਦ ਨੇ? ਨਹੀਂ, ਵਧੀਆ ਨੇ, ਇਸ ਤਰੀਕੇ ਦੇ ਨਾਲ ਉਹ ਕੰਮ ਕਰਦੇ ਆ। ਤੁਸੀਂ ਯਾਰ ਪਤਾ ਕੀ ਗੱਲ ਹੈ, ਆਪਾਂ ਨੂੰ ਹੁਣ ਕਿਸੇ ਦੇ ਮਨ 'ਚ ਤਾਂ ਆਪਾਂ ਕਦੇ ਕਿਸੇ ਦੇ ਵੜ ਨਹੀਂ ਸਕਦੇ, ਠੀਕ ਹੈ। ਚੰਨੀ ਸਾਹਿਬ ਨੂੰ ਮੈਂ ਸਿਰਫ ਇੱਕ ਵਾਰੀ ਮਿਲਿਆ ਜ਼ਿੰਦਗੀ ਦੇ ਵਿੱਚ, ਸਾਰਿਆਂ ਨੂੰ। ਅੱਛਾ, ਜਦੋਂ ਪਹਿਲੀ ਵਾਰ ਮੁਲਾਕਾਤ, ਰਾਬਤਾ ਹੋਇਆ, ਕੀ ਗੱਲਬਾਤ ਹੋਈ ਉਹਨਾਂ ਦਾ? ਸਾਰੇ ਵਧੀਆ ਸੀ। ਉਹੀ ਗੱਲ ਹੈ ਨਾ, ਮੈਂ ਤੁਹਾਨੂੰ ਇਹ ਕਹਿਣਾ ਵੀ ਆਪਾਂ ਹੁਣ, ਮੈਂ ਤੁਹਾਡੇ ਮਨ 'ਚ ਤਾਂ ਬੜਿਆ ਨਹੀਂ, ਤੁਹਾਡੇ ਮਨ 'ਚ ਕੀ ਹੈ ਹੈ ਨਾ। ਮੈਂ ਪਹਿਲੀ ਵਾਰੀ ਚੰਨੀ ਸਾਹਿਬ ਨੂੰ ਮਿਲਿਆ, ਆਪਾਂ ਕਿਸੇ ਨੂੰ ਅੰਦਰੋਂ ਨਹੀਂ ਦੇਖ ਸਕਦੇ ਵੀ ਉਹ ਕਿੱਦਾਂ। ਆਪਣੇ ਕੋਲ ਤਾਂ ਇੱਕੋ ਹੀ ਕੀ ਹੈ, ਮੈਨੂੰ ਜੋ ਬੰਦੇ 'ਚ ਚੰਗੀ ਚੀਜ਼ ਲੱਗਦੀ ਵੀ ਉਹ ਹੰਬਲ ਹੈ, ਸਾਰਿਆਂ ਨੂੰ ਮਿਲਦਾ ਯਾਰ। ਐਟਲੀਸਟ ਬੁਲਾਉਂਦਾ ਤਾਂ ਹੈ। ਪਹਿਲਾਂ ਕਿਹਨੇ ਬੁਲਾਇਆ ਆ ਕੇ? ਕਿੰਨੇ ਮੁੱਖ ਮੰਤਰੀ ਆਏ, ਕੌਣ ਬੁਲਾਉਂਦਾ ਆ ਕੇ ਕਿਸੇ ਨੂੰ? ਕੋਈ ਨਹੀਂ ਬੁਲਾਉਂਦਾ ਨਾ ਯਾਰ। ਚਲੋ ਚੰਗੇ ਮਾੜੇ ਕੰਮ ਕਰ ਰਹੇ ਆ ਜਾਂ ਨਹੀਂ ਕਰ ਰਹੇ, ਕੋਈ ਸਾਈਡ 'ਤੇ ਗੱਲ ਹੈ। ਕਿੰਨੇ ਕਰਤੇ, ਚਲੋ ਕੰਮ ਵੀ ਵਧੀਆ ਕਰੇ ਮੇਰੇ ਹਿਸਾਬ ਨਾਲ ਤਾਂ। ਉਹ ਵੀ ਘੱਟੋ ਘੱਟ ਇੱਕ ਬੰਦਾ ਟੱਚ 'ਚ ਤਾਂ ਹੈ, ਈਜ਼ੀ ਅਪਰੋਚੇਬਲ ਤਾਂ ਹੈ। ਘੱਟੋ ਘੱਟ ਉਹਨੂੰ ਬੁਲਾ ਤਾਂ ਲੈਂਦੇ ਹਾਂ ਵੀ ਹਾਂਜੀ ਮੁੱਖ ਮੰਤਰੀ ਸਾਹਿਬ ਕੀ ਹਾਲ ਚਾਲ ਹੈ ਨਾ। ਐਂ ਨਹੀਂ ਬੰਦੇ ਨੂੰ ਐਂ ਲੱਗਦਾ ਵੀ ਯਾਰ ਪਤਾ ਨਹੀਂ ਕੀ ਬੋਲੂ ਅੱਗੋਂ। ਨਹੀਂ, ਕਈ ਬੰਦੇ ਇਹੋ ਜਿਹੇ ਵੀ ਸੀ, ਅਗਲਾ ਕਹਿੰਦਾ ਪਰਾਂ ਮੁੱਖ ਮੰਤਰੀ ਹੁੰਦੇ, ਉਹ ਚੀਜ਼ ਨਹੀਂ ਹੈਗੀ, ਹੈ ਨਾ। ਚਲੋ ਚੰਗੀ ਗੱਲ ਹੈ, ਇੱਦਾਂ ਹੀ ਹੋਣਾ ਚਾਹੀਦਾ, ਈਜ਼ੀ ਅਪਰੋਚੇਬਲ ਹੋਣਾ ਚਾਹੀਦਾ। ਜ਼ਿੰਦਗੀ ਬੜੀ ਜਲਦੀ ਬਦਲੀ ਹੈ। 27 ਸਾਲ ਦੀ ਉਮਰ ਨੂੰ ਪਹਿਲੇ ਵੀ ਜ਼ਿਕਰ ਕਰਕੇ ਹਟਿਆ। ਪਹਿਲਾਂ ਕਿਤੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਰੇਲ ਗੱਡੀ 'ਚ ਬੈਠ ਕੇ ਸਟੂਡੀਓ ਜਾਂਦੇ ਹੋਗੇ, ਬੱਸਾਂ 'ਚ ਜਾਂਦੇ ਹੋਗੇ, ਯਕਦਮ ਨਵਜੋਤ ਸਿੰਘ ਸਿੱਧੂ, ਰਾਜਾ ਵੜਿੰਗ ਜੀ, ਹੋਰ ਤਮਾਮ ਲੀਡਰਸ਼ਿਪ ਤੁਹਾਨੂੰ ਹਵਾਈ ਜਹਾਜ਼ 'ਚ ਬਿਠਾ ਕੇ ਰਾਹੁਲ ਗਾਂਧੀ ਹੋਰਾਂ ਦੇ ਨਵਾਜ਼ 'ਤੇ ਲੈ ਕੇ ਜਾਂਦੀ ਹੈ। ਚੀਜ਼ਾਂ ਬਦਲ ਗਈਆਂ। ਪਤਾ ਗੱਲ ਕੀ ਹੈ, ਜਹਾਜ਼ 'ਚ ਮੈਂ ਪਹਿਲੀ ਵਾਰੀ ਕੋਈ ਨਹੀਂ ਬੈਠਿਆ, ਹਾਂ। ਪਰ ਇਹ ਗੱਲ ਹੈ ਵੀ ਜ਼ਿੰਦਗੀ ਦੇ ਨਵੇਂ ਖੇਤਰ ਦੇ ਵਿੱਚ ਇੱਕ ਨਵੀਂ ਪਾਰੀ ਸ਼ੁਰੂ ਕੀਤੀ ਹੈ ਨਾ, ਉਸ ਚੀਜ਼ ਦੀ ਚਲੋ ਹੁੰਦਾ ਹੀ ਆ ਨਾ। ਅਤੇ ਜੋ ਨਰਵਸਨੈਸ ਪਹਿਲੀ ਦਿਨ ਹੁੰਦੀ, ਮੈਂ ਪਹਿਲੀ ਵਾਰੀ ਬੈਠੇ ਤੋਂ ਧੌਣ ਕਦੋਂ ਨੀਚੇ ਕੀਤੀ ਹੋਈ ਸੀ। ਮੈਂ ਧੌਣ ਨੀਚੇ ਕਰਨ ਦਾ ਮਤਲਬ ਇਹ ਨਹੀਂ ਵੀ ਮੇਰਾ ਮੋਰਾਲ ਡਾਊਨ ਆ। ਧੌਣ ਨੀਚੇ ਕਰਨ ਦਾ ਮਤਲਬ ਇਹ ਸੀਗਾ ਵੀ ਮੇਰੇ ਦਿਮਾਗ ਦੇ ਵਿੱਚ ਕਾਫੀ ਕੁਛ ਚੱਲ ਰਿਹਾ ਸੀ। ਕੀ ਚੱਲ ਰਿਹਾ ਸੀ? ਹੈ ਨਾ, ਮੇਰੇ ਦਿਮਾਗ ਦੇ ਵਿੱਚ ਸਾਰੀਆਂ ਗੱਲਾਂ ਵੀ ਜੋ ਇੱਕ ਵਾਰੀ ਪਹਿਲੀ ਵਾਰੀ ਆਪਾਂ ਜਦੋਂ ਕੁਛ ਸ਼ੁਰੂ ਕਰਨ ਜਾ ਰਹੇ ਹੁੰਦੇ ਉਦੋਂ ਤੁਹਾਨੂੰ ਹੁੰਦੀ ਹੈ ਨਾ ਵੀ ਘਬਰਾਹਟ ਸੀ ਕਿ ਵੀ ਹਾਂ ਕੀ ਕਰਨਾ ਅੱਗੇ, ਕੀ ਕਰਾਂਗੇ, ਕਿਵੇਂ ਕਰਾਂਗੇ ਸਾਰਾ ਕੁਛ। ਪਰ ਉਹ ਜਦੋਂ ਤੁਸੀਂ ਉਸ ਚੀਜ਼ ਦੇ ਵਿੱਚ ਐਂਟਰ ਹੁੰਦੇ ਹੋ ਤਾਂ ਸਾਰੀਆਂ ਚੀਜ਼ਾਂ ਤੁਹਾਨੂੰ, ਵਾਹਿਗੁਰੂ ਸੱਚੇ ਪਾਤਸ਼ਾਹ ਬਹੁਤ ਵੱਡੀ ਚੀਜ਼ ਹੈ। ਜਦੋਂ ਤੁਸੀਂ ਹਾਂ ਕੀਤੀ ਜੁਆਇਨ ਕਰਨ ਨੂੰ, ਉਦੋਂ ਵੀ ਘਬਰਾਹਟ ਸੀ? ਨਹੀਂ, ਉਦੋਂ ਨਹੀਂ ਸੀ। ਜਦੋਂ ਆਪਾਂ ਜਾ ਰਹੇ ਹੁੰਦੇ ਨਾ, ਮੇਰੇ ਦਿਮਾਗ ਯਾਨੀ ਕਿ ਚੀਜ਼ਾਂ ਚੱਲ, ਤੁਹਾਨੂੰ ਹੁਣ ਵੀ ਮੈਂ ਤੁਰਿਆ, ਤੁਸੀਂ ਮੈਨੂੰ ਕੁਐਸਚਨ ਕੀਤਾ ਸੀ ਕਿ ਬਾਈ ਤੁਰਿਆ ਤੂੰ ਜਾ ਰਿਹਾ, ਮੈਨੂੰ ਲੱਗਦਾ ਤੇਰਾ ਦਿਮਾਗ ਵੀ ਚੱਲੀ ਜਾਂਦਾ, ਹੁਣ ਵੀ ਤੂੰ ਸੋਚੀ ਜਾਂਦਾ, ਦਿਮਾਗ ਚੱਲਦਾ ਰਹਿੰਦਾ ਕੁਝ ਨਾ ਕੁਝ। ਇੱਕ ਮੈਂ ਜਦੋਂ ਤੁਸੀਂ ਲੰਬਾ ਬੰਦਾ ਹੁੰਦਾ ਉਹੀ ਐਂ ਤਾਂ ਹੁਣ ਸਿੱਟ ਕੇ ਐਂ ਆਦਤ ਹੁੰਦੀ ਉਹਨਾਂ ਦੀ, ਅਤੇ ਮੈਂ ਉਦੋਂ ਕੁਝ ਨਾ ਕੁਝ ਦਿਮਾਗ ਚੱਲਦਾ ਰਹਿੰਦਾ ਵੀ ਇਹ ਬਹੁਤ ਬੜਾ ਸਟੈਪ ਆ ਜ਼ਿੰਦਗੀ ਦਾ ਨਾ, ਵੀ ਇੱਧਰੋਂ ਉੱਧਰੋਂ। ਸੋ ਰਿਸਕ ਵੀ ਹੁੰਦੇ ਨੇ। ਹੁਣ ਜਿਵੇਂ ਆਪਾਂ ਗੱਲ ਕਰ ਰਹੇ ਸੀ, ਤੁਸੀਂ ਸਾਰੇ ਕਹਿ ਰਹੇ ਸੀ ਕਹਿੰਦੇ ਫੋਲੋਅਰਸ ਘੱਟ ਗਏ, ਮੈਂ ਕਿਹਾ ਘਟਿਆ। ਅਤੇ ਉਹਨੂੰ ਕਈ ਬੰਦੇ ਸੱਜਣ ਮਿੱਤਰ, ਬਾਈ ਤੂੰ ਵਧਾ ਲੈ ਰਾਤੋਂ ਰਾਤ। ਮੈਂ ਕਾਹਦੇ ਖਾਤਰ ਵਧਾਵਾਂ, ਵਧੀਆ ਘੱਟ ਗਏ, ਜਿਹਨੇ ਜਾਣਾ ਸੀ ਚੱਲ ਗਿਆ। ਜਦੋਂ ਇੱਕ ਹੋਰ ਚੀਜ਼ ਹੈਗੀ ਹੈ, ਲੋਕ ਕਹਿੰਦੇ ਪਏ ਕਿ ਕੁਛ ਪੋਸਟ ਵੀ ਤੁਸੀਂ ਡਿਲੀਟ ਕੀਤੀਆਂ। ਹਾਂ, ਇੱਕ ਪਹਿਲੀ ਵਾਰੀ ਥੋੜ੍ਹੀ ਹੋਇਆ, ਤੁਸੀਂ 2019 ਤੋਂ ਲਓ। ਮੈਂ ਹਮੇਸ਼ਾ ਜਿਹੜਾ ਵੀ ਗਾਣਾ ਆਇਆ ਮੇਰੇ, ਇੱਕ ਪੋਸਟ ਨਹੀਂ ਡਿਲੀਟ ਕੀਤੀ, ਸਾਰੀਆਂ ਕੀਤੀਆਂ। ਸਿਰਫ ਉਹ 'ਚ ਮੇਰੀ ਆਦਤ ਹੈ ਪ੍ਰੋਫਾਈਲ ਕਲੀਨ ਵੀ ਐਂ ਜੇ ਹੁੰਦਾ ਵੀ ਮੇਰੀਆਂ ਕਈ ਵਾਰੀ ਕੋਈ ਇੰਟਰਨੈਸ਼ਨਲ ਆਰਟਿਸਟ ਦੇਖਿਆ ਨਾ, ਉਹ 'ਚ ਬਸ ਸਿਰਫ ਫੋਟੋਆਂ ਮੇਨ ਨਾ, ਅਚੀਵਮੈਂਟਸ ਦੀਆਂ ਫੋਟੋਆਂ, ਸਾਰਾ ਕੁਛ ਉਹ ਮੈਂ ਆਰਚੀਵ ਕਰਦਾ ਰਹਿਣਾ ਸਮੇਂ 'ਤੇ। ਡਿਲੀਟ ਨਹੀਂ ਕੀਤੀਆਂ ਕਦੇ, ਆਰਚੀਵ ਕੀਤੀਆਂ ਨੇ। ਮੇਰੇ ਕਈ ਗਾਣਾ ਹੁਣ ਸੈਟਿਸਫਾਈ, ਮੂਸਾ ਜੱਟ ਦਾ ਤੁਹਾਨੂੰ ਕੋਈ ਪੋਸਟਰ ਨਹੀਂ ਦਿਸੂਗਾ। SIM ਸਟੂਡੈਂਟ ਦੀਆਂ ਕਾਫੀ ਪੋਸਟਾਂ ਡਿਲੀਟ ਕਰਤੀਆਂ। ਕਿੰਨੇ ਗਾਣੇ ਆਏ ਸੀ ਮੈਂ ਪਹਿਲਾਂ ਪੋਸਟ ਕਰੇ, ਡਿਲੀਟ ਕਰ, ਉਹ ਮੈਂ ਕਰਦਾ ਰਹਿਣਾ ਸਮੇਂ ਨਾਲ। ਵੀ ਕਈ ਵਾਰੀ ਕੋਈ ਪ੍ਰੋਫਾਈਲ ਐਂ ਦੇਖਣ 'ਚ ਐਂ ਲੱਗੇ ਚਣਵੀਂ ਵੀ ਕੋਈ, ਉਹ ਆਰਚੀਵ ਕਰਦਾ ਰਹਿਣਾ ਮੈਂ, ਆਰਚੀਵ ਕਰਦਾ, ਡਿਲੀਟ ਕਦੇ ਨਹੀਂ ਕਰੀਆਂ। ਅੱਛਾ, ਜਿਹੜੀ 1984 ਵਾਲੀ ਪੋਸਟ ਸੀਗੀ, ਉਹ ਸਿਰਫ ਉਹਦਾ ਮਕਸਦ ਇਹ ਸੀਗਾ ਕਿ ਜੇ ਤੁਹਾਨੂੰ ਆਰਟਿਸਟ ਦੇਖਦੇ ਪਏ ਆ, ਉਹ ਆਪਣੀ ਪ੍ਰੋਫਾਈਲ ਨੂੰ ਸੰਭਾਲਣ ਦੇ ਲਈ ਸੀ। ਯਾਰ ਉਹ ਤੁਸੀਂ ਮੈਨੂੰ ਦੇਖੋ, ਮੇਰੇ ਹੁਣ ਪ੍ਰੋਫਾਈਲ ਖੋਲ੍ਹੋ ਤੁਸੀਂ ਇੰਸਟਾਗ੍ਰਾਮ 'ਤੇ, ਤੁਸੀਂ ਪ੍ਰੋਫਾਈਲ ਖੋਲੋਗੇ, ਉਹ 'ਚ ਜਿਹੜੇ ਮੇਰੇ ਹੁਣ ਲੇਟੈਸਟ ਗਾਣੇ ਵੀ ਆਏ ਹੋਏ ਮੇਰੇ, ਉਹ ਵੀ ਡਿਲੀਟ ਕੀਤੇ ਹੋਏ ਨੇ। ਮੈਂ ਕਰ ਦਿੰਦਾ ਉਹਨਾਂ, ਕਿਉਂਕਿ ਮੇਨ ਮੇਰੀ ਆਦਤ ਜੀ ਹੁੰਦੀ ਹੈ ਫੋਟੋਆਂ ਟਕ ਆ ਫਲਾਨੇਸ਼ਵਰੀ ਐਂ ਕਰਦਾ ਹੁੰਦਾ ਮੈਂ। ਟਾਈਮ 'ਤੇ ਕਈ ਪੋਸਟਾਂ ਪਾਉਣਾ ਵੀ ਰਹਿਣਾ, ਕਈ ਪੋਸਟਾਂ ਆਰਚੀਵ ਵੀ ਕਰਦਾ ਰਹਿਣਾ, ਪਰ ਉਹ 'ਚ ਕੋਈ ਰੈਗੂਲਰਲੀ ਨਹੀਂ। ਇਹ ਨਾਲੇ ਅੱਜ ਦੀ ਆਰਚੀਵ ਥੋੜ੍ਹੀ ਸੀ, ਇਹ ਕਦੋਂ ਦੀ ਆਰਚੀਵ ਹੈ। ਜੇ ਮੈਂ ਡਿਲੀਟ ਕਰਨੀ ਹੁੰਦੀ ਤਾਂ ਮੈਂ ਪਾਉਂਦਾ ਕਿਉਂ, ਹੈ ਨਾ। ਵੀ ਲੋਕ ਕਈ ਵਾਰੀ ਛੋਟੀਆਂ ਚੀਜ਼ਾਂ ਨੂੰ ਚੱਕ ਕੇ ਇਸ ਤਰੀਕੇ ਨਾਲ ਪ੍ਰੋਜੈਕਟ ਕੀਤਾ ਜਾਂਦਾ ਵੀ ਯਾਰ ਜਿਹੜੀ ਚੀਜ਼ ਗਲਤ ਸੀ, ਉਹ ਮੈਂ ਕਹਿੰਦਾ ਅੱਜ ਵੀ ਗਲਤ ਹੈ, ਉਹ ਗਲਤ ਕੱਲ੍ਹ ਨੂੰ ਵੀ ਹੋਊਗੀ, ਹੈ ਨਾ ਯਾਰ। ਕਿਉਂ ਤੁਸੀਂ ਇੰਨੇ ਕੋਈ ਐਡਾ ਛੋਟਾ, ਕਿਸੇ ਦਾ ਮਾਇਨਾ ਨਹੀਂ ਹੁੰਦਾ। ਮੇਰਾ ਐਡਾ ਛੋਟਾ ਮਾਈਂਡ ਸੈੱਟ ਨਹੀਂ, ਜਾਂ ਮੈਂ ਐਡਾ ਕਮਜ਼ੋਰ ਦਿਲ ਆਦਮੀ ਨਹੀਂ ਹੈਗਾ ਵੀ ਮੈਂ ਇਹਨਾਂ ਚੀਜ਼ਾਂ ਤੋਂ ਭੱਜੂੰਗਾ। ਅੱਛਾ, ਇੱਕ ਚੀਜ਼ ਦੱਸੋ, ਸਿੱਧੂ ਮੂਸੇਵਾਲਾ ਨੂੰ ਵੋਟਾਂ ਕਾਂਗਰਸ ਕਰਕੇ ਪੈਣਗੀਆਂ ਜਾਂ ਆਪਣੇ ਸੰਘਰਸ਼ ਕਰਕੇ ਪੈਣਗੀਆਂ, ਆਪਣੇ ਨਾਮ ਕਰਕੇ ਪੈਣਗੀਆਂ? ਤੁਹਾਨੂੰ ਕੀ ਲੱਗਦਾ? ਤੁਸੀਂ ਦੱਸੋ ਇਸ ਗੱਲ ਦਾ। ਹੁਣ ਜੇ ਮੈਂ ਕਹੂੰਗਾ ਤਾਂ ਛੋਟਾ ਮੂੰਹ ਬੜੀ ਬਾਤ ਹੋ ਜਾਣੀ ਹੈ। ਤੁਸੀਂ ਦੱਸੋ, ਤੁਹਾਨੂੰ ਕੀ ਲੱਗਦਾ? ਤੁਸੀਂ ਦੱਸੋ। ਅੱਜ ਮੈਂ ਤੁਹਾਡੇ ਤੋਂ ਕੁਐਸਚਨ ਪੁੱਛ ਲਿਆ, ਕਾਂਗਰਸ ਨੇ ਤੁਹਾਨੂੰ ਕਿਉਂ ਚੁਣਿਆ? ਕਾਂਗਰਸ ਨੇ ਮੈਨੂੰ ਕਿਉਂ ਚੁਣਿਆ? ਸ਼ਾਇਦ ਮੈਨੂੰ ਲੱਗਦਾ ਉਹ ਕੈਪੇਬਲ ਆ, ਮੈਂ ਇਹਨਾਂ ਕੁਛ ਕਰ ਸਕਦਾ ਹੈ। ਇਹੀ ਜਵਾਬ ਹੈ।
ਹਾਂ ਇਹੀ ਚੀਜ਼ ਹੈ, ਮੈਨੂੰ ਲੱਗਦਾ ਵੀ ਮੈਨੂੰ ਚਾਹਣ ਵਾਲੇ ਬਹੁਤ ਨੇ, ਮੈਨੂੰ ਪਿਆਰ ਕਰਦੇ ਨੇ। ਘੱਟੋ ਘੱਟ ਆਪਣੇ ਨੇਮ ਫੇਮ ਦਾ ਇਸਤੇਮਾਲ ਲੋਕ ਆਪਣੇ ਟੱਬਰਾਂ ਖਾਤਰ ਕਰਦੇ ਨੇ, ਆਪਣੇ ਜਵਾਕਾਂ ਖਾਤਰ ਕਰਦੇ ਨੇ। ਜੇ ਥੋੜ੍ਹੀ ਬਹੁਤ ਮੈਂ ਇੱਧਰ ਵਰਤ ਲਈ ਫਿਰ ਕੀ ਹੋ ਜਾਊ, ਆਪਦੇ ਲੋਕਾਂ ਖਾਤਰ ਵਰਤ ਲਾਂਗੇ। ਸੋ ਇਹ ਚੀਜ਼ ਹੈ। ਪੇਸ਼ੈਂਸ ਹੈ ਤੁਹਾਨੂੰ ਕੀ ਲੱਗਦਾ ਹੈ? ਮੈਂ ਸਾਰੀਆਂ ਕੁਐਸਚਨ ਤੁਹਾਡੇ ਤੋਂ ਪੁੱਛ ਰਿਹਾ। ਪੇਸ਼ੈਂਸ ਤਾਂ ਸਬਰ ਹੈ, ਸਬਰ ਤਾਂ ਹੈ। ਸਬਰ ਬਿਨਾਂ ਵੀਰੇ ਕੰਮ ਹੀ ਨਹੀਂ ਚੱਲਦਾ। ਜੇ ਸਬਰ ਨਾ ਹੁੰਦਾ ਤਾਂ ਅੱਗ ਬੂਲ ਲਾਓ ਕੇ ਮੈਂ ਕਹਿ ਦੇਣਾ ਸੀ, ਲੈ ਲੈਣੇ ਸੀ ਫੈਸਲੇ, ਜਾਓ ਯਾਰ ਮੈਂ ਨਹੀਂ ਕਰਦਾ, ਮੈਂ ਫਲਾਨਾ ਨਹੀਂ ਕਰਦਾ। ਕੁਛ ਨਾ ਕੁਛ ਕਰਨ ਦੀ ਇੱਛਾ ਰੱਖਦੇ ਹੋ ਤਾਂ ਤੁਹਾਨੂੰ ਰਿਜ਼ਲਟ ਵੀ ਮਿਲਣਗੇ ਉਸ ਚੀਜ਼ ਦੇ। ਅੱਛਾ ਮੈਂ ਜਿੱਤੂੰਗਾ, ਇਹ ਕੌਨਫੀਡੈਂਸ ਹੈ ਜਾਂ ਓਵਰ ਕੌਨਫੀਡੈਂਸ ਹੈ? ਨਹੀਂ ਮੈਂ ਤਾਂ ਕਹਿ ਨਹੀਂ ਰਿਹਾ ਕੁਛ ਜਿੱਤ ਹਾਰ, ਹਜੇ ਤਾਂ ਮੈਨੂੰ ਇਹ ਨਹੀਂ ਪਤਾ ਮੈਂ ਖੜਾ ਹੋਵਾਂ ਕਿ ਨਾ ਹੋਵਾਂ। ਮੈਂ ਕਿਸੇ ਨੂੰ ਕੁਛ ਕਿਹਾ ਤਾਂ ਨਹੀਂ ਮੈਂ ਖੜਾ ਹੋਣਾ, ਮੈਂ ਇਲੈਕਸ਼ਨ ਦੇ ਵਿੱਚ ਲੜੂੰਗਾ ਜਾਂ ਕੁਛ। ਠੀਕ ਹੈ, ਜਦੋਂ ਵਕਤ ਆਊਗਾ ਦੇਖਾਂਗੇ, ਹੈ ਨਾ। ਹਾਲੇ ਤਾਂ ਹਵਾਵਾਂ ਰੁਕਦੀਆਂ, ਜਦੋਂ ਝੱਖੜ ਝੱਲੂ ਦੇਖਾਂਗੇ, ਹੈ ਨਾ। ਕੋਈ ਇਸ਼ੂ ਨਹੀਂ, ਕੋਈ ਦਿੱਕਤ ਵਾਲੀ ਗੱਲ ਨਹੀਂ। ਮੇਰੇ ਸੁਣ ਚਾਹੇ ਤੁਸੀਂ ਕਾਂਗਰਸ ਦੀ ਕੈਂਪੇਨਿੰਗ ਦੇ ਲਈ ਗੀਤ ਵੀ ਲਿਖ ਰਹੇ ਹੋ, ਜਲਦੀ ਗੀਤ ਵੀ ਰਿਲੀਜ਼ ਹੋ ਰਿਹਾ? ਨਹੀਂ 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 ਸੀ, ਉਹੀ ਗੱਲ ਹੈ ਨਾ, ਚੀਜ਼ਾਂ ਨੇ। ਗੀਤ ਤਾਂ ਮੈਂ ਸਾਰੀ ਨਹੀਂ ਲਿਖੀ ਜਾਂਦਾ ਰਹਿਣਾ। ਕੈਂਪੇਨਿੰਗ ਲਈ ਖਾਸ ਗੀਤ ਨਹੀਂ ਹੋਏਗਾ? ਹਾਲੇ ਕੋਈ ਇਰਾਦਾ ਨਹੀਂ ਹੈਗਾ, ਮੈਂ ਤੁਹਾਨੂੰ ਇਸ ਚੀਜ਼ ਬਾਰੇ ਕੁਝ ਨਹੀਂ ਕਹਿ ਸਕਦਾ। ਇੰਟਰਵਿਊ ਤੋਂ ਬਾਅਦ ਬਣ ਸਕਦਾ। ਮੇਰੇ ਦਰਸ਼ਕਾਂ ਲਈ ਤਾਂ ਮੈਂ ਕੁਛ ਵੀ, ਜਿੰਨੇ ਚਾਹੁਣ ਵਾਲੇ ਨੇ ਗਾਣੇ ਤਾਂ ਬਣਦੇ ਹੀ ਰਹਿਣਗੇ। ਅਤੇ ਨਾਲੇ ਮੇਰਾ ਮਾਈਂਡ ਤੁਹਾਨੂੰ ਪਤਾ ਵੀ ਇਹ ਸਿਚੁਏਸ਼ਨਲ ਗਾਣੇ ਕਰਦਾ, ਸਾਰੇ ਸਿਚੁਏਸ਼ਨ 'ਤੇ ਕੁਛ ਨਾ ਕੁਛ ਜੇ ਦਿਲ ਕੀਤਾ ਗਾ ਦਿਆਂਗੇ, ਕੋਈ ਇਸ਼ੂ ਨਹੀਂ ਹੈਗਾ। ਇਹ ਤਾਂ ਆਪਣੀ ਮਨ ਮਰਜ਼ੀ ਹੈ, ਕਿਹੜਾ ਕਿਤੋਂ ਬਾਹਰੋਂ ਕੁਛ ਲੈਣ ਜਾਣਾ ਜੀ, ਲਿਖ ਲੈਣਾ, ਗਾ ਦੇਣਾ, ਸੁਣਾ ਦੇਣਾ। ਅੱਛਾ ਤੁਹਾਡੇ ਮਾਤਾ ਪਿਤਾ ਜੀ ਦੇ ਲਈ ਵੀ ਇੱਕ ਵੱਡਾ ਡਿਸੀਜਨ ਹੀ ਰਿਹਾ ਹੋਏਗਾ ਕਿ ਹੁਣ ਸਿੱਧਾ ਹਾਈ ਕਮਾਨ ਨੂੰ ਮਿਲਿਆ ਜਾ ਰਿਹਾ, ਕਾਂਗਰਸ ਦੇ ਵਿੱਚ ਸ਼ਮੂਲੀਅਤ ਹੋ ਗਈ। ਉਹਨਾਂ ਨੇ 3 ਸਾਲ ਮੇਰੇ ਨਾਲ ਉਹ ਭੋਗਿਆ, ਉਹ ਚੀਜ਼ਾਂ ਮੇਰੇ ਨਾਲ ਉਹ ਝੱਲੀਆਂ ਨੇ ਆਪਦੇ 'ਤੇ। ਉਹਨਾਂ ਨੂੰ ਪਤਾ ਵੀ ਇਹ ਕਿਉਂ ਕਰ ਰਿਹਾ ਸਾਰਾ ਕੁਛ। ਉਹਨਾਂ ਦੇ ਅੱਖਾਂ ਹੇਠ ਉਹ ਮੇਰੇ ਮਾਂ ਪਿਓ ਨੇ, ਹੈ ਨਾ। ਮਾਂ ਪਿਓ ਨੂੰ ਪਤਾ ਹੁੰਦਾ ਵੀ ਮੇਰਾ ਜਵਾਕ ਕੀ ਕਰ ਰਿਹਾ, ਤਾਂ ਕਿਹੜੀ ਸਿਚੁਏਸ਼ਨ 'ਚੋਂ ਨਿਕਲ ਰਿਹਾ ਅਤੇ ਕਿਉਂ ਕਰ ਰਿਹਾ, ਇਹਦਾ ਰੀਜ਼ਨ ਕੀ ਹੈ। ਅਤੇ ਉਹ ਠੀਕ ਹੈ ਯਾਰ, ਨਰਵਸ ਤਾਂ ਹੁੰਦਾ ਜਦੋਂ ਉਹੀ ਕਹਿਣਾ ਨਾ। ਜਿਵੇਂ ਹੁਣ ਫੋਲੋਅਰਸ ਵਾਲੀ ਗੱਲ ਸੀ, ਫੋਲੋਅਰਸ ਘੱਟ ਕੇ, ਮੈਂ ਘੱਟ ਕੇ ਵਧੀਆ ਗੱਲ ਆ। ਜੇ ਤੁਸੀਂ ਕੋਈ ਕਰੜਾ ਫੈਸਲਾ ਲੈਣ ਦੀ ਹਿੰਮਤ ਰੱਖਦੇ ਹੋ ਤਾਂ ਫਿਰ ਤੁਹਾਨੂੰ ਝੱਲਣਾ ਹੀ ਪਊ, ਝੱਲੋ। ਹੁਣ ਕਾਂਗਰਸ ਪਾਰਟੀ ਤਾਂ ਮੈਂ ਜੁਆਇਨ ਕਰੀ ਜਾਂ ਫੋਲੋਅਰ ਕਿਸੇ ਹੋਰ ਸਿੰਗਰ ਦੇ ਘਟਣ, ਕਿਉਂ ਘਟਣ ਬਈ? ਹੈ ਘੱਟ ਗਏ ਤਾਂ ਫਿਰ ਵੀ ਕੀ ਗੱਲ ਹੋ ਗਈ? ਪਹਿਲਾਂ ਕਦੇ ਘਟੇ ਨਹੀਂ। 645 ਤੋਂ ਅਕਾਊਂਟ ਸ਼ੁਰੂ ਕੀਤਾ ਸੀ ਫੋਲੋਅਰਾਂ ਤੋਂ, ਅੱਜ 6.9 ਮਿਲੀਅਨ ਸੀ, ਫਿਰ ਕੀ ਹੋ ਗਿਆ? 6.8 ਰਹਿ ਗਏ, ਕਿੱਡੀ ਕੁ ਗੱਲ ਹੈ। ਆਪਦਾ ਕੋਸ਼ਿਸ਼ਾਂ ਤਾਂ ਤੁਹਾਨੂੰ ਪਹਿਲਾਂ ਵੀ ਹੋਈਆਂ ਕਾਂਗਰਸ 'ਚ ਜੁਆਇਨ ਕਰਵਾਉਣ ਦੀਆਂ, ਭਾਵੇਂ ਕੈਪਟਨ ਅਮਰਿੰਦਰ ਸਿੰਘ ਦਾ ਦੌਰ ਰਿਹਾ ਹੋਵੇ। ਉੱਥੇ ਗੱਲ ਤੁਸੀਂ ਫੇਰ ਲਿਆ ਤੁਸੀਂ। ਮੈਂ ਉਹੀ ਕਹਿਣਾ ਵੀ ਯਾਰ, ਕੱਲ੍ਹ ਉਹਨਾਂ ਨੇ ਬਿਆਨ ਦਿੱਤਾ ਇੱਕ ਵੀ ਗੈਂਗਸਟਰਸ ਪਾਰਟੀ 'ਚ ਜੁਆਇਨ ਕਰਵਾ ਰਹੇ ਨੇ। ਠੀਕ ਹੈ, ਮੈਂ ਵੀ ਭਾਈ ਸ਼ਾਇਦ ਤੁਹਾਨੂੰ ਮੈਂ ਗੈਂਗਸਟਰ ਲੱਗਦਾ ਹੋਊਗਾ, ਚਲੋ ਸ਼ਾਇਦ ਮੈਂ ਤੁਹਾਡੀ ਗੱਲ ਮੰਨ ਲਾਂ, ਤੁਹਾਡੀ ਗੱਲ ਨਾਲ ਮੈਂ ਸਹਿਮਤ ਹੋ ਜਾਂਦਾ, ਸਿਰਫ ਤੁਹਾਡੀ ਖੁਸ਼ੀ ਲਈ ਵੀ ਤੁਸੀਂ ਚਲੋ ਭਾਈ ਅਸੀਂ ਗੈਂਗਸਟਰ। ਤੁਸੀਂ ਤਾਂ ਬਹੁਤ ਸਿਆਣੇ ਸੀ ਜੀ, ਤੁਸੀਂ ਤਾਂ ਹੁਣ ਵੀ ਬਹੁਤ ਸਿਆਣੇ ਹੋ, ਸੂਝਵਾਨ ਹੋ। ਮੈਥੋਂ ਦੁੱਗਣਾ ਤਿੱਗਣਾ ਐਕਸਪੀਰੀਅੰਸ, ਜਿੰਨੀ ਮੇਰੀ ਉਮਰ ਹੈ ਉਹਨਾਂ ਤੁਹਾਡੇ ਕੋਲ ਤਜਰਬਾ ਸੀ, ਅਤੇ ਤੁਹਾਡੇ ਕੋਲ ਪਾਵਰ ਵੀ ਸੀ, ਰੁਤਬਾ ਸੀ। ਫਿਰ ਤੁਸੀਂ ਕਿਉਂ ਨਹੀਂ ਸਹੀ ਕੀਤਾ? ਜੇ ਮੈਂ ਗੈਂਗਸਟਰ ਸੀ ਫਿਰ 4.5 ਸਾਲ ਤੁਹਾਡੀ ਸਰਕਾਰ ਸੀ, ਕਿਉਂ ਨਹੀਂ ਫੜਿਆ ਮੈਨੂੰ? ਨਹੀਂ ਤੁਹਾਨੂੰ ਕਦੀ ਸਿਸਵਾ ਫਾਰਮ ਨਹੀਂ ਸੱਦਿਆ? ਸੱਦਿਆ। ਅੱਛਾ ਉਹੀ ਗੱਲ ਹੈ ਨਾ, ਮੈਨੂੰ ਸਿਆਸਤ ਦੀਆਂ ਗੱਲਾਂ ਹੁਣ ਸਮਝ ਆਉਣ ਆ ਰਹੀਆਂ ਨੇ, ਦਿਨ ਮੈਂ ਐਕਸਪੀਰੀਅੰਸ ਕਰ ਰਿਹਾ ਵੀ ਉਹੀ ਜਿਹੜਾ ਗੈਂਗਸਟਰ ਸੀ ਉਹਨੂੰ ਤੁਸੀਂ 4-5 ਦਿਨ ਪਹਿਲਾਂ ਜੁਆਇਨਿੰਗ ਤੋਂ ਫੋਨ ਕਰ ਰਹੇ ਸੀ, ਸਿੱਧੂ ਸਿਸਵਾ ਫਾਰਮ ਆ ਜਾ ਯਾਰ ਮਿਲਦੇ ਹਾਂ। ਅੱਜ ਤੁਹਾਨੂੰ ਮੈਂ ਗੈਂਗਸਟਰ ਲੱਗਣ ਲੱਗੇ ਵੀ ਮੈਂ ਤੁਹਾਡੀ ਪਾਰਟੀ ਸ਼ਾਮਿਲ ਨਹੀਂ ਹੋਇਆ। ਸੋ ਇਹ ਚੀਜ਼ਾਂ ਨੇ, ਮੈਂ ਰਿਸਪੈਕਟ ਕਰਦਾ ਸਾਰਿਆਂ ਦੀ ਵੀ, ਠੀਕ ਹੈ ਚੱਲ। ਪਰ ਵੀ ਇਹ ਹੈ ਵੀ ਇਹ ਸਿਆਸਤ ਦਾ ਹਿੱਸਾ ਵੀ ਸ਼ਾਇਦ ਜੇ ਆਪਾਂ ਬਿਆਨਬਾਜ਼ੀ ਤੋਂ ਲੈਦਾ ਜੇ ਕੋਈ ਕੰਮ ਕਰੇ ਹੁੰਦੇ ਤਾਂ ਸ਼ਾਇਦ ਅੱਜ ਆਪਾਂ ਨੂੰ ਆਹ ਚੀਜ਼ਾਂ ਦੇਖਣੀਆਂ ਨਹੀਂ ਸੀ ਪੈਣੀਆਂ। ਹੁਣ ਆਪਾਂ ਦੂਜਿਆਂ 'ਚ ਹੀ ਕਾਮੀਆਂ ਕੱਢੀ ਗਏ ਵੀ ਫਲਾਨਾ ਮਾੜਾ ਜੀ, ਫਲਾਨਾ ਧਮਕਾ, ਫਲਾਣੇ ਤੋਂ ਇਹਨੂੰ ਖਤਰਾ, ਫਲਾਣੇ ਤੋਂ ਇਹਨੂੰ ਖਤਰਾ। ਅਸੀਂ ਆਪਦੀ ਪੀੜ੍ਹੀ ਥੱਲੇ ਸੋਟਾ ਮਾਰੇ ਨਹੀਂ। ਇਹ ਸ਼ਾਇਦ ਆਪਦੀ ਪੀੜ੍ਹੀ ਥੱਲੇ ਸੋਟਾ ਮਾਰਿਆ ਹੁੰਦਾ ਜਾਂ ਬਿਆਨਬਾਜ਼ੀ ਤੋਂ ਹਟ ਕੇ ਕੁਛ ਕੰਮ ਕਰਨ ਦਾ ਕੁਛ ਕਰਿਆ ਹੁੰਦਾ ਤਾਂ ਸ਼ਾਇਦ ਅੱਜ ਆਹ ਹਾਲਾਤ ਨਾ ਹੁੰਦੇ, ਉਹਨਾਂ ਦੇ ਵੀ ਨਾ ਹੁੰਦੇ ਅਤੇ ਪੰਜਾਬ ਦੇ ਵੀ ਨਾ ਹੁੰਦੇ ਜੀ। ਮੋਟੀਵੇਸ਼ਨ ਕੌਣ ਹੈ ਪੋਲੀਟਿਕਸ ਦੇ ਵਿੱਚ? ਮੋਟੀਵੇਸ਼ਨ ਲੋਕ ਨੇ ਜੀ। ਲੀਡਰ ਤਾਂ ਸਾਰੇ ਹੀ ਵਧੀਆ ਨੇ। ਸਾਰਿਆਂ ਕਿਸੇ ਦੀ ਜੀਵਨੀ ਪਸੰਦ ਹੁੰਦੀ ਹੈ ਨਾ? ਜੀਵਨੀ ਯਾਰ ਪਤਾ ਗੱਲ ਕੀ ਹੈ, ਕੋਈ ਵੀ ਬੰਦਾ ਇਸ ਲਾਈਨ ਦੇ ਵਿੱਚ ਆਉਂਦਾ ਅਤੇ ਰੁਤਬਾ ਕਾਇਮ ਕਰਦਾ, ਉਹ ਸਾਰੇ ਹੀ ਮੈਂਟਰ ਨੇ। ਕਿ ਕੋਈ ਨਾ ਕੋਈ ਕੁਆਲਿਟੀ ਤਾਂ ਕਿਸੇ ਨਾ ਕਿਸੇ 'ਚ ਹੋਊਗੀ। ਸਿੱਧੂ ਸਾਹਿਬ 'ਚ ਕੀ ਕੁਆਲਿਟੀ ਹੈ? ਨਵਜੋਤ ਸਿੰਘ ਸਿੱਧੂ ਬੁਲਾ ਰਹੇ ਨੇ, ਲੋਕਾਂ ਨਾਲ ਟਾਈਡ ਨੇ, ਕਿਤੇ ਵੀ ਖੜ ਜਾਣ 10 ਬੰਦਿਆਂ ਨੂੰ ਘੇਰ ਕੇ ਮੇਲਾ ਲਾ ਦਿੰਦੇ ਖੜ ਕੇ। ਹਾਊ ਆਰ ਯੂ, ਕਿਆ ਹਾਲ ਚਾਲ ਹੈ ਆਪਕੇ, 2-3 ਕੁਐਸਚਨ ਪੁੱਛਣਾ, ਐਂ ਖੜੇ ਹੋ ਜਾਂਦੇ। ਕਿਸੇ ਨਾ ਕਿਸੇ 'ਚ ਕੋਈ ਨਾ ਕੋਈ ਕੁਆਲਿਟੀ ਹੁੰਦੀ। ਪਲੇਨ 'ਤੇ ਵੀ ਇੱਕ ਜਦੋਂ ਤੁਸੀਂ ਏਅਰਪੋਰਟ ਤੋਂ ਜਾ ਰਹੇ ਹੋ ਤਾਂ ਉਹੀ ਮੈਂ ਉੱਦਣ ਉਹੀ ਦੇਖ ਰਿਹਾ ਸੀ ਨਾ, ਮੈਂ ਪਹਿਲੀ ਵਾਰੀ ਮਿਲਿਆ ਸੀ ਉੱਦਣ ਵੀ ਸਾਰਿਆਂ 'ਚ ਕੋਈ ਨਾ ਕੋਈ ਕੁਆਲਿਟੀ ਹੁੰਦੀ ਹੈ ਲੋਕਾਂ ਨੂੰ ਖਿੱਚਣ ਦੀ, ਹੈ ਨਾ। ਸੋ ਬਹੁਤ ਵਧੀਆ ਗੱਲ ਹੈ। ਅੱਛਾ, ਉਹ ਪਲੇਨ ਦੇ ਵਿੱਚ ਜੇ ਤੁਸੀਂ ਦੱਸਣਾ ਚਾਹੋ ਕੁਛ ਅੱਛੀਆਂ ਗੱਲਾਂ, ਪੋਜ਼ੀਟਿਵ ਗੱਲਾਂ ਜੋ ਆਪਸ ਦੇ ਵਿੱਚ ਹੋਈਆਂ ਹੁਣ ਸਿੱਧੂ ਸਾਹਿਬ ਦੇ ਤੁਹਾਡੇ ਵਿਚਕਾਰ? ਕੋਈ ਨਹੀਂ, ਉਹ ਤਾਂ ਮੈਨੂੰ ਕਹਿੰਦੇ, ਉਹ ਪਹਿਲਾਂ ਤਾਂ ਇਸ ਗੱਲ ਤੋਂ ਹੀ ਖੁਸ਼ ਸੀ ਵੀ ਸਿੱਧੂ ਆ ਗਿਆ, ਸਿੱਧੂ ਹੋ ਗਿਆ, ਸਿੱਧੂ ਸਕੁਐਰ ਹੋ ਗਿਆ। ਇਹ ਹੱਸੀਆਂ ਨੇ ਸਾਰੇ ਰਸਤੇ ਉਹਨਾਂ ਨੇ ਬਸ ਸਿੱਧੂ ਆਹ ਦੇਖ ਵੀਡੀਓ ਆਈ ਆਪਣੇ ਕੋਲ, ਸਿੱਧੂ ਆਹ ਦੇਖ ਵੀਡੀਓ ਆਈ,
हाँ जी अंकल ठीक है वधिया। मैं कहा सोहनी है। कहना यार ਇੰਨੀਆਂ ਵੀਡੀਓ ਕਿੱਧਰੋਂ ਇੱਕ ਉਹ ਉਹਨਾਂ ਨੇ ਇੰਟਰੋ ਨਹੀਂ ਸੀਗੀ ਉਹ ਸੀਗਾ ਜਿਹੜੇ 'ਚ ਮੈਂ ਕਿਹਾ ਸੀਗਾ ਵੀ ਸਿੱਧੂ ਖੁੱਲ੍ਹਾ ਸਾਨ ਹੈ ਸਿੱਧੂ ਉਹ 'ਚ ਮੈਂ ਕਿਹਾ ਮੈਂ ਵੀ ਸਿੱਧੂ ਕਹੇ ਚਕਲ ਜਿਹਾ ਛਲਾਰੂ ਨਾਲ ਸਾਈਨ ਕਹਿੰਦਾ ਆਹ ਚਕਲ ਤੇ ਛਲਾਰੂ ਕਿੱਥੋਂ ਲਿਆਦੇ ਸ਼ਬਦ ਉਹੀ ਸਾਡੇ ਇਲਾਕੇ 'ਚ ਬੋਲਦੇ ਨੇ ਉੱਦਾਂ ਦੇ ਨਾ। ਸੋ ਯਾਨੀ ਕਿ ਉਹ ਵੀ ਸਾਰੀ ਖੁਸ਼ ਸੀਗੇ ਉਸ ਦਿਨ ਨਾ ਵੀ ਚਲੋ ਠੀਕ ਹੈ ਨਾ। ਮੈਂ ਕਿਤੇ ਨਾ ਕਿਤੇ ਮੈਂ ਸੋਚ ਰਿਹਾ ਸੀਗਾ ਵੀ ਇਹ ਤੋਂ ਬਾਅਦ ਕੀ ਹੋਊ ਕੀ ਕਰਨਾ ਹੈ ਨਾ ਕਿਵੇਂ ਤੁਰਨਾ ਇਸ ਚੀਜ਼ ਦੇ ਵਿੱਚ ਨਾ ਕਿਵੇਂ ਮੈਂ ਤਾਂ ਯਾਨੀ ਕਿ ਮੇਰੇ ਦਿਮਾਗ 'ਚ ਚੱਲ ਰਿਹਾ ਸੀ। ਪਰ ਸਾਰਿਆਂ ਨੇ ਯਾਨੀ ਕਿ ਜਿੰਨੇ ਵੀ ਉਹਨਾਂ ਨੇ ਵੀ ਕਈ ਗੱਲਾਂ ਕਹੀਆਂ ਕਹਿੰਦਾ ਵੀ ਸਿੱਧੂ ਤੇਰੀ 28 ਸਾਲ ਉਮਰ ਹੈ ਹਾਲੇ ਸਾਡੀ 55 ਸਾਲਾਂ ਦੇ ਅਸੀਂ ਹੋ ਗਏ 28 ਸਾਲ ਉਮਰ ਹੈ ਕਹਿੰਦਾ ਵੀ ਤੇਰੇ ਕੋਲ ਲੰਬੀ ਲਾਈਫ ਪਈ ਹੈ ਠੀਕ ਹੈ ਨਾ। ਅਤੇ ਇਸ ਉਮਰ ਦੇ ਵਿੱਚ ਕਹਿੰਦਾ ਲੋਕ ਕਹਿੰਦਾ ਪਾਰਟੀ ਤੋਂ ਕੁਛ ਨਾ ਕੁਛ ਭਾਲਦੇ ਹੁੰਦੇ ਹੈ ਉਹ ਪਾਰਟੀਆਂ 'ਚ ਤਾਂ ਆਉਂਦੇ ਹੁੰਦੇ ਵੀ ਪਾਰਟੀ ਨੂੰ ਉਹਨਾਂ ਤੋਂ ਫਾਇਦਾ ਹੋਵੇ ਪਾਰਟੀ ਤੋਂ ਉਹ ਫਾਇਦਾ ਲੈਣ ਕੋਈ MLA ਟਿਕਟ ਮਿਲ ਜੇ ਉਹਨਾਂ ਨੂੰ ਤਾਂ ਫਿਰ ਪਾਰਟੀ ਦੇ ਵਰਕਰਾਂ ਦੇ ਵੋਟਾਂ ਪਾ ਕੇ ਉਹਨਾਂ ਨੂੰ ਅਹੁਦਾ ਮਿਲ ਜੇ ਕੋਈ ਹੈ ਨਾ ਗੱਲਬਾਤ ਹੋਣ ਲੱਗ ਜੇ। ਕਹਿੰਦਾ ਤੂੰ ਪਹਿਲਾ ਬੰਦਾ ਜਿਹਦੇ ਤੋਂ ਪਾਰਟੀ ਨੂੰ ਫਾਇਦਾ ਹੋਣਾ ਅਤੇ ਤੂੰ ਉਸ ਚੀਜ਼ ਦਾ ਕੋਈ ਫੇਵਰ ਵੀ ਨਹੀਂ ਮੰਗਿਆ। ਮੈਂ ਉਹ ਤਾਂ ਠੀਕ ਹੈ ਪਰ ਮੈਂ ਫੇਵਰ ਮੰਗੂੰਗਾ ਜਦੋਂ ਟਾਈਮ ਆਇਆ ਲੋਕਾਂ ਵਾਸਤੇ ਮੰਗਾਂਗੇ। ਉਹ ਕਹਿੰਦੇ ਉਹ ਦੈਟਸ ਨੋ ਪ੍ਰੋਬਲਮ ਉਹੀ ਕਰਨ ਵਾਸਤੇ ਬੈਠੇ ਆਪਾਂ ਇੱਥੇ। ਸੋ ਵੀ ਇਹ ਚੀਜ਼ਾਂ ਨੇ ਵੀ ਸਾਰੇ ਉਸ ਚੀਜ਼ ਨੂੰ ਉਹ ਉਹੀ ਗੱਲ ਕਹਿ ਰਹੇ ਸੀ ਕਹਿੰਦੇ ਵੀ ਸਿੱਧੂ ਵੀ ਛੋਟਾ ਹੈ ਤੂੰ ਬਹੁਤ ਅੱਗੇ ਜਾਣਾ ਵੀ ਹਾਲੇ ਪਤਾ ਨਹੀਂ ਤੇਰੀ ਕਿਸਮਤ 'ਚ ਕੀ ਪਰਮਾਤਮਾ ਨੇ ਇੱਥੋਂ ਕੀ ਕੁਛ ਕਰਾਉਣਾ ਲਿਖਿਆ ਹਾਲੇ ਹੈ ਨਾ ਚੰਗਾ ਹੈ ਨਾ। ਸੋ ਤੂੰ ਇਸ ਚੀਜ਼ ਲਈ ਪ੍ਰਪੇਅਰ ਰਿਹਾ ਦ੍ਰਿੜ ਰਹਿ ਹੈ ਨਾ ਕਈ ਚੀਜ਼ਾਂ ਆਉਣਗੀਆਂ ਕਹਿੰਦਾ ਅਸੀਂ ਵੀ ਕਹਿੰਦਾ ਵੀ ਘਾਹ ਖਾਧਾ ਜਿਹਨੂੰ ਕਹਿੰਦਾ ਘਾਹ ਖਾਣ ਦਾ ਕਹਿੰਦਾ ਵੀ ਘਾਹ ਖਾ ਕੇ ਟਾਈਮ ਪਾਸ ਕਰਿਆ ਤੂੰ ਕਹਿੰਦਾ ਇਹ ਚੀਜ਼ਾਂ ਆਉਣਗੀਆਂ ਕਦੇ ਡੋਲੀ ਨਾ। ਹੁਣ ਵੀ ਤੈਨੂੰ ਬਹੁਤ ਲੋਕ ਕਹਿਣਗੇ ਕਹਿੰਦਾ ਪੋਲੀਟਿਕਸ ਇਹੋ ਜਿਹੀ ਚੀਜ਼ ਹੈ ਵੀ ਜਦੋਂ ਸਟਾਰਟ ਹੋ ਗਈ ਤਾਂ ਲੋਕ ਸਟੋਨਸ ਥਰੋ ਕਰਨ ਲੱਗ ਜਾਂਦੇ ਨਾਲ ਕਹਿੰਦਾ ਹੁਣ ਜਿੰਨੇ ਤੇਰੇ ਦੁਸ਼ਮਣ ਉਹ ਤੋਂ ਦੁੱਗਣੇ ਤਿੱਗਣੇ ਟ੍ਰਿਪਲ ਹੋ ਜਾਣਗੇ ਨਾ। ਸੋ ਕਹਿੰਦਾ ਵੀ ਇਹ ਚੀਜ਼ਾਂ ਤੋਂ ਕਦੇ ਘਬਰਾਈ ਨਾ ਮੇਰੇ ਬਹੁਤ ਨੇ ਕਹਿੰਦੇ ਉਧਰ ਆਏ ਹੋਏ ਕਹਿੰਦਾ ਵੀ ਇਹ ਚੀਜ਼ਾਂ ਮੈਨੂੰ ਸਮਝਾ ਚੁੱਕਿਆ ਆਲਰੇਡੀ ਮੈਨੂੰ ਜਾਣੀ ਕਿ ਸਾਰਿਆਂ ਨੇ ਕਹਿੰਦਾ ਤੂੰ ਬਹੁਤ ਯੰਗ ਹੈ ਤੇਰੇ ਕੋਲ ਬਹੁਤ ਬਰਾਈਟ ਫਿਊਚਰ ਹੈ ਜੇ ਤੂੰ ਕੁਛ ਕਰਨਾ ਸੋ ਦ੍ਰਿੜ ਰਹੀ ਮੁੱਕਦੀ ਗੱਲ ਇਹੀ ਹੈ। ਅੱਛਾ ਤੁਹਾਨੂੰ ਲੱਗਦਾ ਕਿ ਤੁਹਾਡੀ ਟ੍ਰੇਨਿੰਗ ਜੋ ਮੀਡੀਆ ਇੰਡਸਟਰੀ ਦੇ ਵਿੱਚ ਹੋਈ ਜਿਸ ਤਰੀਕੇ ਦੇ ਨਾਲ ਤੁਹਾਨੂੰ ਕ੍ਰਿਟੀਸਾਈਜ਼ ਵੀ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਮੀਡੀਆ ਦੇ ਵਿੱਚ ਸਿਆਸਤ ਹੋਈ ਤੁਹਾਨੂੰ ਲੱਗਦਾ ਕਿ ਯੂ ਆਰ ਗੈਟਿੰਗ ਰੈਡੀ ਤੁਹਾਨੂੰ ਉੱਪਰ ਵਾਲਾ ਅਕਾਲ ਪੁਰਖ ਤਿਆਰ ਕਰ ਰਿਹਾ ਸੀ? ਮੈਨੂੰ ਹੁਣ ਸਮਝ ਆਉਂਦੀ ਹੈ ਵੀ ਉਹ ਜਿਹੜੇ ਇੰਨੇ ਪੱਤਰਕਾਰਾਂ ਨਾਲ ਕਈਆ ਕਲੇਸੀ ਮੇਰਾ ਸਾਰਾ ਕੁਛ ਇੰਨਾ ਕੁਛ ਹੁੰਦਾ ਰਿਹਾ ਮੇਰੇ 'ਤੇ ਵੀ ਸ਼ਾਇਦ ਉਹ ਇਸੇ ਚੀਜ਼ ਵਾਸਤੇ ਸੀ ਵੀ ਪ੍ਰਪੇਅਰ ਕਰਨ ਵਾਸਤੇ ਵੀ ਕਿਤੇ ਕੱਚਾ ਨਾ ਰਹਿ ਜਾਵਾਂ। ਉਹ ਚੀਜ਼ਾਂ ਨੇ ਹੁਣ ਮੈਨੂੰ ਸਮਝ ਆਉਂਦੇ ਨੇ ਵੀ ਉਦੋਂ ਕਿਉਂ ਚੱਲ ਰਿਹਾ ਸਾਰਾ ਕੁਛ ਉਹਨਾਂ ਚੀਜ਼ਾਂ ਨਹੀਂ ਪਰ ਪੱਕਾ ਕੀਤਾ ਹੁਣ ਤਾਂ ਇੱਥੋਂ ਤਾਈਂ ਸੁਣਵਾਈ ਹੋਈ ਨਹੀਂ ਕੋਈ। ਹੁਣ ਮੈਂ ਇੱਥੇ ਬੈਠਾ ਮੇਰੇ 'ਤੇ ਕੋਈ ਕੰਪਲੇਂਟ ਦੇ ਮੈਨੂੰ ਕੰਪਲੇਂਟ ਵਾਲੇ ਉੱਥੋਂ ਸੱਦਣਗੇ ਇਹ ਆ ਜਾ ਫਲਾਨੇ ਇਹਦੇ ਨਾਲ ਤਾਂ 4 ਫੋਟੋਆਂ ਕਰਾ ਕੇ ਜਾ ਨਾਲੇ ਗੱਲ ਭਾਵੇਂ ਕੋਈ ਵੀ ਨਾ ਹੋਵੇ। ਕੰਪਲੇਂਟਾਂ 'ਤੇ ਬਹੁਤ ਕੁਛ ਕਰਦੇ ਨੇ ਬਹੁਤ ਕੰਪਲੇਂਟਾਂ ਕਰਦੇ ਨੇ ਲੋਕਾਂ 'ਤੇ ਵੀ ਇਹਦੇ ਕੋਲ ਫਲਾਨਾ ਹੈ ਜੀ ਇਹਨੇ ਆਹ ਕੀਤਾ ਜੀ ਇਹਨੇ ਆਹ ਕੀਤਾ ਪਰ ਉਹ ਕਦੇ ਪ੍ਰੂਵ ਹੋਈ ਨਹੀਂ ਕਿਉਂਕਿ ਕੰਪਲੇਂਟਾਂ ਹੀ ਸੀ ਉਹ ਹੈ ਨਾ। ਉਹ ਇਹ ਚੀਜ਼ ਹੁਣ ਮੈਨੂੰ ਕਈ ਚੀਜ਼ਾਂ ਦੇ ਵਿੱਚ ਲੋਕ ਘੜੀਸਦੇ ਨੇ ਆਰਮਸ ਐਕਟ 'ਤੇ ਫਲਾਨਾ ਧਮਕਾ ਮੈਂ ਯਾਰ ਆਰੋਪ ਨੇ ਸਿੱਧ ਹੋਏ ਜਿੱਦਣ ਸਿੱਧ ਹੋਏ ਉਦਣ ਦੇਖਾਂਗੇ। ਕਈ ਲੋਕ ਕਹਿੰਦੇ ਹੋਏ ਆ ਜਦੋਂ ਤੁਸੀਂ ਜੁਆਇਨ ਕੀਤਾ ਉਸ ਤੋਂ ਬਾਅਦ ਲੋਕਾਂ ਨੇ ਸਟੇਟਸ ਪਾਏ ਕਈਆਂ ਨੇ ਇਹ ਵੀ ਕਿਹਾ ਬਿਆਨ ਵੀ ਦਿੱਤੇ ਕਿ ਹੱਥ 'ਚ 47 ਫੜਾ ਕੇ ਪੰਜਾਲੀ ਪਾਲੀ ਕੁਛ ਇਸ ਤਰੀਕੇ ਦੇ ਬਿਆਨ ਵਗੈਰਾ ਵੀ ਆਉਣੇ ਸ਼ੁਰੂ ਹੋਏ। ਦੇਖੋ ਜੀ ਲੋਕਾਂ ਦਾ ਹੱਕ ਹੈ ਕਹਿਣਾ ਅਤੇ ਲੋਕ ਕ੍ਰਿਟੀਸਾਈਜ਼ ਉਸੇ ਨੂੰ ਹੀ ਕਰਦੇ ਨੇ ਜਿਨ੍ਹਾਂ ਤੋਂ ਉਹਨਾਂ ਨੂੰ ਉਮੀਦਾਂ ਹੁੰਦੀਆਂ ਨੇ। ਹੋਰ ਇੱਥੇ ਬਥੇਰੇ ਫਿਰਦੇ ਉਹਨਾਂ ਨੂੰ ਕੋਈ ਕੁਛ ਕਹਿੰਦੇ ਨਹੀਂ। ਕੋਈ ਇੱਥੇ ਹੁਣ ਮੇਰੇ ਨਾਲ ਹੋਰ 20 ਭਰਾ ਬੈਠੇ ਉਹਨਾਂ ਨੇ ਕਦੇ ਸੋਸ਼ਲ ਮੀਡੀਆ 'ਤੇ ਕਿਸੇ ਨੇ ਗਾਲ ਵੀ ਨਹੀਂ ਕੱਢੀ ਹੋਣੀ ਉਹ ਫਲਾਨੇ ਆ ਅਗਲਾ ਕਹਿੰਦਾ ਤੇਥੋਂ ਕੀ ਲੈਣਾ ਮੈਂ ਰੌਲਾ ਤਾਂ ਉਹਦੇ ਨਾਲ ਹੈ ਇਹਨੂੰ ਕੁਛ ਕਹਾਂਗੇ ਤਾਂ ਕੁਛ ਨਾ ਕੁਛ ਨਿਕਲੂ। ਉਹਨਾਂ ਦਾ ਹੱਕ ਹੈ ਜੀ ਉਹ ਕੁਛ ਵੀ ਕਹਿ ਸਕਦੇ ਨੇ ਅਤੇ ਮੈਂ ਰੈਡੀ ਹਾਂ ਕਹੋ ਸੁਣਨ ਲਈ ਤਿਆਰ ਹਾਂ ਮੈਂ ਜਿੱਥੇ ਮੈਥੋਂ ਮੇਰਾ ਪੱਖ ਪੁੱਛੋਗੇ ਮੈਂ ਦੱਸੂੰਗਾ। ਅੱਛਾ ਜਦੋਂ ਤੁਸੀਂ ਪਲੇਨ 'ਚ ਬੈਠੇ ਹੋਏ ਸੀਗੇ ਤੁਹਾਡੇ ਦਿਮਾਗ ਦੇ ਵਿੱਚ ਬਹੁਤ ਵਾਂਗ ਰੋਲੇ ਉੱਠਦੇ ਹੋਣੇ ਆ ਤੁਹਾਡੇ ਨਾਲ ਰਾਜਾ ਵੜਿੰਗ ਸਾਹਿਬ ਉੱਥੇ ਸੀਗੇ ਹੋਰ ਤਮਾਮ ਲੋਕ ਤੁਹਾਡੇ ਨਾਲ ਗਏ ਸਿੱਧੂ ਸਾਹਿਬ ਉੱਥੇ ਗਏ ਉਹਨਾਂ ਨੂੰ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਮਿਲਣ ਜਾ ਰਿਹਾ ਐਡੀ ਵੱਡੀ ਹਸਤੀ ਨੂੰ ਕੀ ਗੱਲਬਾਤ ਕਰਾਂਗਾ ਉਹ ਅੱਗੋਂ ਦੀ ਕੀ ਪੁੱਛਣਗੇ? ਕੋਈ ਇਸ਼ੂ ਨਹੀਂ ਜੀ ਇਨਸਾਨ ਤਾਂ ਸਾਰੇ ਇਨਸਾਨ ਹੀ ਨੇ ਜੀ ਹਸਤੀਆਂ ਹੈ ਨਾ ਵੀ ਬੜੀ ਗੱਲ ਹੈ ਸਾਰੇ ਇੱਕੋ ਜਿਹੇ ਆਪਾਂ ਹੈ ਨਾ। ਇਹ ਹੋ ਸਕਦਾ ਵੀ ਤੁਹਾਡਾ ਰੁਤਬਾ ਮੈਥੋਂ ਥੋੜ੍ਹਾ ਜਿਹਾ ਵੱਡਾ ਹੋ ਸਕਦਾ ਮੈਂ ਤੁਹਾਡੇ ਤੋਂ ਥੋੜ੍ਹਾ ਛੋਟਾ ਹੋ ਸਕਦਾ ਪਰ ਆਫਟਰ ਆਲ ਸਾਰੇ ਇਨਸਾਨ ਆ। ਉਹ ਚੀਜ਼ਾਂ ਦੇਖਣ ਨੂੰ ਕੁਛ ਹੋਰ ਲੱਗਦੀਆਂ ਨੇ ਅਤੇ ਇਹਦੇ ਉੱਤੇ ਗੱਲਾਂ ਬਾਤਾਂ ਹੋਈਆਂ ਸੀ ਸਾਫ਼ ਕੋਈ ਗੱਲਬਾਤ ਨਹੀਂ ਹੋਈ ਗੱਲ ਸਾਰੀ ਮਾਨਸਾ ਦੇ ਢੁੱਕਦੀ ਸੀ ਆ ਕੇ ਉਹਦੇ ਤੂੰ ਕਿੱਥੋਂ ਆਇਆ ਵੀਰ ਤੂੰ ਕਿੱਥੋਂ ਆਇਆ ਕਿੱਥੋਂ ਸਟੱਡੀ ਕੀਤੀ ਹੈ ਕੀ ਕੀਤਾ ਮੈਂ ਸਾਰਾ ਕੁਛ ਆਹ ਚੀਜ਼ਾਂ ਨੇ ਆਹ ਪ੍ਰੋਬਲਮ ਆਈ ਸਾਡੇ ਕੈਂਸਰ ਬੈਲਟ ਹੈ ਆਹੀ ਡਿਸਕਸ ਹੋਇਆ ਸਾਰਾ ਕੁਛ ਵੀ ਅਸਲ 'ਚ ਮੁੱਦੇ ਕੀ ਨੇ
ਹਾਂ ਉੱਦਾਂ ਸਾਡਾ ਹੀ ਪਹਿਲੀ ਗੱਲ ਸਾਡਾ ਲੀਡਰ ਹੀ ਨਹੀਂ ਕੋਈ ਬੰਦਾ ਨਹੀਂ। ਜਿਹੜੇ ਲੀਡਰ ਹੈਗੇ ਨੇ ਵਿਚਾਰੇ ਉਹ ਇੰਨੇ ਯਾਨੀ ਕਿ ਹਾਲੇ ਕੋਈ ਬਸ ਲੋਕ ਦੁੱਖੀ ਭੋਗੀ ਜਾਂਦੇ ਨੇ ਹੈ ਨਾ। ਕੈਂਸਰ ਬੈਲਟ ਆ, 2 ਥਰਮਲ ਨੇ, ਦਾੜ ਮੱਖਾ ਤੜਕੇ ਨੂੰ ਕੱਪੜੇ ਪਾਏ ਹੁੰਦੇ ਨੇ, ਚਿੱਟੇ ਕੱਪੜੇ ਤਾਂ ਸੁੱਕਣੇ ਪਰ ਤੜਕੇ ਨੂੰ ਕਾਲਾ ਬਣ ਜਾਂਦਾ। ਸੁਆਹ ਡਿੱਗਦੀ ਅੰਤਾਂ ਦੀ, ਠੀਕ ਹੈ ਨਾ। ਰਿਆਂ ਸਪਰੇਆਂ ਬੰਨੀਓ, ਪੀੜੀਆਂ ਸੁੰਨੀਆਂ ਨਾਲ ਨਰਮੇ ਖਰਾਬ ਹੋ ਜਾਣ, ਲੋਕ ਸੁਸਾਈਡ ਕਰੀ ਜਾਂਦੇ ਨੇ। ਆਹ ਸਾਡੀ ਸਥਿਤੀ ਹੈ ਜੀ, ਆਹ ਹਲਕੇ ਦਾ ਹਾਲ ਆ ਸਾਡੇ ਦਾ। ਉਹ ਇਹੋ ਜਿਹੀਆਂ ਗੱਲਾਂ ਬਾਤਾਂ। ਤੁਸੀਂ ਮਦਦ ਵੀ ਕਰਨੀ ਚਾਹੀਦੀ ਸੀ ਨਾ ਕਿਸੇ ਕੁੜੀ ਦੀ ਜਿਹਨੂੰ ਕੈਂਸਰ ਨਾਲ ਉਹ ਪੀੜਿਤ ਸੀਗੀ। ਉਹ ਸੀਗਾ ਇੱਕ ਮਸਲਾ ਸੀਗਾ ਵਿੱਚ ਇੱਥੇ ਇੱਕ ਮਦਦ। ਯਾਰ ਬਾਈ ਪਤਾ ਕੀ ਗੱਲ ਹੈ, ਹੁਣ ਜੇ ਮੇਰੇ ਕੋਲ ਖਜ਼ਾਨਾ ਭਰਿਆ ਹੋਵੇ ਨਾ, ਮੈਂ ਸਾਰੇ ਪੰਜਾਬ ਦੀ ਮਦਦ ਕਰਨਾ। ਹੁਣ ਇੰਨੇ ਹੱਥ ਨਹੀਂ ਨਾ ਹੁੰਦੇ, ਘਰ ਵੀ ਦੇਖਣਾ, ਰੋਟੀ ਵੀ ਖਾਣੀ ਹੈ, ਹੈ ਨਾ। ਹਰੇਕ ਕੋਲ ਕੌਣ ਚਾਹੁੰਦਾ ਹੋ ਵੀ ਜਿਹਦੇ ਕੋਲ ਸਮਾਨ ਹੋਵੇ ਅਤੇ ਉਹ ਵੰਡੇ ਨਾ, ਹੈ ਨਾ। ਕਈ ਵਾਰੀ ਹੱਥ ਹੀ ਇੰਨਾ ਹੁੰਦਾ, ਜਿੱਦਣ ਕਾਬਲ ਹੋਏ ਪਰਮਾਤਮਾ ਇੰਨੇ ਕਾਬਲ ਕੀਤੇ ਤਾਂ ਹੈਲਪ ਸਾਰੇ ਤੁਹਾਡੇ ਕੋਲ ਕੁਛ ਹੋਵੇ, ਤੁਸੀਂ ਕਦੇ ਕਿਸੇ ਨੂੰ ਭੁੱਖਾ ਮੋੜ ਦਿਓ? ਨਹੀਂ ਮੋੜਾਂਗੇ ਨਾ ਆਪਾਂ ਨੂੰ ਇਹ ਹੁੰਦਾ ਵੀ ਯਾਰ ਕਿਸੇ ਨਾ ਕਿਸੇ, ਪਰ ਆਪਦੇ ਹੱਥ ਬੰਨੇ ਹੁੰਦੇ ਨੇ ਨਾ। ਸੋ ਸਾਰੀ ਹਿਊਮਨ ਨੇਚਰ ਦੇ ਵਿੱਚ ਆਪਾਂ ਸਾਰੇ ਇੱਕ ਦੂਜੇ ਦਾ ਆਪਾਂ ਨੂੰ ਹੱਥ ਫੜਨਾ ਚਾਹੀਦਾ ਅਤੇ ਫੜਦੇ ਵੀ ਹਾਂ ਜਿੰਨੇ ਕੁ ਜੋਗੇ ਹੈਗੇ ਆ। ਜਿੰਨੇ ਕੁ ਜੋਗੇ ਮਦਦ ਕਰਨ ਵਾਲਾ ਕੋਈ ਹੁੰਦਾ ਉਹਦੀ ਕਰ ਵੀ ਦਿੰਦੇ ਆ। ਜਿਹੜਾ ਹੱਥੀ ਬਾਹਰ ਜਿਹਨਾਂ ਕਹਿਣਾ ਭਾਈ ਮੇਰਾ ਆਹ ਕਰਕੇ ਦੇ ਇੰਨੇ ਲੱਖਾਂ ਦੀ ਲੋੜ ਹੈ, ਕਿੱਥੇ ਕਈ ਵਾਰੀ ਨਹੀਂ ਹੁੰਦਾ। ਸੋ ਇਹ ਚੀਜ਼ ਹੈ। ਬਹੁਤ ਸਾਰੀਆਂ ਸਿਫਾਰਿਸ਼ਾਂ ਵੀ ਆਈਆਂ ਕਈ ਵਾਰੀ, ਜਿਵੇਂ ਤੁਸੀਂ ਕਹਿੰਦੇ ਹੋ ਕਿਤੇ ਕੰਪਲੇਂਟ ਕਰ ਦਿੰਦੇ ਆ, ਫਿਰ ਸੱਦ ਲੈਂਦੇ ਆ। ਮਕਸਦ ਇਹ ਹੁੰਦਾ ਕਿ ਫੋਟੋ ਕਰਾਉਣੀ ਹੈ ਜਾਂ ਕਿ ਦਬਾਉਣਾ, ਹੱਥ ਪਾਉਣਾ। ਲੱਗਦਾ ਕਿ ਹੁਣ ਜਦੋਂ ਸਿਆਸਤ ਦੇ ਵਿੱਚ ਆਓਗੇ ਤਾਂ ਕਈਆਂ ਦੇ ਲੋਕਾਂ ਦੇ ਮੂੰਹ ਵੀ ਬੰਦ ਹੋ ਜਾਣਗੇ ਅਤੇ ਕਈ ਚੀਜ਼ਾਂ ਦੇ ਉੱਤੇ ਹੁਣ ਨੱਥ ਵੀ ਪੈ ਜਾਏਗੀ। ਹਾਂ ਉਹ ਤਾਂ ਫਰਕ ਤਾਂ ਪੈਣਾ ਹੀ ਆ। ਬਾਕੀ ਦੇਖੋ ਵਕਤ ਆਉਂਦਾ, ਉਹੀ ਗੱਲ ਹੈ ਨਾ, ਜਦੋਂ ਸਿਸਟਮ ਦਾ ਪਾਰਟ ਹੁੰਦੇ ਹੋ ਤੁਸੀਂ, ਫਿਰ ਤੁਹਾਨੂੰ ਛੇਤੀ ਛੇਤੀ ਕੋਈ ਛੇੜਨ ਦੀ ਕੋਸ਼ਿਸ਼। ਸਿਆਸਤ ਹੈ ਕੀ ਹੈ? ਸਿਆਸਤ ਹਾਲੇ ਤੱਕ ਤਾਂ ਸਿਆਸਤ ਲੜਾਈ ਦਾ ਘਰ ਹੀ ਲੱਗ ਰਹੀ ਸੀ, ਹੈ ਨਾ। ਹੁਣ ਥੋੜ੍ਹੇ ਕੰਮ ਹੋਣ ਲੱਗੇ ਨੇ, ਹੈ ਨਾ। ਸਾਰਿਆਂ ਨੂੰ ਆਸ ਉਮੀਦ ਵੱਝੀ ਹੈ ਸਾਰਿਆਂ ਨੂੰ ਵੀ ਕੰਮ ਕੋਈ ਨਾ ਕੋਈ ਯਾਰ ਕੋਈ ਚੰਗੇ ਬੰਦੇ ਆਉਣ ਤਾਂ ਸ਼ਾਇਦ ਕੁਝ ਨਾ ਕੁਝ ਸੁਧਾਰ ਹੋ ਸਕੇ। ਸਿੱਧੂ ਲਈ ਪੰਜਾਬ ਕੀ ਹੈ? ਪੰਜਾਬ ਸਾਡੇ ਲਈ, ਪੰਜਾਬ ਤਾਂ ਸਾਰਿਆਂ ਲਈ ਘਰ ਹੈ ਸਾਡਾ ਆਪਦਾ, ਹੈ ਨਾ। ਸਾਡੇ ਲੋਕ ਨੇ, ਠੀਕ ਹੈ, ਖਰਾਬ ਹੋਏ ਨੇ, ਥੋੜ੍ਹੇ ਸੈੱਟ ਕਰਨ ਵਾਲੇ ਨੇ। ਪੰਜਾਬ ਤਾਂ ਸੋਨੇ ਦੀ ਚਿੜੀ ਸੀ, ਹੈ ਨਾ। ਕਾਲਾ ਕਿਉਂ ਬਣਨ 'ਤੇ ਆ ਰਿਹਾ, ਹੈ ਨਾ, ਕਿਉਂਕਿ ਇੰਨੇ ਮਾੜੇ ਹਾਲਾਤ ਤਰਾਸਦੀਆਂ ਹੋ ਜਾਂਦੀਆਂ ਨੇ, ਹੈ ਨਾ। ਧਰਮ ਦੇ ਨਾਮ 'ਤੇ ਰਾਜਨੀਤੀ ਹੋਈ ਜਾਂਦੀ ਹੈ, ਸਿਆਸਤਾਂ ਹੋਈ ਜਾਂਦੀਆਂ ਨੇ। ਕੋਈ ਜਿਹੜਾ ਅਸਲ ਧਰਮ ਹੈ ਸਾਡਾ, ਰੋਟੀ, ਉਹਦੇ ਬਾਰੇ ਤਾਂ ਕੋਈ ਗੱਲ ਹੀ ਨਹੀਂ ਕਰ ਰਿਹਾ। ਹਿੰਦੂ, ਮੁਸਲਿਮ, ਸਿੱਖ, ਈਸਾਈ ਉੱਧਰ ਭੱਜੇ ਫਿਰਦੇ ਆਪਾਂ ਸਾਰੇ, ਹੈ ਨਾ। ਜਿਹੜਾ ਬੰਦਾ ਰੱਬ ਦੀ ਗੱਲ ਬੰਦਾ ਉਦੋਂ ਕਰੂਗਾ ਜਦੋਂ ਉਹਦਾ ਢਿੱਡ ਭਰਿਆ ਹੋ। ਜਿੰਨਾ ਚਿਰ ਉਹ ਭੁੱਖ ਹੈ ਨਾ, ਉਹ ਰੱਬ ਬਾਰੇ ਸੋਚਦਾ ਵੀ ਨਹੀਂ। ਰੋਟੀਆਂ ਦੇ ਲਾਲੇ ਪਏ ਹੋਏ ਅਤੇ ਅਸੀਂ ਗੱਲਾਂ ਕਰ ਰਹੇ ਹਾਂ ਸਿਆਸਤਾਂ ਦੀਆਂ, ਉਹ ਵੀ ਧਰਮ ਦੀਆਂ ਸਿਆਸਤਾਂ ਦੀਆਂ। ਸੋ ਬੇਸਿਕ ਲੋੜਾਂ ਕੁਛ ਹੋਰ ਨੇ ਜਿਨ੍ਹਾਂ ਨੂੰ ਵਾਂਝਾ ਕਰਕੇ ਹੋਰ ਹੀ ਪਾਸੇ ਘੁਮਾਈ ਜਾਂਦੇ ਨੇ, ਹੈ ਨਾ। ਰੋਟੀ, ਕੱਪੜਾ ਔਰ ਮਕਾਨ, ਬੇਸਿਕ ਨੀਡਸ ਤਾਂ ਆਪਣੀਆਂ ਇਹ ਨੇ, ਹੋਰ ਹੀ ਕਿਸੇ ਪਾਸੇ ਲਈ ਫਿਰਦੇ ਲੋਕਾਂ ਨੂੰ। 2022 ਦੀਆਂ ਜੋ ਚੋਣਾਂ ਹੈਗੀਆਂ ਵਿਧਾਨ ਸਭਾ ਦੀਆਂ, ਪੰਜਾਬ ਵਿਧਾਨ ਸਭਾ ਦੀਆਂ, ਲੱਗਦਾ ਪੰਜਾਬ ਦੀ ਕਿਸਮਤ ਬਦਲੇਗੀ? ਯਾਰ ਚਾਹੁੰਦੇ ਹਾਂ, ਹੈ ਨਾ। ਹੁਣ ਮੈਂ ਇੱਕਦਮ ਮੈਂ ਕਹਿ ਰਿਹਾ ਸਾਰਾ ਕੁਛ, ਹੈ ਨਾ। ਫਿਰ ਉਹੀ ਗੱਲ ਹੈ ਵੀ ਝੂਠ ਬੋਲਣਾ, ਝੂਠ ਲੱਗਣਾ। ਮੈਂ ਤੁਹਾਨੂੰ ਕਿਹਾ ਸੀ ਨਾ ਗੱਲ, ਤੁਸੀਂ ਕਹਿੰਦਾ ਪੰਜਾਬ ਬਦਲ, ਮੈਂ ਵੀ ਇਹ ਗੱਲਾਂ ਮੈਂ ਕਹੂੰਗਾ ਝੂਠ ਲੱਗਣਗੀਆਂ, ਹੈ ਨਾ। ਕਰੇ 'ਤੇ ਪਤਾ ਲੱਗੂਗਾ, ਕਰਕੇ ਦਿਖਾਵਾਂਗੇ ਕੁਛ ਨਾ ਕੁਛ, ਜ਼ੋਰ ਲਾਵਾਂਗੇ। ਬਦਲਣ ਖਾਤਰ ਹੀ ਆਏ ਹਾਂ, ਪਰ ਮੈਂ ਹੁਣੀ ਦਾਅਵੇ ਜੇ ਕਰੀ ਜਾਵਾਂ ਫਿਰ ਉਹ ਦਾਅਵੇ ਕਈ ਵਾਰੀ ਦਾਅਵੇ ਰਹਿ ਜਾਂਦੇ। ਟਾਈਮ ਆਉਣ ਦਿਓ, ਵਕਤ ਦੇਖਾਂਗੇ, ਹੈ ਨਾ। ਕੋਸ਼ਿਸ਼ ਕਰਾਂਗੇ, ਜ਼ੋਰ ਲਾਵਾਂਗੇ, ਸਹੀ ਗੱਲਾਂ ਦੀ ਅਮੈਂਡਮੈਂਟ ਲਿਆਉਣ ਦੀ ਕੋਸ਼ਿਸ਼ ਕਰਾਂਗੇ, ਗਲਤ ਨੂੰ ਰਿਮੂਵ ਕਰਨ ਦੀ ਕੋਸ਼ਿਸ਼ ਕਰਾਂਗੇ, ਹੈ ਨਾ। ਸੋ ਵਕਤ ਆਵੇ, ਪਰਮਾਤਮਾ ਕਰੇ, ਮੌਕਾ ਮਿਲੇ, ਫਿਰ ਦੇਖਦੇ ਹਾਂ, ਕਰਦੇ ਹਾਂ, ਖਿੱਚਦੇ ਹਾਂ। ਇੱਕ ਗੱਲ ਦੱਸੋ, ਮੈਂ ਜਿਵੇਂ ਪਹਿਲੇ ਕਿਹਾ ਕਿ ਮੀਡੀਆ ਇੰਡਸਟਰੀ ਦੇ ਵਿੱਚ ਵੀ ਸਿਆਸਤ ਹੋਈ, ਬਾਹਰ ਦੇ ਜਿਹੜੇ ਸਿਆਸਤਦਾਨ ਹੁੰਦੇ ਆ ਸਿਆਸਤ ਦੇ ਵਿੱਚ, ਉਹਨਾਂ ਘਾਣ ਉਹ ਨਹੀਂ ਕਰਦੇ ਜਿੰਨੀ ਇਨਰ ਪੋਲੀਟਿਕਸ ਹੁੰਦੀ ਹੈ ਨਾ, ਇਨਰ ਪਾਰਟੀ ਪੋਲੀਟਿਕਸ ਜੋ ਹੁੰਦੀ ਆ ਉਹ ਲੈ ਕੇ ਬਹਿੰਦੀ ਬੰਦੇ ਨੂੰ। ਤੁਸੀਂ ਇੱਕ ਕਲਟ ਫਿਗਰ ਹੋ, ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਆਪਣੀ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਸੀਗਾ, ਇਹੋ ਜਿਹੇ ਕਲਟ ਫਿਗਰ ਤੋਂ ਅੰਦਰ ਦੇ ਜਿਹੜੇ ਪਾਰਟੀ ਦੇ ਪੋਲੀਟੀਸ਼ੀਅਨਸ ਹੁੰਦੇ ਆ ਉਹ ਵੀ ਇਨਸਿਕਿਉਰ ਹੋ ਜਾਂਦੇ ਆ। ਤੁਹਾਨੂੰ ਲੱਗਦਾ ਖਤਰਾ ਪੈਦਾ ਹੋਏਗਾ ਇੱਥੇ ਵੀ? ਖਤਰਾ ਤਾਂ ਹੈਗਾ ਹੀ ਹੈ ਜੀ, ਹੁਣ ਤਾਂ ਮਾੜਾ ਮੋਟਾ ਤਾਂ ਕੁਛ ਨਾ ਕੁਛ ਹਲਚਲ ਹੁੰਦੀ ਹੈ। ਮੈਂ ਤਾਂ ਹੈਰਾਨ ਹਾਂ, ਮੈਂ ਜੁਆਇਨ ਜਿਵੇਂ ਕੀਤੀ ਨਹੀਂ, ਬਿਆਨ ਮੇਰੇ 'ਤੇ ਪਹਿਲਾਂ ਲੈ ਕੇ, ਇਹ ਤਾਂ ਗੈਂਗਸਟਰ ਹੈ ਜੀ, ਇਹ ਤਾਂ ਫਲਾਨਾ ਹੈ ਜੀ। ਮੈਂ ਕਿਹਾ ਚਲੋ ਭਾਈ ਕੋਈ ਦਿੱਕਤ ਵਾਲੀ ਗੱਲ ਨਹੀਂ, ਤੁਹਾਨੂੰ ਗੈਂਗਸਟਰ ਲੱਗਦੇ ਆ। ਹੁਣ ਤੱਕ ਤਾਂ ਗੈਂਗਸਟਰ ਨਹੀਂ ਸੀ ਸਿਆਸਤ ਦੇ ਵਿੱਚ, ਹੁਣ ਤੱਕ ਤਾਂ ਤੁਹਾਨੂੰ ਫਿਰ ਲੜੇ ਹੋ ਕਦੀ ਜ਼ਿੰਦਗੀ 'ਚ? ਕਿੱਦਾਂ? ਜਦੋਂ ਜਵਾਨੀ 'ਚ ਬੰਦਾ ਹੁੰਦਾ, ਗਰਮ ਖੂਨ ਹੁੰਦਾ, ਲੜੇ ਹੋ? ਨਹੀਂ, ਇਜਾਜ਼ਤ ਨਹੀਂ ਦਿੱਤੀ ਨਾ, ਇਹ ਵੱਡੇ ਘਰਾਂ ਦੇ ਸ਼ੌਂਕ ਨੇ,
ਸਿਆਸਤਾਂ ਕਰਦੇ। ਲੋਕੀ ਗੈਂਗਸਟਰਸ ਇਹ ਕੀ ਇਹਨਾਂ ਕੋਲ ਕੀ ਲੌਜਿਕ ਕੀ ਹੈ ਗੱਲ ਕਹਿਣ ਦਾ? ਗੈਂਗਸਟਰ ਤੇ ਉਹ ਹੈ ਨਾ ਜਿਹਦੇ ਕੋਲ ਵੱਡਾ ਗੈਂਗ ਹੈ, ਜੋ ਫਰੋਤੀਆਂ ਮੰਗਦਾ ਹੈ, ਜੋ ਕਿਸੇ ਨੂੰ ਧਮਕਾਉਂਦਾ ਹੈ। ਇਹ ਤਾਂ ਗੱਲ ਹੈ ਜੀ, ਸਾਡੇ ਫੈਕਟਸ ਹੀ ਨਹੀਂ ਕਲੀਅਰ। ਹੁਣ ਮੈਂ ਚੋਣਾਂ ਤਾਂ ਲੜਦਾ ਕਾਲਜ ਲੈਵਲ 'ਤੇ ਜੇ ਸਾਡੇ ਕੋਲ ਸੋਰਸਿਸ ਹੁੰਦੇ, ਜਿਹੜੇ ਬੰਦੇ ਨੂੰ ਪਤਾ ਹੁੰਦਾ ਨਾ ਮੈਂ ਫੀਸ ਕਿਵੇਂ ਭਰਨੀ ਹੈ ਇਕੱਠੀ ਹੋਰ ਕਰਕੇ, ਉਹ ਚੋਣਾਂ ਵੀ ਨਹੀਂ ਝਾਕਦਾ ਵੀ ਨਹੀਂ। ਅਤੇ ਜਦੋਂ ਸਾਰਾ ਕੁਛ ਹੁੰਦਾ, ਜਦੋਂ ਬੰਦਾ ਉਦੋਂ ਸੋਚਦਾ, ਉਦੋਂ ਕਹਿੰਦਾ ਵੀ ਹਾਂ ਠੀਕ ਹੈ ਹੁਣ ਕਰੂੰਗਾ ਮੈਂ। ਹੁਣ ਮੇਰੇ ਕੋਲ ਹੈਗੀ ਆ ਉਹਦੀ, ਮੈਂ ਵਿਲ ਵੀ ਹੈਗੀ ਆ ਮੇਰੇ ਕੋਲ, ਪਾਵਰ ਵੀ ਹੈਗੀ ਆ, 4 ਬੰਦੇ ਵੀ ਹੈਗੇ ਨੇ। ਉਹ ਗੈਂਗਸਟਰ ਕਹਿਣਾ ਤਾਂ ਕਹਿਣ ਨੂੰ ਹੁਣ ਕੀ ਜਾਂਦਾ ਹੈ, ਆਰੋਪ ਲਾਉਣੇ ਕਿੰਨੇ ਸੌਖੇ। ਉਹੀ ਕਹਿਣਾ ਨਾ ਬਾਈ ਮੈਂ ਵੀ ਆਰੋਪ ਹੈ, ਕੰਪਲੇਂਟ ਹੈ। ਹੁਣ ਕਈ ਆਪਣੇ ਸੀਨੀਅਰ ਲੀਡਰਸ਼ਿਪ ਨੇ ਕਿਹਾ ਗੈਂਗਸਟਰ ਲਿਆਂਦਾ ਕਹਿੰਦੇ ਸਿਆਸਤ 'ਤੇ। ਉਹਨੂੰ ਗੈਂਗਸਟਰ ਹੁਣ ਉਹ ਕਿਸ ਵੇ ਨਾਲ ਕਹਿ ਰਹੇ ਨੇ ਮੈਨੂੰ ਇਹ ਨਹੀਂ ਸਮਝ ਆਉਂਦਾ। ਫਿਰ ਜੇ ਗੈਂਗਸਟਰ ਸੀ ਤੁਸੀਂ ਫੜਿਆ ਕਿਉਂ ਨਹੀਂ 4.5 ਸਾਲ? ਮੈਂ ਉਹੀ ਗੱਲ ਪੁੱਛਦਾ ਨਾ ਵੀ ਚਲੋ ਮੈਨੂੰ ਲੱਗਦਾ ਮੇਰੇ ਗੀਤਾਂ ਕਰਕੇ ਮੈਨੂੰ ਕਹਿੰਦੇ ਨੇ ਉਹ ਗੈਂਗਸਟਰ ਹੈ। ਕੈਪਟਨ ਸਾਹਿਬ ਨਾਲ ਮੈਨੂੰ ਲੱਗਦਾ ਸਾਲ ਕੁ ਹੋ ਗਿਆ, 50-60 ਕਲਾਕਾਰ ਸੱਦੇ ਹੋਣਗੇ, ਬੜੇ ਕਲਾਕਾਰ, ਸਾਰੀ ਇੰਡਸਟਰੀ ਹੋਈ ਸੀ ਉੱਥੇ, ਮੈਂ ਨਹੀਂ ਸੀ ਇਕੱਲਾ, ਹੈ ਨਾ। ਵੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਉਹ ਕਿਹੜਾ ਸ਼ਬਦ ਕੀਰਤਨ ਕਰਦੇ ਨੇ। ਉਹ ਵੀ ਤਾਂ ਉਹੋ ਜਿਹੇ ਗਾਣੇ ਗਾਉਂਦੇ ਨੇ ਜਿਹੋ ਜਿਹੇ ਮੈਂ ਗਾਉਣਾ। ਫਿਰ ਤੁਸੀਂ ਗੈਂਗਸਟਰਾਂ ਨਾਲ ਫੋਟੋਆਂ ਕਿਉਂ ਪਾਉਂਦੇ ਹੋ? ਆਰੋਪ ਤਾਂ ਬਈ ਆਰੋਪ ਤਾਂ ਮੈਂ ਕਈ ਲਾ ਸਕਦਾ, ਹੁਣ ਪਰਸਨਲ ਲਾਈਫ 'ਤੇ ਪ੍ਰਤੀਬੰਧ ਕਰ ਸਕਦਾ, ਪਰ ਮੈਂ ਉਹੋ ਜਿਹੀ ਚੀਜ਼ਾਂ ਨਹੀਂ ਕਰਨੀਆਂ ਚਾਹੁੰਦਾ। ਉਹ ਵੀ ਸੀਨੀਅਰ ਨੇ, ਉਹਨਾਂ ਨੇ ਵੀ ਕੁਝ ਨਾ ਕੁਝ, ਉਹਨਾਂ ਦਾ ਰੁਤਬਾ ਉਹ 2 ਵਾਰੀ ਮੁੱਖ ਮੰਤਰੀ ਰਹੇ ਨੇ। ਮੈਂ ਕੋਈ ਬੈਡ ਮਾਊਥਿੰਗ ਨਹੀਂ ਕਰਨਾ ਚਾਹੁੰਦਾ ਕਿਸੇ ਬਾਰੇ ਵੀ, ਪਰ ਗੱਲ ਇਹ ਹੈ ਵੀ ਫੈਕਟ ਕਲੀਅਰ ਕਰੋ ਤੁਸੀਂ ਆਪਦੇ। ਤੁਸੀਂ ਕਿਸੇ ਨੂੰ ਗੈਂਗਸਟਰ ਕਹਿ ਰਹੇ ਹੋ, ਪਹਿਲਾਂ ਗੈਂਗਸਟਰ ਦੀ ਪਰਿਭਾਸ਼ਾ ਮੈਨੂੰ ਲੱਗਦਾ ਤੁਹਾਨੂੰ ਤਾਂ ਬਹੁਤ ਚੰਗੀ ਤਰੀਕੇ ਨਾਲ ਪਤਾ ਹੋਣੀ ਹੈ ਇਹ ਗੈਂਗਸਟਰ ਹੁੰਦਾ ਕੀ ਹੈ। ਮੁੱਖ ਮੰਤਰੀ ਸਾਹਿਬ ਨੂੰ ਤਾਂ ਪਤਾ ਹੋਣੀ ਇਹ ਗੈਂਗਸਟਰ ਹੁੰਦਾ ਕੀ ਹੈ। ਗੈਂਗਸਟਰ ਉਹ ਹੁੰਦਾ ਜਿਹਦੇ 'ਤੇ ਮਰਡਰ ਦੇ ਪਰਚੇ ਹੋਣ, ਫਰੋਤੀਆਂ ਮੰਗਦੇ ਹੋਣ। ਵੀ ਫਿਰ ਉਹ ਤੁਸੀਂ ਦੱਸੋ ਤੁਸੀਂ ਕਿਉਂ ਨਹੀਂ, ਜੇ ਮੈਂ ਇਹੋ ਜਿਹਾ ਹੈਗਾ ਫਿਰ ਤੁਸੀਂ ਮੈਨੂੰ ਫੜਿਆ ਕਿਉਂ ਨਹੀਂ? ਇਹ ਕਹਿਣਾ ਸੌਖਾ ਬਾਈ ਯਾਰ, ਮੈਂ ਹੁਣ ਬਾਹਲਾ ਉਹਨਾਂ 'ਤੇ ਆਪਾਂ ਕਹੀ ਜਾਵਾਂਗੇ, ਕੱਢਣ ਨੂੰ ਕਮੀ 1000 ਕੱਢ ਸਕਦਾ ਮੈਂ ਉਹਨਾਂ 'ਚ, ਉਹ ਮੇਰੇ 'ਚ 1000 ਕੱਢ ਸਕਦੇ ਨੇ, ਉਹ ਤਾਂ ਕੋਈ ਫਾਇਦਾ ਨਹੀਂ ਹੈਗਾ ਉਹਨਾਂ ਚੀਜ਼ਾਂ ਦਾ। ਉਹੀ ਦਿਮਾਗ ਪੋਜ਼ੀਟਿਵਿਟੀ ਕੰਮ ਵਾਲੇ ਪਾਸੇ ਲਾਈਏ, ਹੈ ਨਾ। ਜੇ ਮੈਂ ਗੈਂਗਸਟਰ ਹੋਇਆ ਤਾਂ ਮੈਨੂੰ ਉਹ ਜਿਹਾ ਰਿਜ਼ਲਟ ਮਿਲ ਜੂ, ਜੇ ਮੈਂ ਨਾ ਹੋਇਆ ਮੈਨੂੰ ਉਹੋ ਜਿਹਾ ਮਿਲ ਜੂ। ਜੇ ਤੁਸੀਂ ਚੰਗੇ ਹੋ ਤੁਹਾਨੂੰ ਚੰਗੇ ਰਿਜ਼ਲਟ ਮਿਲ ਜੂ, ਜੇ ਤੁਸੀਂ ਚੰਗੇ ਨਹੀਂ ਸੀ ਤੁਹਾਨੂੰ ਉਹੋ ਜਿਹਾ ਮਿਲ ਗਿਆ। ਸੋ ਇਹ ਇਹਨਾਂ ਚੀਜ਼ਾਂ ਨੂੰ ਲੋਕ ਟਾਈਮ ਨੂੰ, ਸਮੇਂ ਨੂੰ ਵਕਤ ਦਿਓ ਕਿ ਉਹ ਕੀ ਬੋਲਦਾ। ਪਹਿਲੀ ਕਿਸੇ ਨੂੰ ਗਦਾਰ, ਗੈਂਗਸਟਰ ਜਾਂ ਕੁਛ ਹੋਰ ਕਹਿ ਦੇਣਾ, ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਉਹ ਗੱਲ ਹੈ। ਤੁਸੀਂ ਪਹਿਲਾਂ ਟਾਈਮ ਦੇਖੋ, ਹੈ ਨਾ। ਉਹਨਾਂ ਨੂੰ ਪੁੱਛੋ ਵੀ ਸਾਰੇ ਦੇਸ਼ ਦੇ ਵਿੱਚੋਂ ਜਿਹਨੂੰ ਤੁਸੀਂ ਗੈਂਗਸਟਰ ਕਲਾਕਾਰ ਕਹਿੰਦੇ ਹੋ, ਸਾਰੀ ਦੁਨੀਆ ਜਾਣਦੀ ਹੈ ਉਹਨੂੰ, ਠੀਕ ਹੈ। ਕਈ ਇਲਾਕਿਆਂ ਦੇ ਵਿੱਚ ਪੰਜਾਬੀ ਨੂੰ ਰਿਪਰੈਜ਼ੈਂਟ ਕਰਦਾ ਉਹੀ ਗੈਂਗਸਟਰ ਕਲਾਕਾਰ। ਸੋ ਕਹਿਣੀਆਂ ਸੌਖੀਆਂ ਨੇ ਜੀ, ਕਮੀਆਂ ਤਾਂ ਕਿਸੇ 'ਚ ਵੀ ਕੱਢ ਲਓਗੇ। ਸਾਰੀਆਂ ਕਮੀਆਂ ਸਾਰਿਆਂ 'ਚ ਪੂਰੀਆਂ ਹੋ ਗਈਆਂ ਫਿਰ ਤਾਂ ਰੱਬ ਬਣ ਗਿਆ, ਹੈ ਨਾ। ਆਖਿਰ ਨੂੰ ਤਾਂ ਇਨਸਾਨ ਆ। ਇੱਕ ਤਾਂ ਉਹ ਟਾਈਮ ਸੀਗਾ ਜਦੋਂ ਤੁਸੀਂ ਜੁਆਇਨ ਕਰਨ ਜਾ ਰਹੇ ਸੀਗੇ, ਉਦੋਂ ਨਰਵਸਨੈਸ ਸੀਗੀ, ਘਬਰਾਹਟ ਸੀਗੀ। ਜੁਆਇਨ ਕਰਨ ਤੋਂ ਬਾਅਦ ਕੀ ਹਾਲ ਸੀ? ਨਹੀਂ ਘਬਰਾਹਟ ਉਹੀ ਗੱਲ ਹੈ ਨਾ ਜੀ, ਘਬਰਾਹਟ ਨਹੀਂ ਤੁਸੀਂ ਕਹਿ ਸਕਦੇ। ਦਿਮਾਗ ਦੇ ਵਿੱਚ ਬਹੁਤ ਕੁਛ ਚੱਲਦਾ ਹੁੰਦਾ। ਘਬਰਾਹਟ ਤਾਂ ਹੋਵੇ ਜੇ ਮੇਰੇ 'ਚ ਕੋਈ, ਜੇ ਘਬਰਾਹਟ ਹੀ ਕਰਨੀ ਹੁੰਦੀ ਫਿਰ ਮੈਂ ਫੈਸਲਾ ਕਿਉਂ ਲੈਂਦਾ? ਘਬਰਾਉਂਦੇ ਨਹੀਂ ਤੁਸੀਂ? ਘਬਰਾਉਣਾ ਕਾਹਦੇ ਖਾਤਰ ਹੈ ਯਾਰ? ਕੀ ਬੰਦੇ ਆ, ਜ਼ਿੰਦਗੀ ਦੁਨੀਆ 'ਤੇ ਆਏ ਆ, ਕੁਛ ਕਰਨ ਖਾਤਰ ਆਏ ਆ। ਕਾਹਦੀ ਘਬਰਾਹਟ ਹੈ? ਕਿਹਦੀ ਘਬਰਾਹਟ ਹੈ? ਕੌਣ ਬੰਦੇ ਤੋਂ ਤਕੜਾ ਇੱਥੇ? ਇਨਸਾਨ ਹੀ ਸਾਰਾ ਕੁਛ ਹੈ ਇੱਥੇ। ਕੋਈ ਇੱਥੇ ਕੋਈ ਚਮਤਕਾਰੀ ਬਾਬੇ ਤਾਂ ਹੈ ਨਹੀਂ ਹੋਰ ਵੀ ਉਹ ਕੋਈ ਐ ਮਾਰ ਕੇ ਤੁਹਾਨੂੰ ਗਾਇਬ ਕਰ ਦੇਣਗੇ ਦੁਨੀਆ ਤੋਂ। ਇਨਸਾਨ ਹੈ, ਕਿਸਮਤ ਲਿਖਾ ਕੇ ਆਏ ਆ। ਪਰਮਾਤਮਾ ਨੇ ਹਿੰਮਤ ਦਿੱਤੀ ਹੈ ਫੈਸਲੇ ਲੈਣ ਦੀ, ਤਾਂ ਫੈਸਲੇ ਲਏ ਨੇ ਅਤੇ ਅਟੱਲ ਵੀ ਰਹਾਂਗੇ ਉਹਨਾਂ 'ਤੇ। ਇਹ 'ਚ ਕੀ ਗੱਲ ਹੈ? ਘਬਰਾਹਟ ਨਹੀਂ ਤੁਸੀਂ ਕਹਿ ਸਕਦੇ। ਤੁਸੀਂ, ਮੈਂ ਇਹ ਗੱਲ ਕਹਿਣਾ ਵੀ ਦਿਮਾਗ 'ਚ ਬਹੁਤ ਕੁਛ ਚੱਲਦਾ ਰਹਿੰਦਾ, ਹੈ ਨਾ। ਜਦੋਂ ਥੋਟਸ ਸੀਗੇ ਬਹੁਤ ਸਾਰੇ, ਥੋਟਸ ਸੀ ਬਹੁਤ ਜ਼ਿਆਦਾ। ਜੋ ਤੁਹਾਡੇ ਨਾਲ ਇੰਨੇ ਲੋਕ ਜੁੜੇ ਹੋਣ ਨਾ, ਇੱਕ ਤੁਸੀਂ ਐਨ ਜਮਾਂ ਚੋਟੀ 'ਤੇ ਖੜ੍ਹੇ ਹੋਵੋ, ਉਹ ਤੁਸੀਂ ਕੋਈ ਫੈਸਲਾ ਲੈਂਦੇ ਹੋ, ਤੁਹਾਨੂੰ ਉਦੋਂ ਥੋਟਸ ਆਉਂਦੇ ਨੇ, ਹੈ ਨਾ। ਉਹ ਚੀਜ਼ਾਂ ਚੱਲਦੀਆਂ ਨੇ, ਹੈ ਨਾ। ਅਤੇ ਬਾਕੀ ਦੂਜੀ ਗੱਲ ਇਹ ਹੈ ਵੀ ਕੋਈ ਘਬਰਾਹਟ ਜਾਂ ਵੀ ਕੋਈ ਘਬਰਾਉਣ ਵਾਲਾ, ਡਰਨ ਵਾਲਾ ਕੋਈ ਬੰਦੇ ਆ ਯਾਰ, ਕੋਈ ਉਹ ਤਾਂ ਨਹੀਂ ਹੈਗੇ ਵੀ ਜਿਹੜੇ, ਮੈਨੂੰ ਹੁਣ ਉਹ ਸ਼ਬਦ ਨਹੀਂ ਮੈਂ ਕਹਿਣਾ ਚਾਹੁੰਦਾ। ਕੀ ਸ਼ਬਦ? ਹਾਂ ਵੀ ਅਸੀਂ ਕੋਈ ਕਮਜ਼ੋਰ ਥੋੜ੍ਹੀ ਹੈ ਕਿਸੇ ਪਾਸਿਓਂ ਕੋਈ, ਜਾਂ ਸਾਡੇ 'ਚ ਕੋਈ ਕਮੀ ਹੈ ਨਾ। ਜੇ ਅਸੀਂ ਫੈਸਲੇ ਲੈਣ ਦੀ ਹਿੰਮਤ ਰੱਖਦੇ ਹਾਂ ਤਾਂ ਉਹਨਾਂ 'ਤੇ ਅਟੱਲ ਰਹਿਣ ਦੀ ਵੀ। ਅੱਛਾ, ਪੂਰੀ ਇੰਟਰਵਿਊ ਦੌਰਾਨ ਤੁਸੀਂ ਬੜੇ ਪਿਆਰ ਨਾਲ ਆਵਾਜ਼ ਦੇ ਨਾਲ ਨਾ ਆਪਣੀ ਗੱਲਬਾਤ ਕਰ ਰਹੇ ਸੀਗੇ, ਜਿਵੇਂ ਮੈਂ ਇਹ ਸ਼ਬਦ ਵਰਤਿਆ ਇੱਕੋ ਦਮ ਅਗਰੈਸ਼ਨ ਆ ਗਿਆ। ਨਹੀਂ ਅਗਰੈਸ਼ਨ ਨਹੀਂ, ਕਿੱਦਾਂ ਯਾਰ, ਘਬਰਾਵਾਂਗੇ ਥੋੜ੍ਹੀ ਕਿਸੇ ਦੇ ਕੋਲ। ਹਾਂ ਨਹੀਂ ਵੱਡੇ ਵੀਰ, ਮੈਂ ਉਹ ਨਹੀਂ ਕਹਿ ਰਿਹਾ। ਹਮੇਸ਼ਾ ਪੋਲਾਈਟ ਰਹੋ, ਹਮੇਸ਼ਾ ਹੰਬਲ ਰਹੋ, ਹਮੇਸ਼ਾ ਰਿਸਪੈਕਟਫੁਲ ਵੇ ਨਾਲ ਜਵਾਬ ਦਿਓ ਹਰੇਕ ਤਰੀਕੇ ਦਾ, ਨਾ। ਮੈਂ ਉਹ ਕਹਿ ਰਿਹਾ ਸੀ ਵੀ ਮੈਂ ਸ਼ਾਇਦ ਮੈਂ ਹੁਣ ਹੌਲੀ ਬੋਲ ਰਿਹਾ, ਸ਼ਾਇਦ ਜੇ ਮੈਂ ਐਂ ਕਰਕੇ ਬੈਠਾ ਨਾ, ਇਹਦਾ ਮਤਲਬ ਇਹ ਨਹੀਂ ਵੀ ਯਾਰ ਮੈਂ ਕੋਈ ਘਬਰਾ ਰਿਹਾ ਜਾਂ ਕੋਈ ਕਿਸੇ ਤੋਂ। ਘਬਰਾਉਣ ਨੂੰ ਮੈਂ ਦੱਸ, ਕੋਈ ਮੇਰੇ ਸਾਹਮਣੇ ਕੋਈ ਵੀ ਆਵੇ, ਕੋਈ ਵੀ ਹੋਵੇ, ਮੈਂ ਨਹੀਂ ਘਬਰਾਉਣ ਵਾਲਾ ਬੰਦਾ, ਨਾ ਮੈਂ ਉਹਨਾਂ ਚੀਜ਼ਾਂ ਤੋਂ ਡਰਨ ਵਾਲਾ ਜਾਂ ਕੋਈ ਕੁਛ ਹੋਰ। ਮੈਂ ਯਾਰ ਜੇ ਮੈਂ ਕੋਈ ਫੈਸਲਾ ਲਿਆ ਤਾਂ ਮੈਂ ਕੋਈ ਸੋਚ ਸਮਝ ਕੇ ਫੈਸਲਾ ਲਿਆ,
ਤੇ ਉਹਦੇ ਪਿੱਛੇ ਮੇਰੇ ਪੁਆਇੰਟਸ ਨੇ, ਮੇਰੇ ਰੀਜ਼ਨਸ ਨੇ। ਮੈਂ ਐ ਕੋਈ ਡਿਮੋਲਿਸ਼ ਜੇ ਡਿਮੋਲਿਸ਼ ਕਰ ਸਕਦੇ ਹੁੰਦੇ ਤਾਂ ਬੜੇ ਬੰਦੇ ਡਿਮੋਲਿਸ਼ ਹੋ ਜਾਣਾ ਸੀ ਹੁਣ ਤਾਈਂ। ਸਿੱਧੂ, ਤੁਸੀਂ ਮੈਨੂੰ ਦੱਸ ਰਹੇ ਸੀਗੇ ਕਿ ਨੀਂਦ ਦਾ ਬਹੁਤ ਚੱਕਰ ਹੈ। ਹਾਂ, ਰਾਤੀ 2 ਵਜੇ ਸੋਣਾ, ਸਵੇਰੇ 7 ਵਜੇ ਉੱਠ ਜਾਣਾ। ਮੈਨੂੰ ਉਹੀ ਘੱਟ ਆਉਣੀ ਨੀਂਦ। ਵਜ੍ਹਾ ਬਹੁਤ ਉਹੀ ਮੈਂ ਜਿੱਦਣ ਦਾ ਸੌਣਾ ਹੀ ਘੱਟ ਆ। ਮੈਂ ਇਹ ਨਹੀਂ ਹੈਗਾ ਵੀ ਜਿਵੇਂ ਹੁਣ ਤੁਰਿਆ ਫਿਰਦਾ ਵੀ ਮੈਂ ਐ ਬੈਠਾ ਕਾਰ 'ਚ ਬੈਠਾ ਹੀ ਅੱਧਾ ਘੰਟਾ ਸੌ ਜਾ ਤਾਂ ਮੈਂ ਪਾਵਰ ਨੈਪ ਹੀ ਹੁੰਦੀ ਹੈ ਮੇਰੀ। ਮੈਨੂੰ ਇੰਨਾ ਨੀਂਦ ਦਾ ਚਸਕਾ ਨਹੀਂ ਹੈਗਾ। ਉੱਦਾਂ ਵੀ ਰਾਤ ਨੂੰ ਸਟੂਡੀਓ ਕੰਮ ਕਰਨਾ ਸਾਰਾ ਕੁਝ, ਮੈਨੂੰ ਉਹ ਹੱਥ ਜੀ ਪਏ। ਘੱਟ ਸੌਂਦਾ ਮੈਂ ਬਹੁਤ। ਕੋਨਾ ਨਹੀਂ ਵੀ ਹਰੇਕ ਬੰਦੇ ਦੀ ਵਿਰਤੀ ਹੈ। ਮੈਂ ਤੁਰਿਆ ਫਿਰਦਾ ਰਹਿਣਾ, ਬੈਠਾ ਵੀ ਨਾ ਦਿਮਾਗ ਕਿਸੇ ਪਾਸੇ ਹੋਰ ਤੁਰਿਆ ਫਿਰਦਾ ਰਹਿਣਾ। ਇਹ ਨਹੀਂ ਬੰਦਾ ਇਹ ਤਾਂ ਝੱਲ ਲੈਂਦਾ ਕਿ ਜਦੋਂ ਉਹਦੇ ਤੇ ਮੁਸੀਬਤ ਪੈਂਦੀ ਹੈ, ਉੱਤੇ ਵਕਤ ਪੈਂਦਾ ਹੈਗਾ, ਉਹ ਤਾਂ ਝੱਲ ਲੈਂਦਾ। ਇਸ ਸਭ ਦੇ ਵਿੱਚ ਤੁਹਾਡੇ ਮਦਰ ਫਾਦਰ ਨੇ ਬਹੁਤ ਕੁਝ ਦੇਖਿਆ। ਉਹਨਾਂ ਨੇ ਵੀ ਤਸੀਹੇ ਝੱਲੇ, ਉਹਨਾਂ ਨੂੰ ਵੀ ਧਮਕੀਆਂ ਆਈਆਂ। ਹਾਂ ਜੀ, ਉਹਨਾਂ ਦੀਆਂ ਵੀ ਰਾਤਾਂ ਦੀਆਂ ਨੀਂਦਾਂ ਉੱਡੀਆਂ। ਇਹ ਚੀਜ਼ ਪਰੇਸ਼ਾਨ ਕਰਦੀ। ਮੈਂ ਤੁਹਾਨੂੰ ਦੱਸਦਾ, ਮੇਰੇ ਫਾਦਰ ਤਾਂ ਹਾਲੇ ਥੋੜ੍ਹਾ ਬਹੁਤ, ਕਈ ਵਾਰੀ ਮੇਰੀ ਮਾਤਾ ਜੀ ਨੇ ਇੰਨੇ ਹੌਸਲੇ ਵਾਲੇ ਨੇ, ਉਹਨੇ ਕਹਿਣਾ ਮੈਨੂੰ ਉਹ ਕੁਛ ਨਹੀਂ ਹੁੰਦਾ, ਕਿਉਂ ਘਬਰਾਈ ਜਾਂਦਾ। ਜੇ ਕਿਤੇ ਮੇਰਾ ਵੀ ਕਿਤੇ ਨਾ ਕਿਤੇ ਮਾੜਾ ਉਹਨਾਂ ਨੂੰ ਲੱਗਦਾ ਨਾ ਢੱਲਾ, ਕੀ ਗੱਲ ਹੋ ਗਈ ਹੈ ਨਾ। ਸੋ ਇੰਨੇ ਮੇਰੇ ਮਾਂ ਪਿਓ ਨੂੰ ਦੇਖ ਕੇ ਮੈਂ ਉਹਨਾਂ ਦੇ ਵਿੱਚੋਂ ਹੀ ਮੈਂ ਆਇਆ। ਠੀਕ ਆ, ਉਹਨਾਂ ਦੀਆਂ ਕਾਬਲੀਅਤਸ ਮੇਰੇ 'ਚ ਨੇ ਹੈ ਨਾ। ਤਾਂ ਮੈਨੂੰ ਕੋਈ ਯਾਨੀ ਕਿ ਸਾਡੇ ਭੋਲੇ ਜ਼ਰੂਰ ਨੇ ਥੋੜ੍ਹੀ ਜਿਹੀ। ਕਦੇ ਨਾ ਕਿਤੇ ਅਸੀਂ ਇਹ ਮਾਰ ਖਾ ਜਾਂਦੇ ਵੀ ਅਸੀਂ ਇਹਨਾਂ ਪਿੰਡਾਂ 'ਚ ਉੱਠ ਕੇ ਵੀ ਪਿੰਡਾਂ 'ਚ ਹੀ ਰਹਿ ਰਹੇ ਹਾਂ, ਅਤੇ ਸਾਨੂੰ ਲੋਕ ਕਈ ਵਾਰੀ ਸਾਨੂੰ ਗੱਲਾਂ ਦੇ ਜਾਲ 'ਚ ਬੁਣ ਜਾਂਦੇ ਨੇ ਕਈ ਵਾਰੀ। ਪਰ ਇਹਦਾ ਮਤਲਬ ਇਹ ਨਹੀਂ ਵੀ ਜਾਂ ਕੋਈ ਅਸੀਂ ਵੀਕ ਹਾਂ ਜਾਂ ਕਮਜ਼ੋਰ ਹਾਂ ਕਿਸੇ ਪਾਸੇ। ਉਹੀ ਗੱਲ ਹੈ ਨਾ ਜੀ, ਵੀ ਜੇ ਤੁਹਾਡੇ 'ਚ ਫੈਸਲੇ ਲੈਣ ਦੀ ਹਿੰਮਤ ਤਾਂ ਨਿਭਾਉਣ ਦੀ ਹਿੰਮਤ ਵੀ ਰੱਖੋ। ਠੀਕ ਹੈ, ਜੋ ਕੁਛ ਹੋਊਗਾ ਦੇਖਾਂਗੇ ਆ ਜਾ, ਹੈ ਨਾ। ਗੱਲ ਮੁੱਕਦੀ ਹੈ। ਆਪਾਂ ਕਿਹੜਾ ਕੋਈ ਇਹਦਾ ਚੋਰੀ ਠੱਗੀ ਕਰਨ ਖਾਤਰ ਕੋਈ ਚੀਜ਼ ਕੀਤੀ ਉਹ ਤਾਂ ਆਪਾਂ ਨੂੰ ਉਹ ਜਿਹਾ ਰਿਜ਼ਲਟ ਮਿਲੂ। ਜਦੋਂ ਆਪਾਂ ਦਿਲੋਂ ਸਾਫ਼ ਆ ਫਿਰ ਕਾਹਦੀ ਡਰ ਹੈ। ਲਾਸਟ ਵਾਰੀ ਇਮੋਸ਼ਨਲ ਬ੍ਰੇਕਡਾਊਨ ਕਦੋਂ ਹੋਇਆ? ਰੋਜ਼ ਹੁੰਦਾ ਡੇਲੀ। ਕਦੇ ਦਿਨ ਇਹੋ ਜਿਹਾ ਨਹੀਂ ਵੀ ਜਦੋਂ ਇਮੋਸ਼ਨਲ ਬ੍ਰੇਕਡਾਊਨ ਹੋਵੇ ਨਾ। ਡੇਲੀ ਤੁਸੀਂ ਸਵੇਰੇ ਉੱਠਦੇ ਹੋ, ਸੋਸ਼ਲ ਮੀਡੀਆ ਦੇਖ ਰਹੇ ਹੋ ਡੇਲੀ, ਤਾਂ ਥੋੜ੍ਹੇ ਜਿਹੇ ਇਹ ਤਾਂ ਕਦੇ ਹੋਇਆ ਨਹੀਂ ਵੀ ਸਾਰੇ ਪੋਜ਼ੀਟਿਵ ਹੋਣ। ਕਈ ਵਾਰੀ ਨੈਗੇਟਿਵ ਵੀ ਹੁੰਦੇ ਨੇ, ਪੋਜ਼ੀਟਿਵ ਵੀ ਹੁੰਦੇ ਨੇ, ਨੈਗੇਟਿਵ ਵੀ ਹੁੰਦੇ। ਉਹ ਬ੍ਰੇਕਡਾਊਨ ਵੀ ਹੁੰਦਾ, ਪਰ ਬ੍ਰੇਕਡਾਊਨ ਕਦੇ ਮੂੰਹ 'ਤੇ ਨਹੀਂ ਆਇਆ। ਜਾਂ ਕਦੇ ਕਿਸੇ ਸਾਹਮਣੇ ਅਸੀਂ ਐਂ ਗਿੜਗੜਾਏ ਜੇ ਨਹੀਂ ਵੀ ਠੀਕ ਹੈ ਯਾਰ ਕੋਈ ਦਿੱਕਤ ਨਹੀਂ, ਦੇਖਾਂਗੇ ਟਾਈਮ ਆਊਗਾ ਜਵਾਬ ਦੇਵਾਂਗੇ ਹਰੇਕ ਚੀਜ਼ ਦਾ। ਹੁਣ ਵੀ ਸਮਾਂ ਬਹੁਤ ਬਲਵਾਨ ਹੈ। ਜਦੋਂ ਕੋਈ ਵਕਤ ਆਉਂਦਾ ਉਹ ਆਪੇ ਹੀ ਦੱਸਦਾ ਵੀ ਹਾਂ ਤੁਸੀਂ ਇੱਥੇ ਗਲਤ ਸੀ ਭਾਈ, ਤੁਸੀਂ ਇੱਥੇ ਸਹੀ ਸੀ। ਸੋ ਇਹ ਚੀਜ਼ ਮੈਂ ਕਦੇ ਕਿਸੇ ਨੂੰ ਫੀਲ ਨਹੀਂ ਹੋਣ ਦਿੱਤੀ ਵੀ ਜੇ ਅਸੀਂ ਕਮਜ਼ੋਰ ਹਾਂ ਜਾਂ ਕੋਈ। ਇਮੋਸ਼ਨਲ ਬ੍ਰੇਕਡਾਊਨ ਤਾਂ ਸਾਰੇ ਇਨਸਾਨ ਆਪਾਂ ਤੁਹਾਨੂੰ ਵੀ ਕਹਿੰਦਾ ਕਦੇ ਫਰਸਟ੍ਰੇਸ਼ਨ ਜਿਹੀ ਹੋਣੀ ਹੈ ਵੀ ਯਾਰ ਕੀ ਹੈ ਉਹੀ ਤੁਰੇ ਫਿਰਦੇ ਆ ਯਾਰ, ਕੀ ਗੱਲ, ਸਾਰਿਆਂ ਨੂੰ ਹੋ ਜਾਂਦਾ ਕਦੇ। ਆਨੰਦ ਆ ਰਿਹਾ ਲਾਈਫ 'ਚ? ਹਾਂ, ਜ਼ਿੰਦਗੀ ਵਧੀਆ ਚੱਲ ਰਹੀ ਹੈ। ਥੋੜ੍ਹੇ ਮੋਟੇ ਤਾਂ ਇਹ ਚੱਲਦਾ ਹੀ ਰਹਿੰਦਾ ਹੁੰਦਾ, ਰੌਲਾ ਕਦੌਲਾ, ਕਦੇ ਥੱਬੇ 'ਚ ਕਦੇ ਮੁੱਠੀ 'ਚ। ਆਨੰਦ ਤਾਂ ਆਨੰਦ ਹੀ ਹੈ ਯਾਰ, ਵਾਹਿਗੁਰੂ ਦੀ ਕਿਰਪਾ। ਸਭ ਤੋਂ ਵੱਡਾ ਮਾਂ ਪਿਓ ਨਾਲ ਨੇ ਯਾਰ, ਹੈ ਨਾ। ਆਪਦਾ ਸਰੀਰ ਸਾਬਤ ਹੈ, ਹੈ ਨਾ। ਸਾਹ ਆ ਰਿਹਾ, ਕੋਈ ਬਿਮਾਰੀ ਨਹੀਂ, ਬਿਮਾਰੀ ਰਹਿ ਤਾਂ ਇਸ ਤੋਂ ਬਾਅਦ ਆਨੰਦ ਕੀ ਹੋ। ਇੱਕ ਕੋਈ ਇਹੋ ਜਿਹਾ ਚੈਪਟਰ ਆਪਣੀ ਜ਼ਿੰਦਗੀ ਦਾ ਜੋ ਦੁਬਾਰਾ ਕਦੀ ਦੇਖਣਾ ਨਹੀਂ ਚਾਹੁੰਦੇ? ਇਹ ਤਾਂ ਮੈਂ ਕਦੇ ਸੋਚੇ ਨਹੀਂ ਇੰਨੀਆਂ ਚੀਜ਼ਾਂ ਬਾਰੇ, ਇੰਨਾ ਡੂੰਘਾ ਨਹੀਂ ਮੈਂ ਜਾਂਦਾ ਬਈ। ਇਹ ਕਦੇ ਨਾ ਸੋਚੇ ਨਹੀਂ ਵਿਆਹ ਕਦੇ ਦੇਖਣਾ ਨਹੀਂ ਮੁੜ ਕੇ ਜਾਂ ਫਲਾਨਾ ਜੇ ਵੀ ਊਂ ਹੀ ਐਂ ਜੇ ਲੱਗਦਾ ਵੀ ਕੁਝ ਜਾ ਕੇ ਬਦਲਣਾ ਚਾਹੋ ਪਾਸਟ ਦੇ ਵਿੱਚ। ਪੋਲੀਟੀਕਲ ਬਿਆਨ ਹੋ ਜੂ, ਮੈਂ ਦੇਣਾ ਨਹੀਂ ਚਾਹੁੰਦਾ ਉਸ ਚੀਜ਼ ਨੂੰ। ਮੈਂ ਤਾਂ ਸੁਣਨਾ ਚਾਹੁੰਦਾ। ਨਹੀਂ, ਕਾਫੀ ਚੀਜ਼ਾਂ ਨੇ ਇਤਿਹਾਸ 'ਚ ਬਦਲਣ ਵਾਲੀਆਂ, ਕਾਸ਼ ਉਹਨਾਂ ਨੂੰ ਬਦਲ ਸਕਦੇ। ਜੋ ਬਦਲੀਆਂ ਹੁੰਦੀਆਂ ਸ਼ਾਇਦ ਇਸ ਕਗਾਰ 'ਤੇ ਨਾ ਹੁੰਦੇ ਅੱਜ ਅਸੀਂ, ਇੰਟਰਵਿਊ ਵੀ ਨਾ ਹੁੰਦੀ ਹੈ। ਤਾਂ ਬਹੁਤ ਯਾਨੀ ਕਿ ਬਹੁਤ ਕੁਛ ਬਦਲ ਸਕਦੇ ਆ, ਬਹੁਤ ਚੀਜ਼ਾਂ ਬਦਲਣ ਵਾਲੀਆਂ, ਬਹੁਤ ਚੀਜ਼ਾਂ ਬਦਲਣ ਵਾਲੀਆਂ। ਉਹ ਇੰਨੀ ਲੰਬੀ ਲਿਸਟ ਹੈ ਵੀ ਆਪਾਂ ਸੋਚ ਵੀ ਨਹੀਂ ਸਕਦੇ। ਮਹਾਰਾਜਾ ਰਣਜੀਤ ਸਿੰਘ ਦੇ ਕਾਲ ਤੋਂ ਲੈ ਕੇ ਹੁਣ ਤੱਕ ਬਹੁਤ ਕੁਛ ਬਦਲਣ ਵਾਲਾ, ਜੇ ਬਦਲ ਸਕਦੇ ਹੁੰਦੇ ਤਾਂ। ਪਰਮਾਤਮਾ ਭਲੀ ਕਰੂ। ਬਾਕੀ ਸਿੱਧੂ ਮੂਸੇਵਾਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ। ਥੈਂਕ ਯੂ ਵੈਰੀ ਮਚ।